ਹੈਲੋ ਹੈਲੋ ਹੈਲੋ, ਮੈਂ ਤੁਹਾਡੀ ਦੋਸਤ ਹੋਸਟ ਸ਼ਗੁਫਤਾ ਗਿੱਲ ਦੀ ਇੱਕ ਵਾਰੀ ਫੇਰ ਪੰਜਾਬੀ ਬੈਠਕ ਦੀ ਇੱਕ ਸੋਹਣੀ ਬੈਠਕ ਲੈ ਕੇ ਹਾਜ਼ਰ ਹਾਂ। ਤੇ ਅੱਜ ਦੀ ਬੈਠਕ ਵਿੱਚ ਤੁਸੀਂ ਮੇਰੇ ਨਾਲ ਸਕਰੀਨ ਤੇ ਇੱਕ ਸੋਹਣੇ ਚਚੱਜੇ ਸਰਦਾਰ ਜੀ ਮੇਰੇ ਵੀ ਦੇਖਦੇ ਪਏ ਹੋ। ਔਰ ਵੱਡੀ ਗੱਲ ਇਹ ਵੇ ਕਿ ਇਹ ਅਸੀਂ ਐਸੇ ਲੇਖਕ ਨੂੰ ਅੱਜ ਤੁਹਾਡੇ ਨਾਲ ਮਿਲਾਣਾ ਚਾਹਾਂਗੇ ਜਿਹੜੇ ਕਿ ਜੰਮਪਲ ਇਹਨਾਂ ਦੀ ਇੱਥੇ ਦੀ ਇੰਗਲੈਂਡ ਦੀ ਹੈ ਔਰ ਹੈਗੇ ਪੰਜਾਬੀ ਨੇ। ਪੰਜਾਬੀ ਇਹਨਾਂ ਨੇ ਕਿਵੇਂ ਸਿੱਖੀ, ਕਿਦੋਂ ਤੱਕ ਇਹਨਾਂ ਨੂੰ ਬੋਲਣੀ ਆਉਂਦੀ ਸੀ, ਲਿਖਣੀ ਨਹੀਂ ਸੀ ਆਉਂਦੀ, ਔਰ ਫਿਰ ਉਹ ਐਸੇ ਜੁੜ ਗਏ ਪੰਜਾਬੀ ਨਾਲ ਤੇ ਪੰਜਾਬੀਅਤ ਦੇ ਨਾਲ ਕਿ ਉਹਨਾਂ ਨੇ 6 ਕਿਤਾਬਾਂ ਨੇ। ਅੱਛਾ ਜੀ, 5 ਨਾਵਲ ਨੇ ਔਰ ਇੱਕ ਕਿਤਾਬ ਜਿਹੜੀ ਹੈ ਇਹਨਾਂ ਦੀ ਉਹ ਪੋਇਟਰੀ ਤੇ ਪ੍ਰੋਜ਼ ਦਾ ਮਿਕਸ ਹੈ, ਤੇ ਇੱਕ ਜਿਹੜੀ 7ਵੀਂ ਕਿਤਾਬ ਹੈ ਇਹਨਾਂ ਦੀ ਚਿੱਟਾ ਤੇ ਕਾਲਾ ਜਿਹੜੀ ਹੈ ਉਹ ਅੰਡਰ ਪ੍ਰੋਸੈਸ ਹੈ। ਆਓ ਇਹਨਾਂ ਨਾਲ ਗੱਲ ਕਰੀਏ ਕਿ ਕਿਸ ਤਰ੍ਹਾਂ ਇਹਨਾਂ ਨੇ ਪੰਜਾਬੀ ਦਾ ਇੱਕ ਜਿਹੜਾ ਜਰਨੀ ਹੈ ਉਹ ਕਿਸ ਤਰ੍ਹਾਂ ਗੁਜ਼ਾਰਿਆ ਤੇ ਕਿਸ ਤਰ੍ਹਾਂ ਤੈਅ ਹੋਇਆ ਤੇ ਇੰਨੇ ਸੋਹਣੇ ਲੇਖਕ ਕਿਸ ਤਰ੍ਹਾਂ ਬਣ ਗਏ। ਜੀ ਸਾਡੇ ਨਾਲ ਨੇ ਰੂਪ ਢਿੱਲੋਂ ਜੀ। ਜੀ ਆਇਆਂ ਨੂੰ ਆਖਮੀਆਂ ਰੂਪ ਜੀ ਤੁਹਾਨੂੰ। ਸਤਿ ਸ਼੍ਰੀ ਅਕਾਲ, ਸਲਾਮ ਅਲੈਕੁਮ। ਵਾਲੇਕੁਮ अस्सलाम, सत श्री अकाल। ते रूप ढिल्लों एक सोहना ना, एक मशहूर ना, एक चंगा लेखक, एक मॉडर्न लेखक और एक इनोवेटिव लेखक। ते तुसी ए मैनू दसो कि तुसी ते बाय प्रोफैशन हैगे हो अकाउंटेंट, तुहाडा फील्ड प्रोफैशनली ते अकाउंटेंसी है जी। ए लिखन लिखान दा शौक किस तरह पैदा हो गया? ਜਦੋਂ ਮੈਂ ਬੱਚਾ ਸੀਗਾ ਮੇਰੀ ਉਦੋਂ ਸ਼ੁਰੂ ਤੋਂ ਸਾਹਿਤ ਲਿਟਰੇਚਰ ਚ ਸ਼ੁਰੂ ਤੋਂ ਹੀ ਸੀਗੀ ਮੇਰੀ ਸ਼ੌਂਕ। ਮੈਂ ਅੰਗਰੇਜ਼ੀ ਦੀਆਂ ਕਿਤਾਬਾਂ ਪੜ੍ਹਦਾ ਹੁੰਦਾ ਸੀਗਾ, ਕਹਾਣੀਆਂ ਸਾਰੀਆਂ ਅੰਗਰੇਜ਼ੀ ਤੇ। ਸਾਨੂੰ ਸਕੂਲ ਚ ਜਦੋਂ ਇੰਗਲਿਸ਼ ਲਿਟਰੇਚਰ ਪੜ੍ਹੀ ਤਾਂ ਮੈਨੂੰ ਸਭ ਤੋਂ ਇਹੀ ਸਬਜੈਕਟ ਜ਼ਿਆਦਾ ਧੁੰਮਦਾ ਸੀਗਾ ਤੇ ਮੈਂ ਕਹਾਣੀਆਂ ਪੜ੍ਹਨ ਦਾ ਸ਼ੌਕ ਸੀਗਾ, ਉੱਥੋਂ ਆਇਆ। ਫਿਰ ਜਦ ਮੈਨੂੰ ਪੰਜਾਬੀ ਪੜ੍ਹਨੀ ਲਿਖਣੀ ਆ ਗਈ ਸੀਗੀ, ਫਿਰ ਨੈਚੁਰਲੀ ਮੇਰੇ ਲਈ ਤਾਂ ਅਖਬਾਰਾਂ ਦੇ ਪੜ੍ਹਨ ਦੇ ਥਾਂ ਤੇ ਮੈਂ ਕਿਤਾਬਾਂ ਵੱਲ ਤੁਰ ਪਿਆ ਤੇ ਉਸ ਪਾਸੇ ਚਲਾ ਗਿਆ। ਉੱਥੋਂ ਫਿਰ ਆਇਆ ਮੇਰਾ ਇਹ। ਤੇ ਢਿੱਲੋਂ ਜੀ ਤੁਸੀਂ ਘਰ ਦੇ ਵਿੱਚ ਤੇ ਮਾਤਾ ਪਿਤਾ ਜੇ ਬਾਪੂ ਜੀ ਮਾਂ ਜੀ ਇਹ ਤੇ ਘਰ ਦੇ ਵਿੱਚ ਤੁਸੀਂ ਪੰਜਾਬੀ ਬੋਲਦੇ ਸੀ ਜਦੋਂ ਛੋਟੇ ਸੀ? ਹਾਂਜੀ, ਜਿੱਦਾਂ ਇੱਕ ਕਿਸਮ ਦੀ ਜਿੱਦਾਂ ਬਿਨਾਂ ਕਹੀ ਸੂਲ ਸੀਗੀ ਪੰਜਾਬੀ ਬੋਲਣ ਦੀ, ਕਿਉਂਕਿ ਡੈਡ ਜਦੋਂ ਬਾਹਰ ਤੁਰ ਪੈਂਦੇ ਸੀਗੇ ਲੋਕਾਂ ਦੇ ਨਾਲ, ਜਿਨ੍ਹਾਂ ਨੇ ਗੋਰਿਆਂ ਦੇ ਨਾਲ ਗੱਲ ਆਟੋਮੈਟਿਕਲੀ ਉਹ ਅੰਗਰੇਜ਼ੀ ਚ ਕਰਦੇ ਸੀ, ਅਸੀਂ ਵੀ ਕਰਦੇ ਸੀਗੇ। ਪਰ ਜਦ ਵੀ ਘਰ ਹੋਣਾ ਬਿਨਾਂ ਕਹਿਣ ਤੋਂ ਸਾਰਾ ਟੱਬਰ ਆਪਸ ਵਿੱਚ ਪੰਜਾਬੀ ਚ ਹੀ ਬੋਲਦਾ ਸੀਗਾ। ਫਿਰ ਇਹ ਸੋਚਣ ਤੋਂ ਬਿਨਾਂ ਕਰਦੇ ਸੀਗੇ। ਜਿੱਦਾਂ ਮੈਂ ਹੁਣ ਤੁਹਾਡੇ ਨਾਲ ਬੋਲ ਰਿਹਾ, ਇਸ ਤਰ੍ਹਾਂ ਦੀ ਪੰਜਾਬੀ ਮੈਂ ਸ਼ੁਰੂ ਤੋਂ ਬੋਲ ਰਿਹਾ ਆ। ਜੇ ਮੈਂ ਡੂੰਘੀ ਸੋਚਣ ਦੀ ਕੋਸ਼ਿਸ਼ ਕਰਾਂ, ਜੇ ਮੈਂ ਇੱਥੇ 5 ਸਾਲ ਦੀ ਉਮਰ ਤੋਂ ਪਹਿਲਾਂ ਤਾਂ ਮੈਨੂੰ ਸਕੂਲ ਭੇਜਿਆ ਨਹੀਂ ਗਿਆ ਸੀਗਾ, ਭਾਵੇਂ ਮੈਂ ਇੱਥੇ ਦਾ ਜੰਮ ਪਾ ਗਿਆ। ਇਹਦਾ ਮਤਲਬ ਹੋਊਗਾ ਜਿਹੜੇ ਮੇਰੇ ਪਹਿਲੇ 5 ਸਾਲ ਸੀਗੇ ਜ਼ਰੂਰ ਪੰਜਾਬੀ ਨੂੰ ਐਕਸਪੋਜ਼ਰ ਹੀ ਸੀਗੀ ਮੇਰੀ। ਮਾਂ ਨੇ ਘਰ ਪੰਜਾਬੀ ਬੋਲੀ, ਪਿਓ ਨੇ ਘਰ ਪੰਜਾਬੀ ਬੋਲੀ, ਜਿਹੜੇ ਚਾਚੇ ਤਾਏ ਸਭ ਮਾਸਟਰ ਮਾਮੇ ਸਾਰਿਆਂ ਨੇ ਇਹੀ ਕੁਛ ਕੀਤਾ, ਮਾਸੀਆਂ ਨੇ। ਤੇ ਇਹ ਸੋਚਣ ਤੋਂ ਬਿਨਾਂ ਸੀਗੀ। ਦੂਜੇ ਪਾਸੇ ਜਿਹੜਾ ਸਾਡੇ ਗੁਆਂਢੀ ਸੀਗਾ ਉਹ ਪਾਕਿਸਤਾਨ ਤੋਂ ਸੀਗਾ, ਤੇ ਫਿਰ ਜਦੋਂ ਉਹ ਵੀ ਮੇਰੇ ਪਿਓ ਨਾਲ ਬੋਲਦੇ ਸੀਗੇ ਪੰਜਾਬੀ ਜੀ ਬੋਲਦੇ ਸੀਗੇ। ਸੋ ਇਹ ਚੀਜ਼ ਸੋਚਿਆ ਨਹੀਂ ਹੈਗਾ ਅਸੀਂ। ਠੀਕ ਹੈ, ਨੋਰਮਲ ਸੀਗਾ। ਤੇ ਸਕੂਲ ਦੇ ਵਿੱਚ ਤੇ ਜਿਸ ਤਰ੍ਹਾਂ ਅੱਜ ਕੱਲ੍ਹ ਵੀ ਸਕੂਲਾਂ 'ਚ ਅੰਗਰੇਜ਼ੀ, ਕਿਉਂਕਿ ਜ਼ਾਹਿਰ ਹੈ ਫਿਰ ਅੰਗਰੇਜ਼ੀ ਉੱਥੇ ਮੀਡੀਅਮ ਹੈਗਾ ਇੱਥੇ ਸਾਰਿਆਂ ਦਾ, ਤੇ ਇਹ ਬੜੀ ਵਧੀਆ ਗੱਲ ਹੋ ਜਾਂਦੀ ਹੈ ਜਿਹੜੀ ਅਸੀਂ ਸਾਰੇ ਜਿਹੜੇ ਆਪਣੇ ਪੰਜਾਬੀ ਲੋਕ ਆ ਆਪਣੇ ਘਰਾਂ 'ਚ ਪੰਜਾਬੀ ਬੋਲਦੇ ਹਾਂ। ਔਰ ਪੰਜਾਬੀ ਇੱਕ ਸਾਡਾ ਕਮਿਊਨੀਕੇਸ਼ਨ ਦਾ ਉਹੀ ਹੈ। ਅੱਛਾ, ਜ਼ੇਨ 'ਚ ਮੇਰੇ ਇਹ ਆਉਂਦਾ ਪਿਆ ਕਿ ਤੁਸੀਂ ਤੇ ਪੜ੍ਹਦੇ ਸਾਰੇ ਸੀ ਅੰਗਰੇਜ਼ੀ ਕਿਤਾਬਾਂ, ਅੰਗਰੇਜ਼ੀ ਲਿਟਰੇਚਰ, ਬਾਕੀ ਸਭ ਕੁਝ, ਤੇ ਫਿਰ ਤੁਹਾਨੂੰ ਕਿਦੋਂ ਸਮਝ ਲੱਗੀ ਕਿ ਤੁਸੀਂ ਪੰਜਾਬੀ ਦੇ ਵੱਲ ਲਿਖਣਾ ਪਾਓ? ਕਿਉਂਕਿ ਦੇਖੋ ਲਿਖਣਾ ਤੇ ਉਹ ਕਿਤਾਬਾਂ ਤੇ ਤੁਸੀਂ ਪੜ੍ਹਦੇ ਹੀ ਹੋਵੋਗੇ, ਲੇਕਿਨ ਫਿਰ ਵੀ ਪੰਜਾਬੀ ਨੂੰ ਇੱਕ ਖਾਸ ਤਰੀਕੇ, ਇੱਕ ਪੰਜਾਬੀ ਲਿਪੀ ਹੈ ਜਿਹੜੀ ਉਹ ਲਿਖਣ ਵਾਸਤੇ ਥੋੜਾ ਮਤਲਬ ਥੋੜਾ ਜਿਹਾ ਕਰਨਾ ਪੈਂਦਾ ਹੈ। ਤੇ ਉਹ ਤੁਸੀਂ ਕਿਹੜੀ ਉਮਰ 'ਚ ਲਿਖਣਾ ਸ਼ੁਰੂ ਕੀਤਾ? ਮਤਲਬ ਕਿਤਾਬਾਂ ਇਹ ਸਭ ਕੁਝ 30 ਸਾਲ ਦੀ ਉਮਰ 'ਚ ਹੋਇਆ। ਉਹ ਉਮਰ ਤੱਕ ਮੈਂ 30 ਸਾਲਾਂ ਦਾ ਸੀ ਜਦੋਂ ਹੋਇਆ। 30 ਸਾਲ ਪਹਿਲਾਂ ਦੀ ਗੱਲ ਆ। ਮੈਂ ਪਹਿਲੇ 30 ਸਾਲ ਤਾਂ ਸੋਚਿਆ ਵੀ ਨਹੀਂ ਹੈਗਾ। ਇੱਥੇ ਆਮ ਬੱਚਿਆਂ ਵਾਂਗੂ ਘਰ ਬੋਲੀ ਦੀ ਸੀਗੀ ਪੰਜਾਬੀ,
ਪਰ ਅੱਖਰਾਂ ਬਾਰੇ ਤਾਂ ਸੋਚਿਆ ਨਹੀਂ। ਸਾਹਿਤ ਬਾਰੇ ਵੱਧ ਤੋਂ ਵੱਧ ਅਸੀਂ ਹਿੰਦੀ ਫਿਲਮਾਂ ਦੇਖਦੇ ਸੀ, ਪਾਕਿਸਤਾਨੀ ਫਿਲਮਾਂ ਦੇਖਦੇ ਸੀਗੇ, ਪੰਜਾਬੀ ਫਿਲਮਾਂ ਦੇਖਦੇ ਸੀ। ਇਦੋਂ ਬਾਅਦ ਗਾਣੇ ਗੀਤ ਸੁਣਦੇ ਸੀਗੇ ਜਦੋਂ ਭੰਗੜਾ ਵਿਆਹਾਂ ਵਿਆਹਾਂ ਸ਼ਾਦੀਆਂ ਸੁਣਦੇ। ਇਦੋਂ ਡੂੰਗੀ ਗੱਲ ਸੋਚੀ ਨਹੀਂ। ਤੇ ਏਦਾਂ ਹੋਇਆ ਮੇਰਾ ਸ਼ੌਂਕ ਸੀਗਾ ਉਦੋਂ ਉਸ ਉਮਰ 'ਚ ਅੰਗਰੇਜ਼ੀ 'ਚ ਮੇਰਾ ਸੁਪਨਾ ਸੀਗਾ ਨੋਵਲ ਲਿਖਣ ਦਾ ਆਪਣੇ ਲੋਕਾਂ ਬਾਰੇ। ਅੱਛਾ। ਮੈਂ ਪੰਜਾਬੀ ਬਾਰੇ ਤਾਂ ਸੋਚਿਆ ਨਹੀਂ। ਉਸ ਉਮਰ 'ਚ ਵਿਆਹ ਸ਼ਾਦੀ ਮੇਰੀ ਹੋਈ ਸੀਗੀ ਤੇ ਮੈਂ ਤੇ ਮੇਰੀ ਵਾਈਫ ਅਸੀਂ ਇੱਕ ਐਗਜ਼ੀਬਿਸ਼ਨ ਗਏ ਸੀਗੇ ਲੰਡਨ ਤੇ ਵਿਕਟੋਰੀਆ ਐਲਬਰਟ ਮਿਊਜ਼ੀਅਮ ਨੇ ਸਿੱਖਾਂ ਖਾਲਸਾ ਦਾ 300 ਐਨੀਵਰਸਰੀ ਮਨਾਇਆ ਸੀਗਾ। ਉੱਥੇ ਜਾ ਕੇ ਮੇਰਾ ਸਭ ਕੁਝ ਬਦਲ ਗਿਆ ਖਿਆਲ। ਮੈਂ ਜਦੋਂ ਦੇਖਿਆ ਮੈਂ ਪਹਿਲਾਂ ਬਹੁਤ ਅੰਜਿਆ ਸੀਗਾ ਕਿਉਂਕਿ ਸਾਰੇ ਪਾਸੇ ਤਸਵੀਰਾਂ ਸੀਗੀਆਂ ਗੁਰੂਆਂ ਦੀਆਂ ਤੇ ਮਹਾਰਾਜਾ ਰਣਜੀਤ ਸਿੰਘ ਬਗੈਰ ਪਰ ਜਿੰਨਾ ਕੁ ਮੈਨੂੰ ਦਿਸਦਾ ਸੀਗਾ ਸਾਰੇ ਅੱਖਰ ਉਰਦੂ ਦੇ ਸੀਗੇ। ਤੇ ਮੈਂ ਅੰਜ ਗਿਆ ਤੇ ਮੈਂ ਕਿਹਾ ਇਹ ਉਰਦੂ 'ਚ ਕਾਹਤੋਂ ਆ। ਤੇ ਉੱਥੇ ਜਿਹੜਾ ਉਹਨਾਂ ਦਾ ਕੁਰੇਟਰ ਹੁੰਦਾ ਆ ਜੇਬ ਘਰ ਦਾ ਉਹ ਹੱਸ ਕੇ ਕਹਿੰਦਾ ਨਹੀਂ ਉਰਦੂ ਨਹੀਂ ਇਹ ਫਾਰਸੀ ਆ, ਇਹ ਉੱਥੇ ਦਰਬਾਰ ਦੀ ਬੋਲੀ ਹੁੰਦੀ ਸੀਗੀ। ਉੱਥੋਂ ਵੀ ਮੈਨੂੰ ਹੌਲੀ ਹੌਲੀ ਵਾਰਿਸ ਸ਼ਾਹ ਤੇ ਏਦਾਂ ਦੇ ਲੋਕਾਂ ਦੇ ਬਾਰੇ ਪਤਾ ਲੱਗਣ ਲੱਗ ਗਿਆ। ਫਿਰ ਸਮਾਂ ਜੋ ਸਾਡਾ ਵਾਂਝ ਕੰਨ ਥਾਂ ਤੇ ਜੇ ਸਾਂਝ ਸਾਨੂੰ ਕਹਦਾ ਉਹਦੇ ਬਾਰੇ ਪਤਾ ਲੱਗਣ ਲੱਗਿਆ। ਤੇ ਫਿਰ ਮੈਂ ਆਪਣੇ ਆਪ ਨੂੰ ਕਿਸਮਤ ਇਹ ਵੀ ਸੀਗੀ ਮੇਰੀ ਉਹੀ ਸਾਲ ਇੱਕ WH ਸਮਿਥ ਸਾਡੀ ਦੁਕਾਨ ਹੈ ਇੱਥੇ ਤੇ ਉੱਥੇ ਉਹਨਾਂ ਕੋਲੇ ਆਮ ਹੁੰਦੀ ਸੀ ਕਿ ਟੀਚ ਯੂਰਸੈਲਫ ਸਪੈਨਿਸ਼, ਟੀਚ ਯੂਰਸੈਲਫ ਫ੍ਰੈਂਚ, ਇਦਾਂ ਦੀਆਂ ਕਿਤਾਬਾਂ। ਕਿਸੇ ਨੇ ਉਹ ਸਾਲ ਛਾਪੀ ਸੀਗੀ ਟੀਚ ਯੂਰਸੈਲਫ ਪੰਜਾਬੀ। ਅੱਛਾ। ਤੇ ਚੜ੍ਹਦੀ ਪੰਜਾਬ ਦੀ ਲਿਪੀ 'ਚ ਸੀਗੀ ਜਿਹਨੂੰ ਅੱਜ ਕੱਲ੍ਹ ਆਪਾਂ ਟ੍ਰੈਡੀਸ਼ਨਲੀ ਗੁਰਮੁਖੀ ਸੱਦਦੇ ਹਾਂ। ਮੇਰੇ ਤਾਂ ਨਜ਼ਰ 'ਚ ਪੰਜਾਬੀ ਆ ਪਰ ਲੋਕਾਂ ਨੂੰ ਗੁਰਮੁਖੀ ਸੱਦਦੇ ਆ। ਮੈਂ ਚੱਕ ਲਈ ਤੇ ਮੈਂ ਆਪਣੇ ਆਪ ਨੇ 10 ਹਫ਼ਤਿਆਂ 'ਚ ਸਭ ਕੁਝ ਉੱਥੋਂ ਸਿੱਖ ਲਿਆ ਕਿਉਂਕਿ ਮੈਨੂੰ ਪਹਿਲਾਂ ਬੋਲਣੀ ਆਉਂਦੀ ਸੀਗੀ। ਪਰ ਮੈਂ ਇਨਫੋਰਮਲ ਪੜ੍ਹਾਈ ਕਰਕੇ ਫਿਰ ਜਿਹੜੀ ਨਿਊਮਸ ਨੇ ਟੈਕਨੀਕਲ ਗ੍ਰਾਮਰ ਦੇ ਉਹ ਨਹੀਂ ਮੈਨੂੰ ਆਉਂਦੇ ਸੀਗੇ ਕਿਉਂਕਿ ਮੈਂ 30 ਸਾਲ ਦੀ ਉਮਰ 'ਚ ਬੱਚੇ ਦੋ ਸੀਗੇ, ਕੋਈ ਟਾਈਮ ਨਹੀਂ ਸੀਗਾ ਮੇਰੇ ਕੋਲ ਸਕੂਲ ਵਾਪਸ ਜਾਣ ਦਾ। ਫਿਰ ਜਦੋਂ ਮੈਂ ਪੜ੍ਹ ਲਈ ਮੇਰਾ ਪਹਿਲਾ ਰਿਐਕਸ਼ਨ ਸੀਗਾ ਕਿਤਾਬ ਪੜ੍ਹਨ ਦਾ। ਮੈਂ ਪਹਿਲਾਂ ਅਖਬਾਰ ਪੜ੍ਹਨ ਦੀ ਕੋਸ਼ਿਸ਼ ਕੀਤੀ। ਮੈਨੂੰ ਜਿਹੜੀਆਂ ਸਿਆਸੀਆਂ ਗੱਲਾਂ ਬੋਰਿੰਗ ਲੱਗੀਆਂ, ਮੈਨੂੰ ਉਹ 'ਚ ਕੋਈ ਦਿਲਚਸਪੀ ਨਹੀਂ ਸੀਗੀ। ਮੇਰੇ ਡੈਡ ਦੇ ਘਰ ਇੱਕ ਉਹਨਾਂ ਦੀ ਕਿਤਾਬ ਜੀ ਪਈ ਸੀਗੀ ਨੋਵਲ ਜੀ ਛੋਟੀ ਜਿਹੀ ਦਾ ਨਾਂ ਸੀ ਗਵਾਚਾ ਪਿਆ। ਉਹ ਪੜ੍ਹੀ। ਬਹੁਤ ਹੌਲੀ ਹੌਲੀ ਜਦੋਂ ਬੱਚਾ ਪੜ੍ਹਦਾ ਹੈ ਕਿਉਂਕਿ ਮੇਰੀ ਤਾਂ ਨਵੀਂ ਜ਼ੁਬਾਨ ਸੀਗੀ, ਮੈਂ ਯੂਜ਼ਡ ਟੂ ਨਹੀਂ ਸੀ ਅੱਖਰਾਂ ਨੂੰ। ਐਨੀਵੇ ਜਦ ਮੈਂ ਮੁਕਾਈ ਮੈਨੂੰ ਉਹਦੇ ਬੰਦੇ ਦੇ ਖਿਆਲ ਨਹੀਂ ਚੰਗੇ ਲੱਗੇ ਕਿਉਂਕਿ ਉਹਨੇ ਜਿਹੜੇ ਇੱਥੇ ਦੇ ਬਲਾਤ ਦੇ ਬੱਚੇ ਆ ਜਿੱਦਾਂ ਸਾਨੂੰ ਦਿਖਾਇਆ ਆ, ਜਿਸ ਵਕਤ ਦਿਖਾਇਆ ਸਾਨੂੰ ਨੈਗੇਟਿਵ ਵਕਤ ਦਿਖਾਇਆ ਕਿਉਂਕਿ ਉਹ ਪ੍ਰਵਾਸੀ ਸੋਚ ਦੇ ਹਿਸਾਬ ਨਾਲ ਪੰਜਾਬ ਉਹਨੂੰ ਬਹੁਤ ਸੋਹਣਾ ਲੱਗਦਾ, ਇੱਥੇ ਅਸੀਂ ਸਾਰੇ ਵਿਗੜ ਗਏ ਕਿਉਂਕਿ ਅਸੀਂ ਉਹਨਾਂ ਨੂੰ ਸੋਚਦੇ ਨਹੀਂ। ਇਹ ਗਲਤ ਹੈ ਮੇਰੇ ਖਿਆਲ 'ਚ ਜੋ ਅਸੀਂ ਪਾਲੇ ਇੱਥੇ ਹੋਏ ਆ। ਹੁਣ ਮੈਨੂੰ ਲੱਗਦਾ ਸੀ ਅਲੀ ਜਿੰਨਾ ਨੇ ਇੱਕ ਵਾਰੀ ਆਪਣੇ ਪਿਓ ਨੂੰ ਏਦਾਂ ਕਿਹਾ ਸੀਗਾ, ਪੱਕਾ ਨਹੀਂ ਮੈਨੂੰ ਲੱਗਦਾ ਅਲੀ ਜਿੰਨਾ ਨੇ ਕਿਹਾ ਸੀਗਾ ਕਿਉਂ ਉਹ ਵੀ ਕੋਈ ਲੋਕ ਸਮਝਦੇ ਸੀ ਉਹ ਗੋਰਿਆਂ ਦੀ ਆਦਤ ਉਹਦੀਆਂ। ਉਹਨੇ ਆਪਣੇ ਪਿਓ ਨੂੰ ਕਿਹਾ ਸੀ ਕਹਿੰਦਾ ਜੇ ਇੱਕ ਮੀਂਹ ਦਾ ਤੁਪਕਾ ਤੁਸੀਂ ਸਮੁੰਦਰ 'ਚ ਪਾ ਦੇਂਗੇ ਅਸਰ ਪਾਣੀ ਦਾ ਪੈਣਾ ਹੀ ਪੈਣਾ ਆ। ਇਹੀ ਹੁਣ ਇੱਥੇ ਸਾਡੀ ਅਸੀਂ ਤੇ ਹੁਣ ਇੱਥੇ ਅੱਗੇ ਜੇ ਬਣਨਾ ਆ। ਮੈਂ ਇਹਦਾ ਜਵਾਬ ਦੇਣਾ ਚਾਹੁੰਦਾ ਸੀਗਾ ਕਿ ਮੈਂ ਕਿਹਾ ਬਸ ਮੈਂ ਅੰਗਰੇਜ਼ੀ 'ਚ ਨੋਵਲ ਲਿਖਣੀ ਆ ਇਹਦਾ ਜਵਾਬ ਦੇਣਾ। ਦੇਖ ਮੇਰਾ ਮਿੱਤਰ ਹੱਸ ਕੇ ਕਹਿੰਦਾ ਤੂੰ ਬੇਵਕੂਫ ਨਾ ਬਣ, ਜਿਹੜੇ ਲੋਕ ਇਹ ਕਿਤਾਬ ਪੜ੍ਹਦੇ ਉਹ ਪੰਜਾਬੀ ਆ, ਨਹੀਂ ਤਾਂ ਪੰਜਾਬੀ ਜਵਾਬ ਦੇ ਨਹੀਂ ਤੇ ਤੂੰ ਦੇ ਨਹੀਂ ਸਕਦਾ। ਮੈਂ ਕਿਹਾ ਓਕੇ। ਫਿਰ ਬਸ ਉੱਥੋਂ ਮੈਂ ਕੋਸ਼ਿਸ਼ ਕੀਤੀ ਨਿੱਕੀਆਂ ਨਿੱਕੀਆਂ ਪੰਜਾਬੀ ਕਹਾਣੀਆਂ ਲਿਖਣ ਤੇ ਹਮੇਸ਼ਾ ਗਲਤੀਆਂ ਤਾਂ ਬਣਦੀਆਂ ਸੀ ਮੇਰੇ ਤੋਂ ਕਿਉਂਕਿ ਮੈਂ ਫੋਰਮਲੀ ਪੜ੍ਹਿਆ ਨਹੀਂ ਹੈਗਾ। ਆਮ ਬੰਦਾ ਇਹ ਪੁਆਇੰਟ ਤੇ ਇਹ ਕਹਿੰਦਾ ਰਹਿਣ ਦੇ ਪਰੇ ਹੋ ਜਾ। ਮੈਂ ਥੋੜਾ ਜ਼ਿੱਦੀ ਆ, ਜਿੰਨਾ ਮੈਨੂੰ ਟੋਕਿਆ ਜ਼ਿਆਦਾ ਤੈਨੂੰ ਵਾਕ ਬੰਤਰ ਪੰਜਾਬੀ ਦਾ ਨਹੀਂ ਆਉਂਦਾ, ਤੈਨੂੰ ਜਾ ਕੇ ਸਕੂਲ ਵਾਪਸ ਪੜ੍ਹ ਫਲਾਣਾ ਧਮਕਾ। ਮੈਂ ਕਿਹਾ ਵੀ ਕੋਈ ਟਾਈਮ ਨਹੀਂ ਹੈਗਾ ਸਕੂਲ ਜਾਂਦਾ, ਤੁਸੀਂ ਨਹੀਂ ਤਾਂ ਸੋਧ ਕਰੋ ਮੇਰੇ ਕੰਮ, ਨਹੀਂ ਤਾਂ ਮੈਂ ਆਪਣੇ ਹਿਸਾਬ ਨਾਲ ਆਪ ਹੀ ਪੜ੍ਹੂੰਗਾ। ਮੈਂ ਫਿਰ ਆਪਣੇ ਆਪ ਨੂੰ ਵੱਧ ਤੋਂ ਵੱਧ ਇੰਟਰਨੈਟ ਵਰਤ ਕੇ, ਇੰਟਰਨੈਟ ਸੀਗਾ ਮੇਰਾ ਸਭ ਤੋਂ ਵੱਡਾ ਦੋਸਤ ਦੇ ਕੰਮ 'ਚ। ਮੈਂ ਵੱਧ ਤੋਂ ਵੱਧ ਇੰਟਰਨੈਟ ਵਰਤ ਕੇ ਪੰਜਾਬ ਦੀ ਸਾਰੀ ਤਾਰੀਖ, ਇਤਿਹਾਸ ਬਾਰੇ, ਸਾਹਿਤ ਬਾਰੇ ਸਭ ਕੁਝ ਸਿੱਖ ਲਿਆ। ਖਾਸ ਕਰ ਉਹ ਜ਼ਮਾਨੇ 'ਚ ਕਿਉਂਕਿ ਮੈਂ ਜ਼ਿਆਦਾ ਇੰਗਲਿਸ਼ ਪੜ੍ਹਦਾ ਸੀਗਾ, ਮੈਂ ਆਪਣਾ ਉਹ ਜਿਹੜਾ ਸਫੇਰ ਅਹਿਮਦ ਦਾ ਹੈਗਾ ਨਾ ਉਹ ਵੈਬਸਾਈਟ ਜ਼ਿਆਦਾ ਵਰਤੀ ਆ ਤੇ ਉਹ ਤੋਂ ਮੈਨੂੰ ਫਿਰ ਸਾਰੀਆਂ ਮੇਰੀਆਂ ਅੱਖਾਂ ਖੁੱਲ ਗਈਆਂ ਚੜ੍ਹਦੇ ਪੰਜਾਬ ਬਾਰੇ, ਲਹਿੰਦੇ ਪੰਜਾਬ ਬਾਰੇ। ਤੇ ਮੈਂ ਜਦੋਂ ਸਾਰੀਆਂ ਚੀਜ਼ਾਂ ਦੇਖੀਆਂ ਮੈਂ ਉਦੋਂ ਬਾਅਦ ਸੋਚ ਲਓ ਉਹ ਉਮਰ ਤੋਂ ਮੈਂ ਇੰਡੀਅਨ ਆਪਣੇ ਆਪ ਨੂੰ ਇੰਡੀਅਨ ਸੱਦਣਾ ਹਟ ਗਿਆ, ਪੰਜਾਬੀ ਸੱਦਣਾ ਸ਼ੁਰੂ ਕਰਨ ਲੱਗਾ। ਹਾਊ ਨਾਈਸ। ਤੁਹਾਡਾ ਇੱਥੇ ਮੈਂ
ਤੁਸੀਂ ਦੇਖੋ ਜਿਹੜਾ ਮੈਂ ਸਮਝ ਪਾਈ ਹਾਂ ਤੇ ਜਿਹੜਾ ਮੈਂ ਆਪਣੇ ਨਾਜ਼ਰੀਨ ਦੇ ਨਾਲ ਵੀ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਜਿਹੜੀ ਇੱਕ ਗੱਲ ਕਹੀ ਨਾ, ਤੁਸੀਂ ਜ਼ਿੱਦੀ ਸਨ, ਤੁਸੀਂ ਜ਼ਿੱਦੀ ਨਹੀਂ, ਤੁਸੀਂ ਚੈਲੰਜ ਨੂੰ ਐਕਸੈਪਟ ਕੀਤਾ। ਯੂ ਆਰ ਅ ਚੈਲੰਜਿੰਗ ਐਕਸੈਪਟਿੰਗ ਗਾਇ, ਕਿ ਉਹਨੂੰ ਪਤਾ, ਉਹਦੇ ਆਪਣੇ ਬੇਸ਼ੱਕ ਮਿੱਤਰ ਨੇ ਕਿਹਾ ਵੀ ਤੂੰ ਕੀ, ਤੂੰ ਤੇ ਅੰਗਰੇਜ਼ੀ ਚ, ਐਂਡ ਦੈਨ ਯੂ ਥਾਟ ਕਿ ਮੈਂ ਤੇ ਪੰਜਾਬੀ ਹਾਂ, ਮੈਂ ਹੁਣ ਇੰਡੀਅਨ ਤੋਂ ਮੈਂ ਪੰਜਾਬੀ ਬਣੇ, ਔਰ ਤੁਸੀਂ ਉਸ ਵਕਤ ਬਣੇ ਜਦੋਂ ਤੁਹਾਡੇ 2 ਬੱਚੇ ਵੀ ਸਨ, ਵਿਆਹੇ ਦੇ ਸੀ। ਇੱਕ ਜਿਹੜਾ ਪਰਿਵਾਰ ਵਾਲਾ ਬੰਦਾ ਹੁੰਦਾ ਨਾ, ਉਹਦੇ ਤੇ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਨਾ, ਘਰ ਦੀਆਂ, ਜੌਬ ਦੀਆਂ। ਫਿਰ ਤੁਸੀਂ ਇਹ ਜਿਸ ਤਰ੍ਹਾਂ ਆਪਣਾ ਇੱਕ ਅਦਬੀ ਇਲਮੀ ਸਫ਼ਰ, ਪੰਜਾਬੀ ਸਫ਼ਰ ਜਿਹੜਾ ਸ਼ੁਰੂ ਕੀਤਾ, ਆਈ ਸਲੂਟ ਯੂ, ਕਿ ਤੁਸੀਂ ਦੇਖੋ ਤੁਹਾਡੇ ਅੰਦਰ ਇੱਕੋ ਖੋਜ ਸੀ ਆਪਣੇ ਆਪ ਨੂੰ ਜਾਣਨ ਦੀ। ਤੇ ਫਿਰ ਜਿਸ ਤਰ੍ਹਾਂ ਤੁਸੀਂ ਦੱਸਿਆ, ਇਹ ਤੇ ਬੜਾ ਹੀ ਮਜ਼ੇ ਦਾ ਸਫ਼ਰ ਹੈ ਤੁਹਾਡਾ। ਤੇ ਫਿਰ ਤੁਸੀਂ ਅੱਛਾ ਪੰਜਾਬੀ ਦੀ ਪਹਿਲੀ ਕਿਤਾਬ ਕਿਦੋਂ ਫਿਰ ਤੁਹਾਡੀ ਆਈ? ਇਹ 2007 ਦੀ ਗੱਲ ਆ। ਮੈਂ ਨੀਲਾ ਨੂਰ ਇੱਕ ਲਿਖੀ ਸੀਗੀ। ਹਾਂਜੀ, ਠੀਕ ਹੈ, ਠੀਕ ਹੈ। ਤੇ ਉਹ ਕਿਤਾਬ ਬਹੁਤ ਹੀ, ਮੈਂ ਕੋਈ ਮਸ਼ਹੂਰ ਬੰਦਾ ਇਦਾਂ, ਮੈਂ ਜਸਟ ਹੌਬੀ ਲਈ ਸੀਗਾ, ਸਮਝ ਲਓ। ਮੈਂ ਉਹ ਚ ਮੇਰਾ ਕਨਸੈਪਟ ਉਹ ਚ ਇਹ ਸੀਗਾ, ਮੈਂ ਦਿਖਾਉਣਾ ਚਾਹੁੰਦਾ ਸੀ ਇੱਕ ਬੱਚਾ ਜਿਹੜਾ ਇੱਥੇ ਮੇਰੇ ਅੱਗੇ ਜੰਮ ਪਾ ਲਿਆ, ਤੇ ਉਹਦੇ ਜਿਹੜੇ ਹਾਲਾਤ ਇਦਾਂ ਦੇ ਆ that ਉਹ ਸਰਕਮਸਟੈਂਸ ਉਹਨੂੰ ਭੇਜ ਦਿੰਦੇ ਆ ਵਾਪਸ ਪੰਜਾਬ ਚ। ਉਹ ਜਦੋਂ ਜਾਂਦਾ ਹੈਗਾ ਆਪਣੀ ਚੜ੍ਹਦੀ ਪੰਜਾਬ ਜਾਂਦਾ ਮਾਸੀ ਕੋਲੇ, ਕੋਈ ਹੋਰ ਰਿਸ਼ਤੇਦਾਰ ਹੈ ਹੀ ਨਹੀਂ ਉਹਦਾ, ਪਰ ਉੱਥੇ ਗਲਤ ਬੰਦਿਆਂ ਦੇ ਨਾਲ, ਟੋਲੇ ਦੇ ਨਾਲ ਸੰਬੰਧ ਹੁੰਦੇ ਉਹਦੇ, ਤੇ ਜਦੋਂ ਉਹਨਾਂ ਚ ਹੋ ਜਾਂਦਾ, ਉਹ ਹੈਗੇ ਆ ਜਿੱਦਾਂ ਚੋਰ। ਤੇ ਨੀਲਾ ਨੂਰ ਹੱਥੇ ਚੜ ਜਾਂਦਾ, ਠੀਕ ਹੈ ਨਾ? ਹਾਂ, ਜਿਹੜਾ ਨੀਲਾ ਨੂਰ ਆ ਨਾ, ਉਹ ਇੱਕ ਰਤਨ ਦਾ ਨਾਂ ਆ, ਤੇ ਉਹ ਜਿਹੜਾ ਉਹਦੇ ਨਾਲ ਬੰਦਾ, ਉਹ ਰਤਨ ਨੂੰ ਚੋਰੀ ਕਰਨਾ ਚਾਹੁੰਦਾ। ਰਤਨ ਹੈਗਾ ਪਾਕਿਸਤਾਨ ਚ, ਠੀਕ ਹੈ। ਫਿਰ ਇਹ ਕੀ ਕਰਦੇ ਆ, ਇਹ ਦੌੜਦੇ, ਕਿਉਂਕਿ ਇਹਨਾਂ ਨੇ ਥੋੜੇ ਜਿਹੇ ਗਲਤ ਕੰਮ ਕੀਤੇ, ਪੁਲਿਸ ਉਹਨਾਂ ਦੇ ਮਗਰ ਆ। ਫਿਰ ਇਹ ਦੌੜਦੇ ਹੈਗੇ ਆ ਵਾਘਾ ਬਾਰਡਰ ਦੇ ਰਾਹੀਂ ਚੜ੍ਹਦੇ ਪੰਜਾਬ ਨੂੰ ਤੋਂ ਲਹਿੰਦੇ ਪੰਜਾਬ ਤੱਕ। ਤੇ ਫਿਰ ਇਹ ਕਿਤਾਬ ਨੇ ਮੈਨੂੰ 3 ਚੀਜ਼ਾਂ ਦਾ ਮੌਕਾ ਦਿੱਤਾ ਆ। ਪਹਿਲੀ ਚੀਜ਼ ਦਾ ਮੌਕਾ ਦਿੱਤਾ ਸੀਗਾ ਕਿਸੇ ਨੇ ਐਕਸ਼ਨ ਕਹਾਣੀ ਲਿਖਣ। ਦੂਜਾ ਮੌਕਾ ਦਿੱਤਾ ਮੈਨੂੰ ਸੋਸ਼ਲ ਕਮੈਂਟਰੀ ਬਣਾਉਣ ਦਾ, ਜਿਹੜੇ ਦੋਨੋਂ ਪੰਜਾਬ ਆ ਇਹਨਾਂ ਦੇ ਕੰਟਰਾਸਟ ਤੇ ਕੰਪੇਅਰ ਕੀ ਆ, ਤੇ ਜ਼ਿਆਦਾ ਕੰਪੇਅਰ ਸੀਗੇ। ਤੇ ਇਹੀ ਮੈਂ ਦਿਖਾਇਆ, ਮੁੰਡੇ ਦੇ ਅੱਖਾਂ ਚੋਂ ਮੈਂ ਦਿਖਾਇਆ, ਜਦੋਂ ਪਹੁੰਚਦਾ ਪਾਕਿਸਤਾਨ ਚ ਹੈਰਾਨ ਹੋ ਜਾਂਦਾ, ਤੇ ਅੱਖਰ ਹਾਂ ਥੋੜੇ ਜਿਹੇ ਡਿਫਰੈਂਟ ਆ, ਸਾਰੇ ਪਾਸੇ ਮਸਜਿਦ ਹੈਗੇ ਆ, ਤੇ ਇਹ ਚੀਜ਼ਾਂ ਤੋਂ ਛੁੱਟ ਐਵਰੀਥਿੰਗ ਸੇਮ, ਬੋਲੀ ਸੇਮ ਆ, ਐਟੀਟਿਊਡ ਸੇਮ ਆ। ਸੋ ਇਹ ਚੀਜ਼ ਹੈ। ਤੇ ਤੀਜੀ ਚੀਜ਼ ਦਿਖਾਉਂਦਾ ਮੈਂ, ਫਿਰ ਇਹਨਾਂ ਨੂੰ ਉੱਥੋਂ ਹੀ ਦੌੜਨਾ ਪੈਂਦਾ ਆ, ਕਿਉਂਕਿ ਇਹਨਾਂ ਨੇ ਜੋ ਚੋਰੀ ਕੀਤਾ, ਇਹਨੇ ਪਾਪ ਹੀ ਕੀਤਾ। ਫਿਰ ਪੁਲਿਸ ਉੱਥੇ ਦੀ ਵੀ ਉਹਨਾਂ ਦੇ ਮਗਰ ਆ। ਉਹ ਫਿਰ ਕੀ ਕਰਦੇ, ਉਹ ਚਾਹੁੰਦੇ, ਫਿਰ ਜਿਹੜੀ ਇਮੀਗ੍ਰੇਸ਼ਨ ਹੈ, ਜਿਹੜੇ ਲੀਗਲੀ ਆਉਂਦੇ ਆ ਪੱਛਮ ਚ, ਉਹਨਾਂ ਬਾਰੇ ਮੈਨੂੰ ਮੌਕਾ ਮਿਲ ਗਿਆ ਗੱਲ ਕਰਨ। ਕੋਈ ਫਿਰ ਲੀਗਲੀ ਆ ਕੇ ਪਹੁੰਚਣ ਦੀ ਕੋਸ਼ਿਸ਼ ਕਰਦੇ ਬਲੈਤ ਨੂੰ, ਪਰ ਫਸ ਜਾਂਦੇ ਯੂਰਪ ਚ, ਤੇ ਜੋ ਇਹਨਾਂ ਨਾਲ ਬੀਤਦਾ ਆ। ਸੋ ਇਹ ਕਹਾਣੀ ਸੀਗੀ, ਆਹ ਆ ਕਿਤਾਬ। ਹਾਂ, ਇਹ ਇੰਗਲੈਂਡ ਚ ਛਾਪੀ ਗਈ, ਗੋਰੇ ਨੇ ਮੇਰੇ ਵਾਸਤੇ ਛਾਪੀ ਸੀਗੀ, ਪਰ ਮੈਨੂੰ ਉਦੋਂ ਬਹੁਤੀ ਪੰਜਾਬੀ ਚੰਗੀ ਤਰ੍ਹਾਂ ਆਉਂਦੀ ਨਹੀਂ ਸੀਗੀ, ਤੇ ਕਿਸੇ ਨੇ ਗਲਤੀਆਂ ਨਹੀਂ ਸੋਚਦੇ ਦੀਆਂ ਕੀਤੀਆਂ। ਅੱਛਾ। ਇਹ ਤੋਂ ਫਿਰ ਤੋਂ ਬਾਅਦ ਮੈਨੂੰ ਪਤਾ ਲੱਗਿਆ, ਜਿੱਥੇ ਗੋਰਿਆਂ ਦੀ ਸਿਸਟਮ ਹੈ ਨਾ, ਜਦੋਂ ਤੁਸੀਂ ਇਹਨਾਂ ਨੂੰ ਛਾਪਣ ਨਹੀਂ ਦਿੰਦੇ ਆ, ਇਹਨਾਂ ਕੋਈ ਐਡੀਟਰ ਹੁੰਦਾ, ਉਹਦਾ ਕੰਮ ਹੁੰਦਾ ਆ, ਉਹ ਬੰਦਾ ਹੁੰਦਾ, ਹੁਣ ਜਿਸ ਫਰਜ਼ ਕਰੋ ਪੰਜਾਬੀ ਦਾ ਐਡੀਟਰ ਦਾ ਕੰਮ ਹੁੰਦਾ ਆ ਸੋਧ ਕਰਨ, ਗਲਤੀਆਂ ਕੱਢਣ। ਆਪਣੇ ਲੋਕ ਏਦਾਂ ਕਰਦੇ ਨਹੀਂ ਹੈ ਕਿ ਉਹਨਾਂ ਨੂੰ ਤੁਹਾਨੂੰ ਪੈਸੇ ਦੇਣੇ ਪੈਂਦੇ ਕਿਤਾਬ ਨੂੰ ਛਪਾਉਣ, ਤੇ ਉਹ ਜਿੱਦਾਂ ਦੀ ਹੈਗੀ ਉਦਾਂ ਦੀ ਛਾਪ ਦਿੰਦੇ ਆ। ਫਿਰ ਮੈਨੂੰ ਉਦੋਂ ਹੌਲੀ ਹੌਲੀ ਸਿੱਖਣਾ ਪਿਆ, ਤੇ ਆਪਣੇ ਲੋਕਾਂ ਚ ਅਨਫੋਰਚੂਨੇਟਲੀ ਲੇਖਕ ਨੂੰ ਆਪ ਹੀ ਸਾਰਾ ਕੁਝ ਕਰਨਾ ਪੈਂਦਾ ਆ। ਬਿਲਕੁਲ ਸਹੀ ਕਹਿੰਦੇ ਪਏ ਹੋ। ਇੰਨੀ ਇੰਟਰਸਟਿੰਗ ਤੁਹਾਡੀ ਇਹ ਪੂਰੀ ਦੀ ਪੂਰੀ ਜਰਨੀ ਹੈ। ਅੱਛਾ, ਇਹਦੇ ਵਿੱਚ ਦੇਖੋ ਤੁਸੀਂ ਖਬਰਦੀਨ ਹਜ਼ਰਾ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨੀ ਹਾਂ ਕਿ ਜਿਸ ਤਰ੍ਹਾਂ ਸਾਨੂੰ ਰੂਪ ਢੱਲੂ ਦੱਸਦੇ ਪਏ ਨੇ ਕਿ ਇਹਨਾਂ ਨੇ ਕਿੱਥੋਂ ਸਿੱਖੀ ਪਹਿਲਾਂ ਪੰਜਾਬੀ, ਔਰ ਕਿੱਥੋਂ ਕਿਤਾਬਾਂ ਪੜ੍ਹੀਆਂ। ਉਹ ਵੀ ਸਾਡੇ ਇੱਕ ਬੜੇ ਅੱਛੇ ਦੋਸਤ ਨੇ ਆਪਣੇ ਸਫੀਰ ਰਾਮਾ ਜੀ, ਜਿਨ੍ਹਾਂ ਦਾ ਆਪਣਾ .org ਹੈਗਾ, ਜਿਹਦੇ ਉੱਤੇ ਪੰਜਾਬੀ ਦੀਆਂ ਕਿਤਾਬਾਂ ਹੀ ਕਿਤਾਬਾਂ ਨੇ। ਬਿਲਕੁਲ ਉਹ ਅਮਰੀਕਾ ਚ ਹੁੰਦੇ ਨੇ, ਔਰ ਉਹਨਾਂ ਨੇ ਇਹ ਵੈਬਸਾਈਟ ਬਣਾਈ ਹੈ। ਤੁਸੀਂ ਨਵੇਂ ਜਿੰਨੇ ਵੀ ਕੋਈ ਪੜ੍ਹਨਾ ਚਾਹੁੰਦੇ ਆ ਪੰਜਾਬੀ ਨੂੰ, ਉਹਨਾਂ ਆਪਣੇ ਰੂਪ ਵਗਰੇ ਹੀ ਸਫ਼ਰ ਦੇ ਉੱਤੇ ਅਗਰ ਹੈ ਨੇ, ਤੇ ਉਹ ਉੱਥੋਂ ਕਿਤਾਬਾਂ ਦੇ ਮਾਮਲੇ ਚ ਮਦਦ ਲੈ ਸਕਦੇ ਆ। ਤੇ ਅੱਛਾ ਜੀ ਰੂਪ ਜੀ, ਫਿਰ ਤੁਸੀਂ ਉਹ ਲਿਖੀ, ਤੇ ਫਿਰ ਤੁਹਾਡੀ ਕਿਸ ਤਰ੍ਹਾਂ ਫਿਰ ਤੁਸੀਂ ਅੱਗੇ ਚੱਲੇ? ਮਤਲਬ ਤੁਸੀਂ ਦੇਖੋ ਨਾ ਆਪਣਾ ਜਰਨੀ, ਹੁਣ ਇੱਥੋਂ ਅਸੀਂ ਹੋਰ ਅੱਗੇ ਚੱਲੀਏ, ਤੇ ਫਿਰ ਕਿਸ ਤਰ੍ਹਾਂ ਤੁਸੀਂ ਅਗਲੀ ਕਿਤਾਬ ਕਿਵੇਂ ਲਿਖੀ? ਫਿਰ ਏਦਾਂ ਹੋਇਆ, ਇਹ ਜਿਹੜੇ ਕਿਤਾਬਾਂ ਲੋਕਾਂ ਨੇ ਦੇਖੀਆਂ,
ਉਹਨਾਂ ਨੇ ਟਾਨੇ ਮਾਰੇ ਆ ਤੇ ਤੈਨੂੰ ਫੋਰਮਲੀ ਤੂੰ ਪੰਜਾਬੀ ਪੜ੍ਹ ਜਾ ਕੇ ਸਕੂਲ, ਪੰਜਾਬੀ ਸਕੂਲ ਜਾ, ਨਹੀਂ ਤਾਂ ਇਹ ਚੀਜ਼ ਨੂੰ ਕੱਢ ਦੇ। ਅੱਛਾ, ਤਾਨੇ ਵੀ ਸੁਣੇ, ਤਾਨੇ ਵੀ ਹਾਂ ਸੁਣੇ। ਹਾਂ, ਬਹੁਤ, ਕਿਉਂਕਿ ਤੇਰੇ ਗਲਤੀਆਂ ਸੀਗੀਆਂ, ਸਪੈਲਿੰਗ ਮਿਸਟੇਕ ਜਾਂ ਵਾਕ ਬਣਤਰ ਦੇ, ਕਿਉਂਕਿ ਇੱਥੇ ਦੇ ਹਿਸਾਬ ਨਾਲ ਮੈਂ ਲਿਖਦਾ ਆ। ਤੇ ਪਰ ਮੈਂ ਜਿਹੜਾ ਕਿ ਮੈਂ ਜਿੱਦੀ ਬੰਦਾ ਆ, ਮੈਂ ਸਮਾਂ ਹਟਣ ਦੇ ਥਾਂ ਤੇ ਮੈਂ ਆਪਣੇ ਆਪ ਨੂੰ ਇੰਟਰਨੈਟ, ਹੁਣ ਜਿਹੜੇ ਲੋਕ ਹੈਗੇ ਆ ਬੈਠੇ ਜਿਨ੍ਹਾਂ ਨੂੰ ਮੇਰੇ ਕੋਲ ਪੰਜਾਬੀ ਬੋਲਣੀ ਆਉਂਦੀ ਤੇ ਅੱਜ ਤੱਕ ਕੀਤੀ ਨਹੀਂ ਹੈਗੀ, ਮੈਂ ਜਸਟ ਐਮਫਸਾਈਜ਼ ਕਰਨਾ ਚਾਹੁੰਦਾ ਜੋ ਤੁਸੀਂ ਕਹਿ ਕੇ ਹਟੇ ਆ, ਇੰਟਰਨੈਟ ਤੇ ਬਹੁਤ ਮਟੀਰੀਅਲ ਹੈਗਾ ਜਿਹਦੇ ਪੰਜਾਬੀ ਇਹ ਉਮਰ ਚ ਵੀ ਹੁਣ ਵੀ ਸਿੱਖਣੀ ਹੈਗੀ, ਲਿਖਣੀ ਪੜ੍ਹਨੀ ਸਿੱਖ ਸਕਦੇ ਆ। ਸਭ ਕੁਝ ਉੱਥੇ ਹੈਗਾ ਸਾਡੇ ਵਾਸਤੇ ਜਿਹਨੇ ਵੀ ਸਿੱਖਣੀ ਆ। ਤੇ ਐਨੀਵੇ ਮੈਂ ਫਿਰ ਆਪਣੇ ਆਪ ਨੂੰ ਹੋਰ ਸਿਖਾਇਆ। ਫਿਰ ਜਦੋਂ ਮੈਂ ਥੋੜੀ ਜਿਹੀ ਹੋਰ, ਫਿਰ ਮੈਂ ਕਿਤਾਬਾਂ ਸ਼ੁਰੂ ਕੀਤੀਆਂ ਪੜ੍ਹਨ, ਕਿਉਂਕਿ ਫਿਰ ਮੈਂ ਥੋੜਾ ਜਿਹਾ ਸੀਰੀਅਸ ਬਣ ਗਿਆ। ਮੈਂ ਫਿਰ ਫੈਸਲਾ ਹੀ ਬਣਾਤਾ, ਪੈਸੇ ਮੈਂ ਖੂਹ ਸਿੱਟ, ਮੈਂ ਮਸ਼ਹੂਰੀ ਚ ਖੂਹ ਸਿੱਟ, ਮੈਂ ਇੱਕ ਹੌਬੀ ਬਣਾ ਲਈ ਆਪਣੀ। ਦਿਨੇ ਦਿਨੇ ਕੰਮ ਕਰਦਾ ਸੀਗਾ ਉਹ ਜ਼ਮਾਨੇ ਚ, ਬੱਚਿਆਂ ਦੀ ਲੁੱਕ ਆਫਟਰ ਕਰਦਾ ਸੀ, ਜਦੋਂ ਵਾਈਫ ਦੀ ਥੋੜੀ ਮਦਦ ਕਰਦਾ ਸੀਗਾ ਜਿੰਨਾ ਕਰ ਸਕਦਾ। ਜਦੋਂ ਸਾਰੇ ਸੌਂ ਜਾਂਦੇ ਸੀਗੇ ਰਾਤ ਨੂੰ, ਮੈਂ ਉਦੋਂ ਕਲਮ ਚੱਕ ਕੇ ਸ਼ੁਰੂ ਲਿਖਦਾ ਸੀ 2 ਵਜੇ ਰਾਤ ਤੱਕ, ਫਿਰ ਜਾ ਕੇ ਸੌਂ ਕੇ ਫਿਰ ਏਦਾਂ ਕਰਦਾ ਸੀ ਰੋਜ਼। ਤੇ ਮੈਂ ਫਿਰ ਦੇਖਿਆ, ਮੈਂ ਉਦੋਂ ਨਾਨਕ ਸਿੰਘ ਪੜ੍ਹਿਆ, ਮੈਂ ਉਦੋਂ ਵਾਰਿਸ ਸ਼ਾਹ ਪੜ੍ਹਿਆ, ਮੈਂ ਉਦੋਂ ਅਮ੍ਰਿਤਾ ਪ੍ਰੀਤਮ ਪੜ੍ਹੀ, ਤੇ ਸੀਤਨ ਸੋ, ਕਹਿਣਾ ਮਤਲਬ ਕਈ ਲੋਕਾਂ ਨੂੰ ਪੜ੍ਹਿਆ ਜੇ ਉਦੋਂ। ਏਦਾਂ ਫਿਰ ਮੈਨੂੰ ਥੋੜਾ ਜਿਹਾ ਅੰਦਾਜ਼ਾ ਮਿਲ ਗਿਆ ਕਿਵੇਂ ਲਿਖੀ ਦਾ। ਪਰ ਝੂਠ ਨਹੀਂ ਬੋਲਣਾ, ਮੇਰੇ ਤਾਂ ਅੰਗਰੇਜ਼ੀ ਦਾ ਅਸਰ ਹੈਗਾ ਹੀ ਹੈਗਾ ਆ, ਕਿਉਂਕਿ ਮੈਂ ਇੱਥੇ ਰਹਿੰਦਾ ਕਰਕੇ। ਫਿਰ ਜਦੋਂ ਮੈਂ ਦੇਖਿਆ ਕਿੱਦਾਂ ਦੀਆਂ ਕਹਾਣੀਆਂ ਲਿਖਦੀਆਂ ਜ਼ਿਆਦਾ ਪਿੰਡ ਦੀਆਂ ਸੰਬੰਧ ਵਾਲੀਆਂ ਆ, ਜਦੋਂ ਮੈਂ ਇੱਥੇ ਹੋਰ ਜਿਹੜੇ ਬੱਚੇ ਅਨਲਾਈਕ ਮੀ ਜਿਨ੍ਹਾਂ ਨੇ ਐਕਚੁਅਲੀ ਪੰਜਾਬੀ ਸਕੂਲ ਜਾ ਕੇ ਪੜ੍ਹਿਆ ਆ, ਉਹਨਾਂ ਨਾਲ ਗੱਲ ਕੀਤੀ ਹੈ, ਮੈਨੂੰ ਇਹ ਪਤਾ ਲੱਗਿਆ ਉਹ ਕੀ ਹੁੰਦਾ ਆ। ਉਹ ਪੰਜਾਬੀ ਪੜ੍ਹ ਲੈਂਦੇ ਆ, ਆਪਣੀ GCSE ਦਾ ਉਹਨਾਂ ਨੂੰ ਮਿਲ ਜਾਂਦਾ ਮੈਰਿਟ, ਉਸ ਤੋਂ ਬਾਅਦ ਛੱਡ ਦਿੰਦੇ ਆ। ਠੀਕ ਹੈ। ਮੈਂ ਫਿਰ ਕਿਹਾ ਤੁਸੀਂ ਕੀਤੀ ਕਿਉਂ? ਨਹੀਂ ਤਾਂ ਮਾਂ ਪਿਓ ਨੇ ਕਰਾਈ ਕਰਕੇ ਕੀਤੀ ਆ, ਨਹੀਂ ਤਾਂ ਐਕਸਟਰਾ O ਲੈਵਲ ਕਰਕੇ ਕੀਤੀ ਆ, ਪਰ ਦਿਲਚਸਪੀ ਤੋਂ ਬਾਅਦ ਹੁੰਦੀ ਨਹੀਂ ਹੈਗੀ। ਇੱਕ ਦੋ ਨੇ ਮੈਨੂੰ ਕਹਿੰਦੇ ਜਿਹੜੀ ਕਿਤਾਬਾਂ ਅਸੀਂ ਪੜ੍ਹਦੇ ਆ ਉਹ ਸਾਡਾ ਕੋਈ ਦਿਲਚਸਪੀ ਨਹੀਂ ਹੈਗੀ, ਸਾਨੂੰ ਕੀ ਪਿੰਡ ਦੀਆਂ ਗੱਲਾਂ, ਅਸੀਂ ਤਾਂ ਪਿੰਡ ਚ ਰਹਿੰਦੇ ਨਹੀਂ, ਸ਼ਹਿਰ ਚ ਰਹਿੰਦੇ, ਉਹ ਵੀ ਬਲੈਸ ਚ। ਸੋ ਮੈਂ ਸੋਚਣ ਲੱਗ ਗਿਆ ਇਹਨਾਂ ਨੂੰ ਵਿਸ਼ਾ ਹੋਰ ਚਾਹੀਦਾ ਆ, ਨਾ ਕਿ ਜਿਹੜਾ ਹੈਗਾ ਵਿੱਚ। ਸੋ ਮੇਰਾ ਅਗਲਾ ਸਟੈਪ ਸੀ ਕੋਈ ਡਿਫਰੈਂਟ ਚੀਜ਼ ਲਿਖਣ, ਜੇ ਥੋੜੇ ਜਿਹੇ ਪੰਜਾਬ ਦੇ ਸੋਸ਼ਲ ਇਸ਼ੂਜ਼ ਬਾਰੇ ਵੀ ਮੈਂ ਡੀਲ ਕਰ ਸਕਦਾ, ਪਰ ਇਹਨਾਂ ਦੇ ਹਿਸਾਬ ਨਾਲ। ਤੇ ਜਿਹੜੇ ਮੇਰੇ ਸਪੋਜ਼ ਅੰਗਰੇਜ਼ੀ ਕਿਤਾਬਾਂ ਦਾ ਤੇ ਰੂਸੀ ਕਿਤਾਬਾਂ, ਫਰਾਂਸੀਸੀ, ਸਪੈਨਿਸ਼, ਸਾਰੇ ਰਾਈਟਰਾਂ ਦਾ ਇਨਫਲੂਐਂਸ ਹੋਇਆ, ਉਹ ਸ਼ੁਰੂ ਹੋ ਗਿਆ। ਫਿਰ ਮੈਂ ਸ਼ਾਰਟ ਸਟੋਰੀਜ਼ ਤੇ ਪੋਇਮਸ ਲਿਖੀਆਂ ਆ, ਆਹ ਭਰਿੰਡਰਾਂ 2011 ਚ, ਇਹ ਉਦੋਂ ਲਿਖੀ ਗਈ ਸੀਗੀ। ਤੇ ਮੈਂ ਗਰੁੱਪ ਸ਼ੁਰੂ ਕੀਤਾ ਸੀ ਬਾਗੀ ਬੱਤੀ ਮੇਰੇ ਫਰੈਂਡਾਂ ਦੇ ਨਾਲ, ਜਿਹੜੇ 2-3 ਪੰਜਾਬੀ ਜਾਣਦੇ ਸੀ, ਜਿਸ ਅਸੀਂ ਜਾਣ ਬੁੱਝ ਕੇ ਡਿਫਰੈਂਟ ਤਰ੍ਹਾਂ ਦੀ ਪੰਜਾਬੀ। ਇਹ ਹੁਣ ਇਹ ਟਾਈਟਲ ਦਾ ਭਰਿੰਡ ਆ, ਇਹ ਸਾਇੰਸ ਫਿਕਸ਼ਨ ਵੀ ਹੈਗਾ ਆ, ਫੈਂਟਸੀ ਵੀ ਹੈਗਾ, ਰਿਐਲਿਟੀ ਵੀ ਹੈਗਾ, ਕੋਈ ਚੀਜ਼ਾਂ ਕਹਾਣੀਆਂ ਆ, ਕੋਈ ਚੀਜ਼ਾਂ ਨਜ਼ਮ ਆ, ਕਵਿਤਾ ਆ, ਸੋਈ ਜਿੱਦਾਂ ਹੁਣ ਪਾਸੇ ਕਵਿਤਾ ਤੁਹਾਨੂੰ ਦੱਸਦੀ ਆ ਨੋਵਲ। ਮੈਂ ਫਿਰ ਡਿਫਰੈਂਟ ਵਿਸ਼ੇ ਦੇ ਇਹਨੂੰ ਸ਼ੋਣ ਲੱਗ ਗਿਆ, ਤੇ ਮੈਂ ਦੇਖਿਆ ਜਿਹੜੇ 30 ਸਾਲ ਤੋਂ ਘੱਟ ਉਮਰ ਦੇ ਲੋਕ ਸੀਗੇ ਇੰਟਰਨੈਟ ਤੇ, ਇਹ ਸਭ ਇੰਟਰਨੈਟ ਤੇ ਪਹਿਲਾਂ ਜਾਂਦਾ ਹੁੰਦਾ ਸੀਗਾ, ਕਿਤਾਬ ਦਾ ਰੂਪ ਬਾਅਦ ਆਇਆ। ਜਿਹੜੇ 30 ਸਾਲ ਤੋਂ ਯੰਗ ਸੀਗੇ ਬੱਚੇ ਪੰਜਾਬ ਤੋਂ, ਉਹਨਾਂ ਨੇ ਪਸੰਦ ਕੀਤਾ, ਕਿਉਂਕਿ ਡਿਫਰੈਂਟ ਚੀਜ਼ ਸੀਗੀ। ਜਿਹੜੇ ਇੱਥੇ ਬਲੈਕ ਦੇ ਵੀ ਸੀਗੇ, ਜਿਨ੍ਹਾਂ ਨੂੰ ਥੋੜਾ ਨੂੰ ਪੜ੍ਹਨੀ ਨਹੀਂ ਆਉਂਦੀ ਸੀ, ਉਹਨਾਂ ਨੇ ਵੀ ਸੋਚਿਆ ਡਿਫਰੈਂਟ ਆ। ਜਿਹੜੇ ਬਜ਼ੁਰਗ ਆ, ਜਿਹੜੇ ਲਖੀਰ ਦੇ ਫਕੀਰ ਮੇਰੇ ਅੱਖ ਚ ਆ, ਉਹਨਾਂ ਨੇ ਉਹਦੇ ਟੋਕਾ ਟੋਕੀ ਕਰੀ, ਉਹਨਾਂ ਨੇ ਇਹ ਨਹੀਂ ਦੇਖਿਆ ਕੰਟੈਂਟ ਕੀ ਸੀਗੀ, ਉਹ ਜ਼ਿਆਦਾ ਸੀ ਤੇਰਾ ਵਾਕ ਬਣਤਰ ਚ ਆਹ ਨੁਕਸ ਆ, ਇਹ ਨੁਕਸ ਆ। ਪਹਿਲਾਂ ਮੈਂ ਖਿੱਚੀ ਗਿਆ, ਜਾਂ ਮੈਂ ਥੋੜਾ ਸੋਚਿਆ ਸ਼ਾਇਦ ਮੈਨੂੰ ਛੱਡਣੀ ਚਾਹੀਦੀ ਹੈ, ਰਹਿਣ ਦੇ। ਪਰ ਫਿਰ ਮੈਂ ਇੱਕ ਬੰਦੇ, ਹੁਣ ਉਹਦਾ ਨਾਂ ਨਹੀਂ ਮੈਨੂੰ ਯਾਦ ਹੈਗਾ, ਇੱਕ ਬੰਦੇ ਨੇ ਬਰਮਿੰਘਮ ਯੂਨੀਵਰਸਿਟੀ ਬੰਦੇ ਨੇ ਇੱਕ ਜਿਹਦਾ ਸਟੱਡੀ ਕੀਤੀ ਆ ਬਰਮਿੰਘਮ ਚ, ਉਹਨਾਂ ਨੇ ਉਹ ਬੱਚੇ ਜਿਹੜੇ ਇੱਥੇ ਪਾਲੇ ਸਨ, ਜਿਨ੍ਹਾਂ ਨੂੰ ਮਾਂ ਪਿਓ ਨਾਲ ਪੰਜਾਬੀ ਬੋਲਣੀ ਆਉਂਦੀ ਹੈਗੀ ਆ, ਉਹਨਾਂ ਦੀ ਕੀਤੀ। ਤੇ ਉਹਨੇ ਫਾਈਂਡ ਕੀਤਾ ਤਾਂ ਜਿਹੜੇ ਅਸੀਂ ਨੈਚੁਰਲੀ ਨਾ, ਜਦੋਂ ਮਾਂ ਪਿਓ ਨਾਲ ਵੀ ਅਸੀਂ ਜੋ ਪੰਜਾਬੀ ਬੋਲਦੇ ਆ ਨਾ, ਭਾਵੇਂ ਲਫ਼ਜ਼ ਮੂੰਹ ਚੋਂ ਪੰਜਾਬੀ ਨਿਕਲ ਰਹੇ ਆ, ਸਮਵੇਅਰ ਦਿਮਾਗ ਜ਼ਹਿਨ ਦੇ ਵਿੱਚ ਟ੍ਰਾਂਸਲੇਸ਼ਨ ਹੋ ਰਿਹਾ ਅੰਗਰੇਜ਼ੀ ਤੋਂ, ਭਾਵੇਂ ਇੱਕ ਪਲ ਲਈ ਵੀ ਆ। ਉਹ ਕਹਿੰਦਾ ਜਦੋਂ ਤੁਸੀਂ ਸਾਡਾ ਵਾਕ ਬਣਤਰ ਇੱਥੇ ਦਾ ਦੇਖਦੇ ਆ, ਅਸੀਂ ਆਟੋਮੈਟਿਕਲੀ ਅੰਗਰੇਜ਼ੀ ਦੇ ਹਿਸਾਬ ਨਾਲ ਵਾਕ ਬਣਤਰ ਸਾਡਾ ਆ। ਠੀਕ ਹੈ।
ਜੇ ਸੁਣਨ ਵਾਲੇ ਦੇ ਸਮਝ ਆ ਜਾਂਦੀ ਆ, ਪਰ ਟੈਕਨੀਕਲੀ ਪੰਜਾਬੀ ਦੇ ਰੂਲਸ ਨਹੀਂ ਹੈਗੇ। ਤੇ ਫਿਰ ਮੈਂ ਸੋਚਿਆ ਇਹ ਤਾਂ ਕਮਜ਼ੋਰੀ ਆ, ਮੈਂ ਛੱਡ ਦੇਣਾ। ਠੀਕ ਹੈ। ਪਰ ਮੈਂ ਇੱਕ ਹੋਰ ਆਰਟੀਕਲ ਪੜ੍ਹਿਆ ਜਿਸ ਦੇਖਿਆ ਸੀਗਾ ਜਿਹੜੇ ਲੈਟਿਨ ਅਮਰੀਕਾ ਦੀ ਸਪੈਨਿਸ਼ ਆ, ਹੁਣ ਇਹ ਮਿਸਾਲ ਆ, ਲੈਟਿਨ ਅਮਰੀਕਾ ਦੀ ਸਪੈਨਿਸ਼ ਆ ਤੇ ਕੈਨੇਡਾ ਦੀ ਜਿਹੜੀ ਫ੍ਰੈਂਚ ਆ, ਕੰਪਲੀਟਲੀ ਅਲੱਗ ਹੈਗੀ ਆ ਫਰਾਂਸ ਤੇ ਸਪੇਨ ਦੀ। ਮੈਂ ਉਹ ਅਲੱਗ ਦੀ ਨਹੀਂ ਗੱਲ ਕਰਦਾ ਜਿੱਦਾਂ ਚੜ੍ਹਦੇ ਲਹਿੰਦੇ ਪੰਜਾਬ ਦੀ, ਉਹ ਤਾਂ ਸਿਰਫ ਸ਼ਬਦ ਦੀ ਗੱਲ ਆ। ਪਰ ਮੈਂ ਟੋਟਲੀ ਕੁਛ ਜਦੋਂ ਜਿਹੜੇ ਲੈਟਿਨ ਅਮਰੀਕਾ ਗਏ ਆ, ਉਹਨਾਂ ਨੇ ਆਪਣੇ ਹਿਸਾਬ ਨਾਲ ਵਰਤੀ ਆ ਤੇ ਥੋੜੀ ਜਿਹੀ ਬਦਲ ਗਈ। ਇਟ ਡਜ਼ਨਟ ਮੀਨ ਜਿਹੜਾ ਬੰਦਾ ਸਪੇਨ ਚ ਉਹਨੂੰ ਸਮਝ ਨਹੀਂ ਆਉਂਦੀ, ਪਰ ਥੋੜੀ ਜਿਹੀ ਡਿਫਰੈਂਟ ਆ। ਹਾਂ, ਜਦੋਂ ਮੈਂ ਇਹ ਗੱਲਾਂ ਸੋਚਣ ਲੱਗ ਗਿਆ, ਫਿਰ ਮੈਂ ਕਿਹਾ ਨਹੀਂ ਰਹਿਣ ਦੇ, ਮੈਂ ਆਪਣੇ ਅਪਸੈਟ ਹੋਣੇ ਥਾਂ ਤੇ ਇਹ ਸਾਡੀ ਉਪਬੋਲੀ ਆ, ਕਿਉਂਕਿ ਬਲੈਚ ਅੰਗਰੇਜ਼ੀ ਦਾ ਇਨਫਲੂਐਂਸ ਹੈ, ਉਪਬੋਲੀ ਆ। ਜਦੋਂ ਤੁਹਾਡੇ ਕੋਲ ਲਾਹੌਰ ਦੀ ਉਪਬੋਲੀ ਹੋ ਸਕਦੀ ਆ, ਲੁਧਿਆਣੇ ਦੀ ਉਪਬੋਲੀ ਹੋ ਸਕਦੀ ਆ, ਬਲੈਚ ਦੀ ਕਿਉਂ ਨਹੀਂ ਹੋ ਸਕਦੀ? ਫਿਰ ਮੈਂ ਹੋਰ ਲਿਖਣ ਲੱਗਿਆ ਕਿਤਾਬ, ਫਿਰ ਮੈਂ ਉਦੋਂ ਬਾਅਦ ਫਿਰ ਨਹੀਂ ਮੈਂ ਪਿੱਛੇ ਛੱਡਿਆ। ਮੈਨੂੰ ਇੱਕ ਦੋ ਮਿੱਤਰ ਮਿਲ ਪਏ ਜਿਹੜੇ ਤਿਆਰ ਸੀਗੇ ਥੋੜੇ ਜਿਹੇ ਸੋਧ ਕਰਨ, ਉਹਨਾਂ ਦੀ ਮਦਦ ਦੇ ਨਾਲ ਮੈਂ ਛਾਪੀ ਗਿਆ। ਹੁਣ ਅੱਜ 20 ਸਾਲ ਬਾਅਦ ਲੋਕ ਐਕਚੁਅਲੀ ਹੁਣ ਥੋੜੇ ਜਿਹੇ ਮੈਨੂੰ ਸੀਰੀਅਸਲੀ ਟੇਕ ਕਰਨ ਲੱਗ ਗਏ। ਨਹੀਂ, ਤੁਹਾਨੂੰ ਪਤਾ, ਮੈਂ ਤੁਹਾਨੂੰ ਦੱਸਾਂ, ਤੁਹਾਡਾ ਇਹੀ ਜਰਨੀ ਜਿਹੜਾ ਹੈ ਨਾ, ਦੇਖੋ ਕਿ ਵਲੈਤ ਦੇ ਉੱਤੇ, ਵਲੈਤ ਚ ਰਹਿਣ ਵਾਲਾ ਇੱਕ ਪੰਜਾਬੀ ਮੁੰਡਾ, ਉਹਦੇ ਉੱਤੇ ਅਸਰ ਤੇ ਅੰਗਰੇਜ਼ੀ ਦਾ ਹੋਣਾ, ਇਹ ਕੋਈ ਐਡੀ ਗੱਲ ਨਹੀਂ ਹੈ। ਤੁਸੀਂ ਜਿਹੜੇ ਏਰੀਆ ਤੇ ਰਹਿੰਦੇ ਹੋ, ਜਿਸ ਤਰ੍ਹਾਂ ਤੁਸੀਂ ਆਪੇ ਕਹਿ ਲਓ ਲੁਧਿਆਣੇ ਦੀ ਹੋਰ ਹੈ, ਆਪਣੀ ਥੋੜਾ ਜੀ ਹੁਸ਼ਿਆਰਪੁਰ ਦੀ ਕੁਝ ਹੋਰ ਹੈ, ਜਲੰਧਰ ਦੀ ਤੁਸੀਂ ਹੋਰ ਹੈ, ਲਾਹੌਰ ਦੀ ਹੋਰ ਹੈ। ਲਾਹੌਰ ਤੋਂ ਤੁਸੀਂ ਪਿੰਡੀ ਵਾਲੇ ਪਾਸੇ ਨਿਕਲ ਜਾਓ ਨਾ, ਤੇ ਪਿੰਡੀ ਦੀ ਪੰਜਾਬੀ ਕੁਝ ਹੋਰ ਤਰ੍ਹਾਂ, ਜੇਲਮ ਵੱਲ ਚਲ ਜਾਓ, ਜੇਲਮ ਦੀ ਕੁਝ ਹੋਰ ਹੈ। ਅਸਲ ਜਿਹੜੀ ਗੱਲ ਹੈ ਕਿ ਤੁਸੀਂ ਕੀ ਕੰਟੈਂਟ ਕੀ ਲਿਖਿਆ, ਉਹਦੇ ਚ ਤੁਸੀਂ ਕਿਹੜੀ ਦੇਖੋ, ਤੁਸੀਂ ਸੋਸ਼ਲ ਇਸ਼ੂ ਨੂੰ ਵੀ ਕਰ ਲਿਆ, ਤੁਸੀਂ ਪੰਜਾਬੀ ਲਿਪੀ ਦੇ ਇਸ਼ੂ ਨੂੰ ਵੀ ਕਰ ਲਿਆ। ਮੈਨੂੰ ਬਹੁਤ ਵਧੀਆ ਤੁਹਾਡੀ ਇਹ ਗੱਲ ਲੱਗੀ, ਜੇ ਤੁਸੀਂ ਮੇਰੇ ਨਾਲ ਡਿਸਕਸ਼ਨ ਐਪ ਸ਼ੋਅ ਤੋਂ ਪਹਿਲੇ ਅਸੀਂ ਜਦੋਂ ਡਿਸਕਸ ਕਰ ਰਹੇ ਸਾਂ, ਤੇ ਤੁਸੀਂ ਕਿਹਾ ਮੈਨੂੰ ਨਹੀਂ ਚੰਗਾ ਲੱਗਦਾ ਕਿ ਸ਼ਾਹਮੁਖੀ ਤੇ ਗੁਰਮੁਖੀ ਕਹੋ, ਕਿਉਂਕਿ ਇਹ ਡਿਵੀਜ਼ਨ ਵਾਲੀ ਗੱਲ ਹੈ। ਮੈਂ ਪੰਜਾਬੀ ਲਿਪੀ ਦੀ ਗੱਲ ਕਰਨਾ। ਮੈਨੂੰ ਬਹੁਤ ਅੱਛੀ ਤੁਹਾਡੀ ਇਹ ਗੱਲ ਲੱਗੀ, ਕਿਉਂਕਿ ਅਸਲ ਤੇ ਇਹ ਆਪਣੀ ਸਾਡੀ ਪੰਜਾਬ ਤੇ ਪੰਜਾਬੀ ਜਿਹੜੀ ਹੈ ਸਾਡੀ ਸਾਂਝ, ਇਹ ਮਿਲਾਨ ਵਾਲੀ ਗੱਲ ਹੈ ਨਾ। ਤੇ ਉਹਦੇ ਵਿੱਚ ਕੋਈ ਵੀ ਐਸੀ ਚੀਜ਼ ਜਿਹੜੀ ਆ, ਉਹਦੇ ਵਿੱਚ ਵੀ ਥੋੜਾ ਬੰਦੇ ਨੂੰ ਦੇਖ ਕੇ, ਤੇ ਹੁਣ ਤੁਹਾਡੀ ਆ ਇੱਕ ਜਿਹੜੀ ਨਵੀਂ ਸੋਚ ਹੈ ਨਾ, ਨਵੀਂ ਔਰ ਨਵੇਕਲਾ ਅੰਦਾਜ਼, ਨਵੀਂ ਸੋਚ ਜਿਹੜੀ ਹੈ, ਉਹ ਬਹੁਤ ਵਧੀਆ ਹੈ। ਤੇ ਤੁਹਾਨੂੰ ਲੋਕ ਬੜੇ ਪਸੰਦ ਕਰਦੇ ਆ ਜੀ। ਤੁਹਾਨੂੰ ਪਤਾ, ਤੁਹਾਡੀ 2-4 ਸਿਫਾਰਿਸ਼ਾਂ ਆਈਆਂ ਨੇ ਕਿ ਤੁਸੀਂ ਉਹ ਮੁੰਡਾ ਕੰਮ ਬੜਾ ਵਧੀਆ ਕਰਦਾ ਪਿਆ, ਤੇ ਸ਼ਗੁਫਤਾ ਜੀ ਜ਼ਰਾ ਉਹਦੇ ਨਾਲ ਗੱਲਬਾਤ ਕਰਕੇ ਪਹਿਲੇ ਵੇਖੋ, ਤੇ ਬਹੁਤ ਵਧੀਆ। ਤੇ ਜਿਹੜਾ ਤੁਸੀਂ ਹੁਣ ਤੁਹਾਡੀਆਂ ਜਿਹੜੀਆਂ ਕਿਤਾਬਾਂ ਜਿਹੜੀਆਂ ਨੇ, ਇੱਕ ਹੋਰ ਗੱਲ, ਇਹ ਨਵੀਂ ਪੀੜ੍ਹੀ ਤੁਹਾਨੂੰ ਵੇਖਦੀ ਪਈ ਹੈ ਕਿ ਤੁਹਾਨੂੰ ਤੇ 2-4 ਮਿੱਤਰ ਮਿਲ ਗਏ, ਤੇ ਇਹ ਤੁਸੀਂ 30 ਸਾਲ ਦੀ ਉਮਰ ਦੇ ਵਿੱਚ ਬਕਾਇਦਾ ਕਿਤਾਬਾਂ ਇੱਕ ਲੇਖਕ ਦੇ ਤੌਰ ਤੇ ਉਭਰੇ। ਤੁਸੀਂ ਸਮਝਦੇ ਹੋ ਅਗਰ ਕੋਈ 40 ਸਾਲ ਦੀ ਉਮਰ ਚ, 30 ਸਾਲ ਦੀ ਉਮਰ ਚ, 45 ਸਾਲ ਦੀ ਉਮਰ ਚ ਅਗਰ ਕੋਈ ਹੁਣ ਵੀ ਸਿੱਖਣਾ ਚਾਹਵੇ ਤੇ ਉਹ ਸਿੱਖ ਸਕਦਾ ਹੈ? ਜ਼ਰੂਰ। ਹੁਣ ਤੁਹਾਨੂੰ ਪਤਾ ਅਗਲੇ ਸਾਲ ਸੈਂਸਸ ਇੱਥੇ ਆਉਣਾ ਹੈਗਾ, ਜੇ ਸਾਨੂੰ ਮੌਕਾ ਮਿਲਣਾ ਹੈਗਾ ਪੰਜਾਬੀ ਲਿਖਣ, ਅਸੀਂ ਘਰ ਬੋਲਦੇ ਹਾਂ। ਮੈਂ ਵੱਧ ਤੋਂ ਵੱਧ ਜਿੰਨਾ ਕਰ ਸਕਦਾ ਕੋਸ਼ਿਸ਼ ਇੱਥੇ ਪੰਜਾਬੀ ਬੋਲਣ ਦੀ ਬੱਚਿਆਂ ਨਾਲ ਕਰਦਾ ਹਾਂ। ਝੂਠ ਨਹੀਂ ਬੋਲਣਾ, ਨੈਚੁਰਲੀ ਅੰਗਰੇਜ਼ੀ ਬੋਲਦੇ ਆ, ਪਰ ਉਹਨਾਂ ਨੂੰ ਪੰਜਾਬੀ ਸਮਝ ਆ। ਮੇਰਾ ਛੋਟਾ ਲੜਕਾ ਜਦੋਂ ਭਾਰ ਭੂਰ ਚੱਕਦਾ ਹੈ, ਉਹਦੇ ਪੰਜਾਬੀ ਗੀਤ ਹੀ ਲਾਏ ਹੁੰਦੇ ਆ, ਉਹਨੂੰ ਸਮਝ ਹੌਲੀ ਸਮਝ ਲੱਗੀ। ਵੱਡਾ ਏਦਾਂ ਤਾਂ ਕਰਦਾ ਨਹੀਂ ਬਹੁਤਾ, ਪਰ ਉਹਨੂੰ ਬੋਲਣੀ ਆਉਂਦੀ ਆ, ਉਹ ਵਾਪਸ ਰਿਸ਼ਤੇਦਾਰਾਂ ਨਾਲ ਥੋੜੀ ਬਹੁਤੀ ਬੋਲ ਲੈਂਦਾ ਆ, ਤੇ ਦੋਨਾਂ ਨੂੰ ਪੂਰੀ ਸਮਝ ਆ। ਇਹ ਬਹੁਤ ਜ਼ਰੂਰੀ ਚੀਜ਼ ਹੈ। ਮੈਂ ਤਾਂ ਇਹਨਾਂ ਨਾਲ ਏਦਾਂ ਕਰਦਾ ਕਿਉਂਕਿ ਮੈਂ ਚਾਹੁੰਦਾ ਹੈਗਾ ਜਦੋਂ ਅਗਲਾ ਸਾਲ ਸੈਂਸਸ ਆਊਗਾ, ਅਸੀਂ ਲਿਖ ਸਕਾਂਗੇ ਤੇ ਅਸੀਂ ਘਰ ਦੇ ਵਿੱਚ ਪੰਜਾਬੀ ਬੋਲਦੇ ਹਾਂ। ਇਹ ਬਹੁਤ ਜ਼ਰੂਰੀ ਚੀਜ਼ ਆ। ਦੇਖੋ ਹੁਣ ਤੱਕ ਸਿਆਸੀ ਗੱਲਾਂ ਨੇ ਸਾਨੂੰ ਥੋੜਾ ਜਿਹਾ ਖਰਾਬ ਕੀਤਾ ਹੋਇਆ। ਜਦੋਂ ਮੇਰੀ ਇਹ ਹੌਬੀ ਸ਼ੁਰੂ ਹੋਈ ਸੀ 20 ਸਾਲ ਪਹਿਲਾਂ, ਉਦੋਂ ਸਟੈਟਿਸਟਿਕ ਉਦੋਂ ਇਹ ਆਇਆ ਸੀਗਾ ਬਲੈਤ ਦੇ ਵਿੱਚ ਪੰਜਾਬੀ ਸੈਕੰਡ ਮੋਸਟ ਸਪੋਕਨ ਲੈਂਗੁਏਜ ਸੀਗੀ ਉਸ ਵੇਲੇ। ਹੁਣ ਜਦ ਦੇ ਪੋਲਿਸ਼ ਲੋਕ ਆਏ ਆ, ਉਹ ਨੈਚੁਰਲੀ ਉਹ ਜ਼ਿਆਦਾ ਉਹਨਾਂ ਦੀ ਜਨਤਾ ਆ, ਤੇ ਨੰਬਰ 3 ਤੇ ਪਹੁੰਚ ਗਈ, ਡਿੱਗ ਗਈ ਪੰਜਾਬੀ। ਪਰ ਆਪਾਂ ਫੇਰ ਵੀ ਨੰਬਰ 2 ਤੇ ਪੋਟੈਂਸ਼ੀਅਲੀ ਪਹੁੰਚ ਸਕਦੇ ਹਾਂ, ਕਿਉਂਕਿ ਰੀਜ਼ਨ ਇਹ ਡਿੱਗਦੀ ਹੈ 3 ਨੰਬਰ ਤੇ, ਆਪਾਂ ਸਿਆਸੀ ਗੱਲਾਂ ਨੂੰ ਰਾਹ ਚ ਆਉਣ ਦੇ ਦਿੰਦੇ ਆ। ਆਪਾਂ ਟੂ ਮੱਚ ਆਪਣੇ ਧਰਮ ਦੀਨ ਸਾਹਮਣੇ ਰੱਖਦੇ ਆ। ਕਹਿਣ ਦਾ ਮਤਲਬ ਹੈਗਾ, ਮੇਰਾ ਭਾਵ, ਮੈਂ ਕਈ ਲੋਕ ਇੱਥੇ ਮੈਂ ਆਂਢੀ ਗੁਆਂਢ ਦਾ ਨਾਂ ਨਹੀਂ ਲੈਣੇ, ਇੱਥੇ ਆਂਢੀ ਗੁਆਂਢੀ ਕਈ ਨੂੰ ਜਾਂਦਾ ਆ ਜਿਹੜੇ ਮੈਨੂੰ ਪਤਾ ਅਸੀਂ ਪੰਜਾਬੀ ਸਾਰੇ ਬੋਲਦੇ ਆ,
ਪਰ ਜਦ ਉਹਨਾਂ ਨੂੰ ਪੁੱਛਦੇ ਹੈਗੇ ਫਾਰਮਲੀ ਕੁਝ ਲਿਖਣ, ਉਹ ਹਿੰਦੀ ਜਾਂ ਉਰਦੂ ਲਿਖਦੇ ਆ, ਤੇ ਇਹ ਗਲਤ ਆ। ਤੇ ਤੁਸੀਂ ਜੇ ਹਿੰਦੀ ਤੇ ਉਰਦੂ ਲਿਖੀ ਜਾਓਗੇ ਨਾ, ਇਹ ਪੰਜਾਬੀ ਨੂੰ ਜਿਸ ਪੈਚ ਖੁਆਰੀ ਮਾਰਨ ਦੀ ਗੱਲ ਆ, ਤੁਸੀਂ ਆਪਣੀ ਕਲਚਰ ਨੂੰ ਸਮਾਂ ਪਿੱਛੇ ਸੁੱਟਦੇ ਆ। ਇਹ ਬ੍ਰੇਨ ਵਾਸ਼ਿੰਗ ਆ। ਹੁਣ ਮੈਂ ਬਹੁਤਾ ਤਾਂ ਤੁਹਾਨੂੰ ਪਤਾ ਕਰਕੇ ਮੈਂ ਬਹੁਤਾ ਵਿੱਚ ਡੂੰਘਾ ਜਾਣਾ ਨਹੀਂ, ਪਰ ਜਿਹੜਾ ਵੀ ਮਰਜ਼ੀ ਬੰਦਾ ਆਪਣਾ ਉਹ.com ਜਾਂ ਹੋਰ ਕਿਤੇ ਵੀ ਜਾ ਕੇ ਦੇਖ ਸਕਦਾ ਆ। ਗੋਰਿਆਂ ਨੇ ਜਾਣ ਬੁੱਝ ਕੇ ਉਰਦੂ, ਜਿਹੜੀ ਪੰਜਾਬ ਦੀ ਧਰਤੀ ਦੀ ਨਹੀਂ ਬੋਲੀ ਹੈਗੀ, ਇਹ ਹੈਗੀ ਲਖਨਊ ਦੀ ਬੋਲੀ, ਜਿਹੜਾ ਹੈ ਇੰਡੀਆ ਦੇ ਵਿੱਚ, ਇਹ ਇੰਡੀਅਨ ਬੋਲੀ ਆ। ਇਹ ਇੰਡੀਅਨ ਬੋਲੀ ਉਹਨਾਂ ਨੇ ਜਾਣ ਬੁੱਝ ਕੇ ਲਿਆਂਦੀ ਸੀਗੀ ਪੰਜਾਬ 'ਚ, ਕਿਉਂਕਿ ਉਸ ਵੇਲੇ ਉਹ ਚਾਹੁੰਦੇ ਸੀ ਰਾਜ ਕਰਨ, ਤੇ ਇਹ ਉਹਨਾਂ ਦੀ ਫੌਜ ਦੀ ਬੋਲੀ ਸੀਗੀ ਤੇ ਤਾਂ ਵਰਤੀ ਗਈ। ਤੇ ਇਹਨਾਂ ਨੇ ਦੇਖੋ, ਹੁਣ ਤੁਸੀਂ ਆਪ ਸੋਚੋ, ਮੈਂ ਸਿੰਪਲ ਪੁਆਇੰਟ ਬਣਾਉਣਾ, ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਚਲ ਗਈ ਸੀਗੀ, ਉਦੋਂ ਬਾਅਦ ਪੰਜਾਬ ਦੀ ਇਹਨਾਂ ਨੇ ਸਰਵੇ ਕੀਤੀ, ਤੇ ਉਸ ਵੇਲੇ, ਹੁਣ ਗੱਲ ਹੋ ਰਿਹਾ, ਉਸ ਵੇਲੇ ਸਭ ਤੋਂ ਜ਼ਿਆਦਾ ਐਜੂਕੇਟਿਡ ਸੀਗੀ ਮੁਲਕ ਪੰਜਾਬ ਮੁਲਕ ਸੀਗਾ ਸਾਰਾ ਇੰਡੀਆ ਦਾ। ਦੂਜੀ ਗੱਲ ਤੇ ਫੌਜ ਉਹਨਾਂ ਦੀ ਸਭ ਤੋਂ ਐਡਵਾਂਸ ਸੀਗੀ। ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਫਾਰਮੈਟ ਫੌਜ ਦਾ ਕ੍ਰੀਏਟ ਕੀਤਾ, ਉਹ ਅੱਜ ਤੱਕ ਹੱਲੇ ਵੀ ਉਹ ਬੇਸਿਸ ਹੈ ਪਾਕਿਸਤਾਨੀ ਫੌਜ ਦਾ, ਬਦਲਿਆ ਨਹੀਂ ਹੈਗਾ। ਸਭ ਤੋਂ ਸੋਲਿਡ ਫੌਜ ਉਹ ਸੀਗੀ। ਤੇ ਤੀਜੀ ਗੱਲ, ਪੜ੍ਹਾਈ 'ਚ ਅਸੀਂ ਬਹੁਤ ਤੇਜ਼ ਸੀਗੇ। ਉਸ ਜ਼ਮਾਨੇ 'ਚ ਹਰ ਮਾਂ ਨੂੰ, ਭਾਵੇਂ ਜਿਹੜੀ ਮਰਜ਼ੀ ਲਿਪੀ ਹੋਵੇ, ਗੁਰਮੁਖੀ ਹੋਵੇ, ਸ਼ਾਮਕੀ, ਫਰਕ ਨਹੀਂ ਪੈਂਦਾ, ਹਰ ਮਾਂ ਨੂੰ ਪੰਜਾਬੀ ਆਉਂਦੀ ਸੀਗੀ ਤੇ ਆਪਣੇ ਬੱਚੇ ਨੂੰ ਸਿਖਾਉਂਦੀ ਸੀਗੀ। ਫਿਰ ਉਹ ਗੋਰਿਆਂ ਨੇ ਕੀ ਕੀਤਾ, ਉਹਨਾਂ ਨੇ 3 ਅੰਨੇ ਦਿੱਤੇ ਉਹ ਘਰਾਂ ਨੂੰ, ਜਿਹੜੇ ਆਪਣੀ ਕਿਰਪਾਨ ਤਲਵਾਰ ਨੂੰ ਪੁਲਿਸ ਨੂੰ ਦੇਵੇ। ਮਤਲਬ ਸੀ ਉਹ ਚਾਹੁੰਦੇ ਨਹੀਂ ਸੀਗੇ ਇਨਕਲਾਬ ਕਰੂਗੇ ਇੰਡੀਅਨ ਲੋਕ। ਪਰ ਹੁਣ ਆਹ ਵੱਡੀ ਗੱਲ ਸੁਣੋ, 3 ਅੰਨੇ ਦਿੱਤੇ ਸੀਗੇ ਕਿਰਪਾਨ ਤੇ ਤਲਵਾਰ ਲਈ, 6 ਅੰਨੇ ਦਿੱਤੇ ਸੀ ਕਾਇਦਾ ਲਈ। ਹੁਣ ਕਾਹ ਤੋਂ 6 ਅੰਨੇ ਦੇਓਗੇ ਕਾਇਦਾ ਲਈ? ਕਿਉਂਕਿ ਉਹ ਚਾਹੁੰਦੇ ਜਿਹੜਾ ਅਗਲਾ ਪੀੜ੍ਹੀ ਆ ਅਨਪੜ੍ਹ ਬਣੇ। ਉਹਨਾਂ ਨੇ ਸਾਡਾ ਏਦਾਂ 100 ਸਾਲ 'ਚ ਨਾ ਦਿਮਾਗ 'ਚ ਪਾਤਾ ਵੰਡ ਕਰਕੇ, ਤੁਸੀਂ ਆਪਣਾ ਪੰਜਾਬੀਅਤ ਦਾ ਚਿੱਤਾ ਭੁਲਾ ਦਿਓ, ਤੁਸੀਂ ਇਹ ਦੇਖੋ ਤੁਹਾਨੂੰ ਵੱਖਰਾ ਕੀ ਕਰਦਾ। ਉਹ 'ਚ ਫਿਰ ਸਾਡਾ ਧਰਮ ਦੇ ਦੀਨ, ਮੈਂ ਬਹੁਤ ਹੀ ਸਿਆਸੀ ਗੱਲਾਂ ਵੱਲ ਜਾਣਾ ਨਹੀਂ ਹੈਗਾ, ਪਰ ਇਹ ਚੀਜ਼ਾਂ ਕੀਤੀਆਂ। ਸੋ ਉਸ ਕਰਕੇ ਅੱਜ ਦਾ ਇਹਦਾ ਨਤੀਜਾ ਹੈਗਾ, ਇੱਕ ਤੀਸਰਾ ਪੰਜਾਬ ਦੇ, ਐਕਚੁਅਲੀ ਸਿੱਖ ਲੋਕ ਤਾਂ ਪੰਜਾਬੀ ਮਾਈਨੋਰਿਟੀ ਆ, ਠੀਕ ਹੈ, ਜਿਹੜੇ ਮੈਜੋਰਿਟੀ ਮੁਸਲਮਾਨ ਆ 60%, ਉਹ ਲਿਖਦੇ ਹੈਗੇ ਉਰਦੂ, ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਜਾਂਦਾ ਪਰ ਬੋਲਦੇ ਹੈਗੇ ਪੰਜਾਬੀ। ਪਰ ਉਹਨਾਂ ਨੂੰ ਲੱਗਦਾ ਇਹ ਪ੍ਰੋਬਲਮ ਨਹੀਂ ਹੈਗੀ। ਪ੍ਰੋਬਲਮ ਪਤਾ ਕਾਹਤੋਂ ਆ? ਤੁਸੀਂ ਤੇ ਮੈਂ ਹੁਣ ਆਪਸ ਵਿੱਚ ਪੰਜਾਬੀ ਬੋਲਦੇ ਆ। ਪ੍ਰੋਬਲਮ ਆਉਂਦੀ ਜੀ ਅਗਲੀ ਪੀੜ੍ਹੀ ਹੈ ਨਾ, ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ। ਮੇਰੇ ਕੰਮ ਤੇ ਕਈ ਵਾਰੀ ਮੇਰੇ ਹੈਗੇ ਪਾਕਿਸਤਾਨੀ ਫਰੈਂਡ, ਕਹਿੰਦਾ ਅਸੀਂ ਅੰਗਰੇਜ਼ੀ 'ਚ ਇੱਕ ਦੂਜੇ ਨਾਲ ਬੋਲਦੇ ਆ। ਕਾਹਤੋਂ? ਕਿਉਂਕਿ ਉਹਨਾਂ ਨੂੰ ਉਰਦੂ ਆਉਂਦੀ ਆ ਪਰ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਇੱਕ ਸੈਡ ਗੱਲ ਹੈ, ਮੈਨੂੰ ਯਾਦ, ਇੱਕ ਵਾਰੀ ਮੈਂ ਜਿਮ 'ਚ ਗਿਆ ਸੀਗਾ, ਤੇ ਇੱਕ ਮੁੰਡਾ ਸੀਗਾ ਬਹੁਤ ਵੱਡੀ ਛਾਤੀ ਤੇ, ਉਹਨੇ ਪੰਜਾਬ ਲਿਖਿਆ ਸੀਗਾ। ਮੈਂ ਉਹਨਾਂ ਗੱਲ ਤੋਰਤੀ, ਤੇ ਉਹ ਸੀਗਾ ਲਹਿੰਦੇ ਪੰਜਾਬ ਤੋਂ। ਫਿਰ ਜਦੋਂ ਮੈਂ ਪੰਜਾਬੀ ਥੋੜੇ ਜਿਹੇ ਲਫ਼ਜ਼ ਕਿਹਾ, ਉਹਨੇ ਸਿੱਧਾ ਕਹਿੰਦਾ ਭਾਜੀ ਲੈਟਸ ਸਪੀਕ ਇੰਗਲਿਸ਼, ਆਈ ਡੋਨਟ ਨੋ ਤੂੰ ਕਹਿੰਦਾ ਕੀ ਆ। ਮੈਨੂੰ ਉਦੋਂ ਹੀ ਪਤਾ ਲੱਗ ਗਿਆ ਇਹ ਪ੍ਰੋਬਲਮ ਆ। ਫਿਰ ਮੈਨੂੰ ਬਾਅਦ ਪਤਾ ਲੱਗਿਆ ਹਿੰਦੂਆਂ 'ਚ ਵੀ ਇਹ ਪ੍ਰੋਬਲਮ ਆ। ਮੈਂ ਕਈ ਵਾਰੀ ਟ੍ਰੇਨ ਫੜੀ ਸੀਗੀ ਲੰਡਨ 'ਚ ਕੰਮ ਤੇ ਜਾਂਦੇ ਨੂੰ, ਜੇ ਤੇ 1-2 ਸਰਦਾਰ ਜਿਹੜੇ ਅੱਜ ਕੱਲ ਦੇ ਆਏ, ਉੱਥੋਂ ਆਏ ਆ, ਪੁਰਾਣੇ ਜ਼ਮਾਨੇ ਦੇ ਨਹੀਂ, ਅੱਜ ਕੱਲ ਆਏ ਆ, ਉਹਨਾਂ ਨੂੰ ਮੈਂ ਆਸ ਵਿੱਚ ਦੇਖਦਾ ਸੀ, ਸੁਣਦਾ ਉਹਨਾਂ ਨੂੰ ਬੋਲਦੇ ਨੂੰ, ਉਹ ਉਰਦੂ ਹਿੰਦੀ 'ਚ ਬੋਲਦੇ ਆ। ਤੇ ਮੈਂ ਰੀਅਲਾਈਜ਼ ਕੀਤਾ ਦਾ ਆਪਾਂ ਨਾ ਜੋ ਜਾ ਰਹੇ ਆ, ਆਪਾਂ ਆਪਣੀ ਸੱਭਿਆਚਾਰ ਨੂੰ ਗਵਾਚ ਰਹੇ ਆ। ਸੋ ਬਹੁਤ ਜ਼ਰੂਰੀ ਗੱਲ ਹੈ, ਜੇ ਅਗਲੇ ਸਾਲ ਸੈਂਸਸ 'ਚ ਲਿਖਣੇ ਚਾਹੁੰਦੇ ਹੈਗੇ ਨਾ ਪੰਜਾਬੀ, ਹੁਣ ਤੋਂ ਆਦਤ ਘਰ 'ਚ ਬਣਾਓ ਬੋਲਣ ਦੀ। ਜੇ ਮੈਂ 30 ਸਾਲਾਂ ਦੀ ਉਮਰ 'ਚ ਕਰ ਸਕਦਾ, ਤੁਸੀਂ ਵੀ ਕਰ ਸਕਦੇ ਆ, ਜਿਹੜੀ ਮਰਜ਼ੀ ਤੁਹਾਡੀ ਉਮਰ ਹੋਵੇ। ਪਲੀਜ਼ ਲਿਖੋ ਪੰਜਾਬੀ, ਪਲੀਜ਼ ਘਰ ਬੋਲੋ, ਫਿਰ ਤੁਸੀਂ ਸੱਚੀ ਮੁੱਚੀ ਲਿਖ ਸਕਦੇ ਆ। ਮੈਂ ਇਹ ਨਹੀਂ ਕਹਿੰਦਾ ਉਰਦੂ ਛੱਡੋ, ਮੈਂ ਇਹ ਨਹੀਂ ਕਹਿੰਦਾ ਹਿੰਦੀ ਛੱਡੋ, ਉਹ ਹੈਗੀਆਂ ਕੇਂਦਰੀ ਜ਼ਬਾਨਾਂ ਆ ਪਾਕਿਸਤਾਨ ਤੇ ਇੰਡੀਆ ਦੀਆਂ, ਪਰ ਤੁਹਾਡੀ ਸੱਭਿਆਚਾਰ ਦੀ ਜ਼ਬਾਨ ਨਹੀਂ ਹੈਗੀ। ਬਿਲਕੁਲ ਸਹੀ ਕਹਿੰਦੇ ਪਏ ਹੋ ਤੁਸੀਂ। ਦੇਖੋ ਕਿ ਮੈਨੂੰ ਇੰਨੀ ਖੁਸ਼ੀ ਹੁੰਦੀ ਪਈ ਹੈ ਕਿ ਤੁਸੀਂ ਆਪਣਾ ਜਿਸ ਤਰ੍ਹਾਂ ਪੰਜਾਬੀ ਨਾਲ ਜੁੜੇ, ਔਰ ਕਿਸ ਤਰ੍ਹਾਂ ਤੁਸੀਂ ਇੱਕ ਕਿਤਾਬਾਂ ਦਾ ਸਿਲਸਿਲਾ ਕੀਤਾ, ਔਰ ਤੁਹਾਡੇ ਅੰਦਰ ਨਾ ਇੱਕੋ ਜਾਣਕਾਰੀ ਹੈ। ਇਹ ਜਾਣਕਾਰੀ ਕਿ ਇਹਦੇ ਨਾਲ ਬਣੀਆਂ ਕੀ, ਕਿ ਸਾਡੇ ਪੰਜਾਬੀ ਦੇ ਨਾਲ ਆਪਣਾ ਕਿੱਥੇ ਦਰੋਹ ਹੋਇਆ, ਕਿੱਥੇ ਉਹਨੂੰ, ਔਰ ਕਿੱਥੇ ਸਾਡੀ ਜਿਹੜੀ ਸ਼ਨਾਖਤ ਹੈ। ਸਾਨੂੰ ਸਾਰੀਆਂ ਜ਼ਬਾਨਾਂ ਚੰਗੀਆਂ ਲੱਗਦੀਆਂ, ਕਿਉਂ ਨਾ ਚੰਗੀਆਂ ਲੱਗਣ। ਸਾਨੂੰ ਤੇ ਹਿੰਦੀ ਵੀ ਚੰਗੀ ਲੱਗਦੀ ਆ, ਆਪਣੀ ਉਰਦੂ ਵੀ ਚੰਗੀ ਲੱਗਦੀ, ਰਾਬਤੇ ਦੀ ਜ਼ਬਾਨ ਹੈ, ਬਾਕੀ ਵੀ ਦੁਨੀਆ ਦੀ।
ਜੇ ਅਸੀਂ ਇੱਥੇ ਆ ਕੇ ਸਾਡੇ ਬੱਚੇ ਜਰਮਨ ਵੀ ਜ਼ਬਾਨ ਬੋਲਦੇ ਆ ਔਰ ਸਿੱਖਦੇ ਨੇ, ਤੁਹਾਨੂੰ ਪਤਾ ਹੀ ਹੈ, ਜਿਸ ਤਰ੍ਹਾਂ ਮੇਰੇ ਆਪਣੇ ਬਾਲ ਜਿਹੜੇ ਨੇ ਉਹਨਾਂ ਨੇ ਆਪਸ਼ਨਲ ਦੂਜੀਆਂ ਜ਼ਬਾਨਾਂ ਵੀ ਪੜ੍ਹੀਆਂ ਹੈਗੀਆਂ, ਪਰ ਘਰ ਦੇ ਵਿੱਚ ਪੰਜਾਬੀ ਚੱਲਦੀ ਆ। ਔਰ ਉਹ ਨਾਨੀ ਦਾਦੀਆਂ ਨਾਲ ਵੀ ਜਦੋਂ ਰਾਬਤਾ ਰੱਖਦੇ ਆ ਬੈਕ ਹੋਮ, ਜਾਂ ਇੱਥੇ ਜਿਹੜੇ ਬਜ਼ੁਰਗ ਨੇ ਉਹਨਾਂ ਨਾਲ ਵੀ ਪੰਜਾਬੀ ਬੋਲਦੇ ਆ। ਔਰ ਆਈ ਫੀਲ ਪ੍ਰਾਊਡ ਕਿ ਹਾਂ ਬਈ ਉਹਦੇ ਵਿੱਚ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਮਾਵਾਂ ਦਾ ਅਸਰ ਬਹੁਤ ਹੁੰਦਾ, ਤੇ ਜੇ ਮਾਵਾਂ ਨੂੰ ਵੀ ਇਹ ਬੜੀ ਜਾਣਕਾਰੀ ਜ਼ਰੂਰੀ ਹੈ ਕਿ ਉਹ ਵੀ ਆਪਣੀ, ਕਿਉਂ ਜੇ ਇਹ ਮਾਂ ਬੋਲੀ ਇੰਨਾ ਹੀ ਸੋਚ ਲਈਏ ਨਾ ਕਿ ਇਹ ਤੇ ਸਾਡੀ ਮਾਂ ਬੋਲੀ ਜਿਹੜੀ ਹੈ ਇਹ ਸਾਡੀ ਸ਼ਨਾਖਤ ਹੈ, ਸਾਡੀ ਸ਼ਨਾਖਤ। ਅਸੀਂ ਦੇਖੋ ਅਸੀਂ ਇੱਥੇ ਵੀ ਹੈ ਵਲਾਇਤ ਵਿੱਚ ਰਹਿੰਦੇ ਪਏ ਹਾਂ, ਪਰ ਵਲਾਇਤ 'ਚ ਰਹਿੰਦੇ ਹੋਏ ਵੀ ਜੇ ਕੋਈ ਕਹੇਗਾ ਕਿ ਇਹ ਨਹੀਂ ਕਹੇਗਾ ਕਿ ਹਾਂ ਬਈ ਵਲਾਇਤੀ ਹੈ, ਕਹਿੰਦੇ ਆ ਇਹ ਪੰਜਾਬੀ ਆ, ਹੈਨਾ। ਤੁਸੀਂ ਵੀ ਤੁਹਾਡੇ ਮਾਤਾ ਮਤਲਬ ਡੈਡ ਜਾਂ ਮਾਂ ਜਿਹੜੇ ਨੇ ਉਹ ਵੀ ਪਤਾ ਚੱਲ ਜਾਂਦਾ, ਜਿੰਨੇ ਵੀ ਕੋਈ ਸਲਵਾਰ ਕਮੀਜ਼ ਵੀ ਪਾਈ ਹੋਏ ਬਜ਼ੁਰਗਾਂ ਨੇ ਵੀ ਜਾਂ ਕੁਝ ਉਹ ਪਤਾ ਚੱਲ ਜਾਂਦਾ। ਤੇ ਹੁਣ ਜਿਹੜੀ ਗੱਲ ਤੁਸੀਂ ਆਖੀ ਆ ਕਿ ਇਹ ਜਿਹੜਾ 6 ਆਨੇ ਦੇ ਕੇ ਕਹਿਦਾ ਲਿਆ, ਇਹ ਮੈਂ ਪਹਿਲੇ ਵੀ ਮੇਰੇ ਮਹਿਮਾਨ ਆਉਂਦੇ ਰਹਿੰਦੇ ਆ ਜ਼ਰੂਰ, ਉਹਨਾਂ ਚੋਂ ਵੀ ਇੱਕ ਮੈਂ ਵੀ ਪੜ੍ਹਿਆ ਸੀ, ਤੇ ਡਾਕਟਰ ਨਬੀਲਾ ਨੇ ਉਹ ਉੱਥੇ ਦੇ ਪੰਜਾਬ ਯੂਨੀਵਰਸਿਟੀ ਦੇ HOD, ਤੇ ਮੈਂ ਉਹਨਾਂ ਕੋਲੋਂ ਕਨਫਰਮ ਕੀਤਾ ਸੀ ਕਿ ਮਾਊਥ ਥਰੂ ਮਾਊਥ ਤੇ ਗੱਲ ਨਹੀਂ ਹੈ। ਉਹਨੇ ਕਿਹਾ ਨਹੀਂ, ਬਕਾਇਦਾ ਆਥੈਂਟਿਕ ਹੈ ਇਹ ਗੱਲ ਹੈ ਕਿ 6 ਆਨੇ ਦੇ ਕੇ। ਤੇ ਤੁਸੀਂ ਦੇਖੋ ਕਿ ਉਹ ਪੈਸੇ ਨਾਲ ਸ਼ਨਾਖਤੀ ਗਵਾਉਣ ਵਾਲਾ ਤੇ ਨਹੀਂ ਨਾ ਕੰਮ ਕਰਨਾ। ਤੇ ਬਹੁਤ ਵਧੀਆ ਲੱਗਿਆ। ਹੁਣ ਥੋੜਾ ਜਿਹਾ ਟਾਈਮ ਰਹਿ ਗਿਆ, ਲੇਕਿਨ ਮੈਂ ਤੁਹਾਡੇ ਇੱਕ ਉਹ ਨਾਵਲ ਜਿਹੜਾ ਕਿ ਛਪਿਆ ਨਹੀਂ ਹੈ ਜੀ, ਚਿੱਟਾ ਕਾਲਾ, ਉਹਦੇ ਬਾਰੇ ਚ ਬੜਾ ਦਿਲਚਸਪ ਉਹਦੀ ਸਟੋਰੀ ਆ। ਤੇ ਚਿੱਟਾ ਕਾਲਾ ਤੁਸੀਂ ਦੱਸੋ ਕਿ ਚਿੱਟਾ ਕਾਲਾ ਕੀ ਹੈ? ਤੁਸੀਂ ਬਰਾਊਨ ਲੋਕਾਂ ਤੇ ਵਲੈਤੀ ਲੋਕਾਂ ਬਾਰੇ ਚਿੱਟਾ ਤੇ ਕਾਲਾ ਜਿਸ ਤਰ੍ਹਾਂ ਇੱਥੇ ਕਹਿੰਦੇ ਕੁਝ ਹੋਰ ਹੈ, ਦੱਸੋ ਪਲੀਜ਼। ਇਹਦੇ ਕਈ ਮਤਲਬ ਆ। ਹੁਣ ਮੈਂ ਥੋੜੀ ਜਿਹੀ ਡਿਫਰੈਂਟ ਵੱਖ ਦੀਆਂ ਕਿਤਾਬਾਂ ਲਿਖਦਾ, ਜਿੱਦਾਂ ਹੁਣ ਕਹਿ ਹਟਿਆ, ਸ਼ਾਇਦ ਤੁਸੀਂ ਕਹਿ ਸਕਦੇ ਮਿਡਲ ਕਲਾਸ ਕਿਤਾਬਾਂ ਲਿਖਦਾ। ਮੈਂ ਕੱਲਾ ਨਹੀਂ ਹੈਗਾ, ਇਹ ਕੰਮ ਚ ਹੋਰ ਵੀ ਹੈਗੇ ਆ ਤੁਹਾਡੇ ਲਹਿੰਦੇ ਪੰਜਾਬ ਤੋਂ। ਮਦਸਰ ਬਸ਼ੀਰ ਨੇ ਬਹੁਤ ਸੋਹਣੀ ਕੌਣ ਨੋਵਲ ਲਿਖੀ ਹੋਈ ਆ, ਫੌਜ਼ੀਆ ਰਫੀਕ ਨੇ ਵੀ ਲਿਖੀ ਹੋਈ ਹੈ ਸਕੀਨਾ ਨੋਵਲ, ਉਹ ਵੀ ਇੱਦਾਂ ਦੀ ਆ। ਨੈਣ ਸੁਖ, ਟੀਪੂ ਸਲਮਾਨ, ਮਖਦੂਮ, ਇਹ ਸਾਰੇ ਇੱਦਾਂ ਦੀਆਂ ਚੀਜ਼ਾਂ ਲਿਖਦੇ ਆ। ਸਾਡੇ ਚਾਹਦੇ ਪੰਜਾਬ ਚ ਇੱਦਾਂ ਦੀ ਮਿਡਲ ਕਲਾਸ ਨੋਵਲ ਕਿਸੇ ਹੋਰ ਨੇ ਲਿਖਣੀ, ਫਿਰ ਮੈਂ ਸੋਚਿਆ ਮੈਂ ਵੀ ਇੱਦਾਂ ਦੀ ਡੂੰਗੀ ਨੋਵਲ ਲਿਖਾਂ। ਡੂੰਗੀ ਦਾ ਕਹਿਣ ਦਾ ਮਤਲਬ ਭਾਵ ਚਿੱਟਾ ਕਾਲਾ ਦਾ ਨਾਂ ਆ। ਫਿਰ ਮੈਂ ਹਰ ਜਿਹੜਾ ਮਤਲਬ ਚਿੱਟਾ ਤੇ ਕਾਲਾ ਤੁਸੀਂ ਕੱਢ ਸਕਦੇ, ਮੈਂ ਕੋਸ਼ਿਸ਼ ਕੀਤੀ ਨੋਵਲ ਚ ਕੱਢਣ ਦੀ। ਇਹਦੀ ਸਿੱਧੀ ਗੱਲ ਜਿਹੜੀ ਤੁਸੀਂ ਕੀਤੀ ਉਹ ਹੈਗੀ ਹੈ ਇਹਦੇ ਵਿੱਚ, ਜਿਹੜੇ ਪ੍ਰਵਾਸ ਇੱਥੇ ਆਏ ਸੀਗੇ ਪਾਕਿਸਤਾਨ ਤੇ ਇੰਡੀਆ ਤੋਂ ਲੋਕ, ਤੇ ਜੋ ਪੰਜਾਬੀਆਂ ਨਾਲ ਬੀਤਿਆ ਉਹ ਵਿੱਚ ਦਿਖਾਇਆ ਹੋਇਆ ਆ। ਪਰ ਇਹਦਾ ਕਈ ਲੋਕਾਂ ਨੇ ਕੀਤਾ ਹੈ, ਫਿਰ ਮੈਂ ਥੋੜਾ ਜਿਹਾ ਵੱਖਰੇ ਐਂਗਲ ਤੋਂ ਦਿਖਾਇਆ। ਉਹਨਾਂ ਦੇ ਜਿਹੜੇ ਐਕਸਪੀਰੀਅੰਸ ਨੈਸ਼ਨਲ ਫਰੰਟ ਨਾਲ ਹੋਇਆ ਤੇ ਰੇਸਿਜ਼ਮ ਨਾਲ ਹੋਇਆ, ਚਿੱਟਾ ਕਾਲਾ ਇਹ ਕੀ ਮਤਲਬ ਆ। ਦੂਜਾ ਇਹ ਕਹਾਣੀ ਮਤਲਬ ਹੈਗਾ, ਤੁਹਾਨੂੰ ਪਤਾ ਇਸ ਵੇਲੇ ਪੰਜਾਬ ਚ ਫੀਮ ਦੀ ਬਹੁਤ ਪ੍ਰੋਬਲਮ ਹੈਗੀ ਆ, ਉਸ ਤਰ੍ਹਾਂ ਦਾ ਚਿੱਟਾ ਉਹ ਵੀ ਹੈਗਾ। ਕਾਲਾ ਦਿਲ ਵਾਲਾ ਬੰਦਾ ਜਿਹੜਾ ਭੈੜੀਆਂ ਚੀਜ਼ਾਂ ਕਰਦਾ, ਉਹ ਹੀ ਮਤਲਬ ਹੈਗਾ। ਤੁਹਾਡਾ ਮਤਲਬ ਜਿਹੜਾ ਡਰੱਗਸ ਦਾ ਇਨਫਲੂਐਂਸ ਆਪਣੇ ਪੰਜਾਬ ਦੇ ਵਿੱਚ ਵੀ ਹੈਗਾ, ਪੂਰੀ ਦੁਨੀਆ ਆਪਣੇ ਗੱਲ ਪੰਜਾਬ ਦੀ ਕਰਦੇ ਪਏ, ਬਿਲਕੁਲ ਠੀਕ, ਵਧੀਆ। ਸੋ ਇਹ ਸਾਰੇ ਵਿਸ਼ੇ ਹੈਗੇ ਆ, ਪਰ ਮੈਂ ਇਹਦੇ ਅਲੱਗ ਗੱਲ ਹੁਣ ਇਹ ਬਣਦੀ ਆ, ਇਹ 134,000 ਵਰਡਸ ਨੋਵਲ ਆ, 138 ਇਦਾਂ ਦਾ ਕੁਛ ਹੈਗਾ ਗਿਣਤੀ, ਬਹੁਤ ਲੰਬੀ ਆ। ਅੰਗਰੇਜ਼ੀ ਨੋਵਲ ਦੇ ਹਿਸਾਬ ਨਾਲ ਤੇ ਲੰਬੀ ਨਹੀਂ ਹੈਗੀ, ਪਰ ਸਾਡੇ ਪੰਜਾਬੀ ਨੋਵਲ ਦੇ ਹਿਸਾਬ ਨਾਲ ਇੰਨੀ ਲੰਬੀ ਆ। ਤੇ ਇਹਦੇ 3 ਹਿੱਸੇ ਬਣਾਉਣੇ ਪਏ ਆ ਮੈਨੂੰ, ਜਿਹੜੇ ਇੱਕ ਦੂਜੇ ਦੇ ਨਾਲ ਉਹਨਾਂ ਦੇ ਲਿੰਕ ਹੈਗਾ ਆ। ਥੋੜੀ ਈਚ ਵਨ ਥੋੜੀ ਵੱਖਰੀ ਕਹਾਣੀ ਆ, ਪਰ ਹੈ ਉਹਨਾਂ ਦਾ ਇੱਕ ਦੂਜੇ ਨਾਲ ਸੰਬੰਧ। ਹੁਣ ਕੁਲਵੰਤ ਢਿੱਲੋਂ ਜਿਹੜੇ ਸਾਡੇ ਸਾਥ ਕੈਂਡਰ ਦੀ ਪ੍ਰਧਾਨ ਆ, ਉਹਨੇ ਤਾਂ ਮੈਨੂੰ ਕਿਹਾ, ਕਹਿੰਦੀ ਇੱਕ ਨੋਵਲ ਨਹੀਂ, ਇਹ 3 ਨੋਵਲਾਂ ਪਰ ਤੂੰ ਇੱਕ ਕਿਤਾਬ ਚ ਪਾਈਆਂ ਹੋਈਆਂ। ਪਰ ਸੋ ਇੱਕ ਤਾਂ ਇਹ ਆ ਵਿਸ਼ਾ। ਦੂਜਾ ਇਹਦਾ ਜਿਹੜਾ ਸਪੋਜ਼ ਜੇ ਤੁਸੀਂ ਸੋਚੋ 3 ਨੋਵਲ ਆ, ਇੱਕ ਇਹ ਨੋਵਲ ਸੀ, ਪਹਿਲਾ ਨੋਵਲ ਸੱਦ ਲਓ। ਜਿਹੜਾ ਦੂਜਾ ਨੋਵਲ ਆ ਉਹ ਹੈਗਾ ਆ, ਉਹ ਚ ਮੈਂ ਦਿਖਾਇਆ ਸ਼ੇਰ ਆ 2, ਇੱਕ ਸ਼ੇਰ ਚਿੱਟੇ ਰੰਗ ਵਾਲਾ ਆ, ਇੱਕ ਸ਼ੇਰ ਹੈਗਾ ਕਾਲੇ ਰੰਗ ਵਾਲਾ, ਤੇ ਦੋਨੋਂ ਸੱਖੇ ਭਰਾ ਆ, ਪਰ ਤਖਤ ਦੇ ਉੱਪਰ ਲੜਦੇ ਇੱਕ ਦੂਜੇ ਦੇ ਨਾਲ ਜੰਗਲ ਦੇ ਵਿੱਚ। ਤੇ ਇਹਨੂੰ ਵੀ ਮੈਂ ਲਿੰਕ ਕੀਤਾ ਹੋਇਆ ਪਹਿਲੀ ਕਹਾਣੀ ਦੇ ਨਾਲ ਤੇ ਤੀਜੀ ਕਹਾਣੀ ਦੇ ਨਾਲ। ਤੀਜੀ ਕਹਾਣੀ ਹੈਗੀ ਇੱਕ ਔਰਤ ਬਾਰੇ ਜਿਹਦਾ obsession ਹੈਗਾ ਆ ਰੰਗ ਗੋਰਾ ਚਿੱਟੇ ਦੇ ਨਾਲ, ਕਰੀਮਾਂ ਲਾਉਂਦੀ ਰਹਿੰਦੀ ਹੈ ਰੰਗ ਆਪਣਾ ਨਿਖਾਰਨ ਨੂੰ, ਸਾਬਣ ਸੁਬਣ, ਤੇ ਉਹ ਜਿਹੜੇ ਦਵਾਈਆਂ ਲਾਈਆਂ ਜਿਹੜੇ ਖਤਰਨਾਕ ਕਰਦੇ ਆ, ਆਪਣੇ ਲੋਕ ਕਰਦੇ ਆ, ਉਹ ਗੱਲਾਂ ਬਾਰੇ ਮੈਂ ਕੀਤਾ। ਤੇ ਫਿਰ ਉਹਨਾਂ ਨੂੰ ਮੈਂ ਦਿਖਾਉਂਦਾ ਬਲਾਤ ਕਿਵੇਂ ਆਉਂਦੀ ਆ,
ਤੇ ਜਦੋਂ ਬਲੈਤ ਆਉਂਦੀ ਆ ਉਹਨੂੰ ਐਕਚੁਅਲੀ ਜਿਸ ਤਰ੍ਹਾਂ ਗੋਰੇ ਦਾ ਸਮਾਂ ਕਾਲਾ ਰੰਗ ਬਣਨੇ ਚਾਹੁੰਦੇ ਉਹ ਤੇ ਜਾ ਕੇ ਧੁੱਪ 'ਚ ਬੈਠਦੇ ਆ ਨੰਗੇ। ਹਾਂਜੀ ਉਹ ਇਹ ਇਦਾਂ ਦੀਆਂ ਇਦੋਂ ਥੋੜੇ ਜਿਹੇ ਹੋਰ ਵੀ ਵਿੱਚ ਹੈਗਾ ਆਪਰੇਸ਼ਨ ਉਹ ਤੇ ਹੁੰਦਾ ਆ। ਮੈਂ ਬਹੁਤ ਮੈਨੂੰ ਪਤਾ ਤੁਹਾਨੂੰ ਉਹਦੇ ਬਾਰੇ ਪਤਾ ਆ। ਮੈਂ ਬਹੁਤਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਫਿਰ ਜੇ ਉਹ ਦੱਸਤਾ ਫਿਰ ਕਿਸੇ ਨੇ ਪੜ੍ਹਨੀ ਨਹੀਂ ਉਹਨਾਂ ਨੂੰ ਪਤਾ ਲੱਗ ਜਾਊਗਾ ਨਤੀਜਾ ਕੀ ਆ। but it's ਪਰ very very interesting novel ਖਵਾਤੀਨ ਹਜ਼ਰਾਤ ਮੈਨੂੰ ਕਿਉਂਕਿ ਉਹਦਾ ਥੋੜਾ ਪਤਾ ਅਸੀਂ ਸਾਰੀ ਗੱਲ ਨਹੀਂ ਦੱਸਣੀ but ਰੂਪ ਢਿੱਲੋਂ ਦਾ ਜਿਹੜਾ ਨਾਵਲ ਆ ਰਿਹਾ ਚਿੱਟਾ ਤੇ ਕਾਲਾ is so interesting so different ਔਰ ਉਹਦੇ ਚ ਤੁਹਾਨੂੰ ਹਰ ਚੀਜ਼ ਦਾ ਮਤਲਬ ਜੋ ਜਿਹੜਾ ਉਹ ਮੈਂ ਉਹਨੂੰ ਦੇਖਿਆ ਤੇ ਸੋਚਿਆ ਨਾ ਉਹਦੇ ਬਾਰੇ ਉਹਦੇ ਚ ਹਰ ਚੀਜ਼ ਹੈ ਔਰ ਤੁਸੀਂ ਇੰਨਾ ਕੁ ਨਾਈਸਲੀ ਔਰ ਇੰਨਾ ਕੁ ਤੁਹਾਡਾ ਮੈਂਟਲ ਕਮਾਲ ਹੈ ਮਤਲਬ ਅਮੇਜ਼ਿੰਗ ਉਹ ਤੁਹਾਡਾ ਸੁਪਰ ਡੂਪਰ ਨਾਵਲ ਹੋਣਾ ਔਰ ਜਿਸ ਤਰੀਕੇ ਨਾਲ ਤੁਸੀਂ ਉਹਨੂੰ ਰਿਐਲਿਟੀ ਨਾਲ ਔਰ ਸੱਚ ਦੇ ਨਾਲ ਜੋੜਿਆ ਹੈਗਾ ਕਿ ਇਹ ਵੀ ਗੱਲ ਬਿਲਕੁਲ ਸਹੀ ਹੈ ਵਲਾਇਤ ਆਉਣ ਵਾਸਤੇ ਚਿੱਟੀਆਂ ਹੋਣ ਵਾਸਤੇ ਸਾਡੀਆਂ ਕਿਉਂਕਿ ਕੰਪਲੈਕਸ ਚ ਹੁੰਦੀਆਂ ਸਾਡੀਆਂ ਆਪਣੀਆਂ ਸਮਾਨੀਆਂ ਕਿ ਅਸੀਂ ਰੰਗ ਚਿੱਟਾ ਕਰ ਲਈਏ ਪਰ ਫਿਰ ਉਹ ਜਿਸ ਤਰ੍ਹਾਂ ਉਹਦੇ ਨਾਲ ਫਿਰ ਉਹਨੂੰ ਅੱਗੇ ਨੂੰ ਕੀ ਪ੍ਰੋਬਲਮ ਫੇਸ ਕਰਦੇ ਆ ਇਹ ਵੀ ਤੁਹਾਡੀ ਗੱਲ ਬਿਲਕੁਲ ਸੱਚ ਹੈ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇੰਨਾ ਉਹ ਰਿਐਲਿਟੀ ਦੇ ਕੋਲ ਹੈ ਕਿ ਵਾਕਈ ਇਹ ਵੀ ਹੁੰਦਾ ਜੇ ਕਿ ਬਾਜ਼ੂਕਾ ਤੁਹਾਨੂੰ ਪਤਾ ਆਪਣੀਆਂ ਕਈ ਨੇ ਉਹ ਚਿਹਰੇ ਖਰਾਬ ਹੋ ਜਾਂਦੇ ਨੇ ਫਿਰ ਉਹਦੀ ਕਿਆ ਖੈਰ ਉਹ ਅਸੀਂ ਹਲੇ ਲੁਕੀ ਗੱਲ ਹੀ ਕਰਨੀ ਹੈ ਤਾਂ ਕਿ ਉਹਦਾ ਦੀ ਗੱਲ ਸਹੀ ਹੈ ਕਿ ਆਵੇਗਾ ਤਾਂ ਫਿਰ ਲੋਕੀ ਪੜ੍ਹਨ ਅਸੀਂ ਸਾਰੀ ਕਹਾਣੀ ਤੇ ਨਹੀਂ ਮੈਂ ਦੱਸਣੀ ਤੇ ਅੱਗੇ ਤੁਹਾਡੇ ਕੀ ਪਲਾਨ ਨੇ ਸੋ ਮੇਰੇ ਹੁਣ ਜਿਸ ਸਿੰਬਾਦ ਨੋਵਲ ਛਾਪੀ ਗਈ ਆ ਆਹ ਇਹ ਥੋੜੀ ਜਿਹੀ ਐਕਸਪੈਰੀਮੈਂਟ ਆ ਇਹਦੇ ਦੋ ਰੰਗ ਤਾਂ ਆ ਕਿਉਂਕਿ ਆ ਪਹਿਲੀ ਐਡੀਸ਼ਨ ਆ ਹੁਣ ਦੂਜੀ ਐਡੀਸ਼ਨ ਹੁਣੀ ਨਿਕਲੀ ਉਹਨਾਂ ਨੇ ਰੰਗ ਬਰੰਗੀ ਕਵਰ ਕਹਾਣੀ ਤਾਂ ਉਹੀ ਆ ਇਹਦਾ ਇਹ ਗੱਲ ਆ ਮੈਂ ਕੀ ਕੀਤਾ ਆ ਮੈਂ ਆਪਣੇ ਆਪ ਇੱਥੇ ਗੋਰਿਆਂ ਦੀ ਕੰਪਨੀ ਦੇ ਨਾਲ ਸੌਦਾ ਕਰਕੇ ਛਪਾਈ ਆ ਇਹਦਾ ਕਾਰਨ ਇਹ ਸੀ ਮੈਂ ਚਾਹੁੰਦਾ ਆ that ਸਾਡੇ ਰਾਈਟਰਸ ਜਿਹਨਾਂ ਇੰਨੀ ਮਿਹਨਤ ਕਰਕੇ ਲਿਖਦੇ ਆ ਉਹਨਾਂ ਨੂੰ ਰੋਇਲਟੀ ਮਿਲੇ ਕਿਉਂਕਿ ਇੰਡੀਆ ਤੇ ਪਾਕਿਸਤਾਨ ਵਾਲੇ ਰੋਇਲਟੀ ਨਹੀਂ ਦਿੰਦੇ ਬਿਲਕੁਲ ਸਹੀ ਕਹਿੰਦੇ ਇਹ ਆਦਤ ਮੈਂ ਹਟਾਉਣਾ ਚਾਹੁੰਦਾ ਜਿੱਥੇ ਅਸੀਂ ਲਿਖਾਰੀ ਲਿਖ ਕੇ ਆਪੇ ਆਪ ਝੋਲੀ ਚ ਪਾ ਕੇ ਤੁਰਦੇ ਫਿਰਦੇ ਲੋਕਾਂ ਨੂੰ ਮਿਹਨਤਾਂ ਕਰਦੇ ਕਿਤਾਬ ਪੜ੍ਹਨ ਦੀ ਸੋ ਮੈਂ ਬਹੁਤ ਸਖਤ ਲੋਕਾਂ ਨੂੰ ਕਿਹਾ ਮੈਂ ਤੁਹਾਨੂੰ ਮੁਫਤ ਦੇਣੀ ਨਹੀਂ ਹੈਗੀ ਖਰੀਦ ਸਕਦੇ ਆ ਇਹਦੀਆਂ ਕੁਝ ਕਾਪੀਆਂ ਸਾਥੋਂ ਕੈਂਡਰ ਕੁਲਵੰਤ ਤੇ ਲੋਕਾਂ ਤੋਂ ਲੋਕ ਖਰੀਦ ਸਕਦੇ ਆ ਕੁਝ ਇੰਟਰਨੈਟ ਤੋਂ ਜਿੱਦਾਂ ਮੇਰੇ ਤੋਂ ਵੀ ਡਾਇਰੈਕਟਲੀ ਲੋਕ ਖਰੀਦ ਸਕਦੇ ਆ ਜੇ ਚਾਹੁੰਦੇ ਪਰ ਮੇਰਾ ਇਹਦਾ ਐਕਸਪੈਰੀਮੈਂਟ ਇਹ ਆ ਕਿ ਜੇ ਇਹ ਕਾਮਯਾਬ ਹੋ ਗਿਆ ਮੈਂ ਚਾਹੁੰਦਾ ਇੱਥੇ ਪਬਲਿਸ਼ਰ ਐਸਟੈਬਲਿਸ਼ ਕਰਨ ਜਿਹੜਾ ਪੰਜਾਬੀ ਕਿਤਾਬਾਂ ਛਾਪੂਗਾ ਤੇ ਰਾਈਟਰ ਨੂੰ ਥੋੜੀ ਜਿਹੀ ਰੋਇਲਟੀਜ਼ ਮਿਲੇ ਹੁਣ ਆਉਂਦਾ ਹੈਗਾ ਇਹਦਾ ਵਿਸ਼ਾ ਇਹਦਾ ਵੀ ਅਲੱਗ ਆ ਮੇਰੀ ਦੋ ਕਿਤਾਬਾਂ ਭੈਣ ਜੀ ਸੇਮ ਨਹੀਂ ਹੈਗੀਆਂ ਤੁਸੀਂ ਦੇਖਿਆ ਹਰ ਕਿਤਾਬ ਦਾ ਵਿਸ਼ਾ ਬਦਲਦਾ ਰਹਿੰਦਾ ਆ ਇਹ ਏਦਾਂ ਹੋਇਆ ਕੋਵਿਡ ਜਦੋਂ ਸ਼ੁਰੂ ਹੋਇਆ ਸੀਗਾ ਇੱਕ ਮੁੰਡੇ ਨੇ ਮੈਨੂੰ ਪੰਜਾਬ ਤੋਂ ਟੈਕਸਟ ਭੇਜਿਆ ਉਹ ਕਹਿੰਦਾ ਅਸੀਂ ਚਾਹੁੰਦੇ ਹੈਗੇ ਆ ਕਿਤਾਬਾਂ ਥੋੜੀਆਂ ਅਲੱਗ ਪੜ੍ਹਨ ਜਿਹੜੀਆਂ ਅੱਜ ਕੱਲ ਸਾਨੂੰ ਮਿਲਦੀਆਂ ਮੈਂ ਉਹਨਾਂ ਕਿਹਾ ਤੂੰ ਦੱਸ ਮੈਂ ਲਿਖ ਦੇਣਾ ਉਹ ਕਹਿੰਦਾ ਸਾਇੰਸ ਫਿਕਸ਼ਨ ਦੀ ਪੱਕੀ ਸਾਇੰਸ ਫਿਕਸ਼ਨ ਦੀ ਹੋਵੇ ਕਿਉਂਕਿ ਜਿਹੜੇ ਮੇਰੇ ਪਹਿਲੇ ਵੀ ਜਿਹੜੇ ਸਾਇੰਸ ਫਿਕਸ਼ਨ ਹੈਗਾ ਮੇਰੀ ਕਹਾਣੀ ਚ ਥੋੜਾ ਜਿਹਾ ਹੁੰਦਾ ਹੈ ਜ਼ਿਆਦਾ ਤਾਂ ਆਮ ਹੁੰਦੀ ਹੈ ਕਹਾਣੀ ਉਹ ਕਹਿੰਦਾ ਮੈਨੂੰ 100% ਸਾਇੰਸ ਫਿਕਸ਼ਨ ਚਾਹੀਦਾ ਜਿੱਦਾਂ ਅਮਰੀਕਨ ਫਿਲਮਾਂ ਚ ਹੁੰਦਾ ਆ ਮੈਂ ਕਿਹਾ ਠੀਕ ਆ ਫਿਰ ਮੈਂ ਸੋਚਿਆ ਹੁਣ ਆਪਾਂ ਇਹਦਾ ਕਿਵੇਂ ਕਰੀਏ ਤੇ ਜਦੋਂ ਮੈਂ ਇਹਦੀ ਰਿਸਰਚ ਕੀਤੀ ਗੋਰਿਆਂ ਕੋਲੇ ਆਪਣੀ ਉਹਨਾਂ ਦੀ ਕਲਚਰ ਦੀ ਹੈਗੀ ਆ ਥੋੜੀ ਜਿਹੀ ਬੈਕਗ੍ਰਾਉਂਡ ਆਪਣੀ ਕੀ ਸੀਗੀ ਇਹਦਾ ਕੋਈ ਬਹੁਤੀ ਮਿਥੋਲੋਜੀ ਛਾ ਨਹੀਂ ਪਰ ਸਿੰਬਾਦ ਦੀ ਮਿਥੋਲੋਜੀ ਹੈਗੀ ਜਿਹਨੇ 7 ਸਮੁੰਦਰ ਪਾਰ ਕੀਤੇ ਆ ਤੇ ਮੈਂ ਸੋਚਿਆ ਮੈਂ ਟੀਪੂ ਸੁਲਤਾਨ ਜਿਹੜਾ ਪਾਕਿਸਤਾਨ ਚ ਰਹਿੰਦਾ ਉਹਦੇ ਨਾਲ ਗੱਲ ਕੀਤੀ ਤੇ ਸਿੰਬਾਦ ਦਾ ਮਤਲਬ ਕੀ ਹੋਊਗਾ ਉਹਨੇ ਗੈਸ ਕੀਤਾ ਤਾਂ ਮੇਬੀ ਸਿੰਧ ਤੋਂ ਆਇਆ ਬੰਦਾ ਸੀਗਾ ਤੇ ਉਹਦੇ ਬਾਰੇ ਕਹਾਣੀਆਂ ਲਿਖੀਆਂ ਗਈਆਂ ਥੋੜੀ ਜਿਹੀ ਰਿਸਰਚ ਕਰਕੇ ਫਿਰ ਮੈਂ ਸੋਚਿਆ ਹੁਣ ਮੈਂ ਏਦਾਂ ਕਰਦਾ ਮੈਂ ਇਹਨੂੰ ਪੋਲਾਰ ਸਪੇਸ ਦੇ ਵਿੱਚ ਸੈੱਟ ਕਰਦਾ ਆ ਜਹਾਜ਼ ਦਾ ਨਾਮ ਸਿੰਬਦ ਰੱਖ ਲੂੰਗਾ ਤੇ ਮੈਂ ਦਿਖਾਊਂਗਾ ਉੱਥੇ ਕੀ ਹੁੰਦਾ ਤੇ ਉੱਥੇ 3 ਕੌਮਾਂ ਬਣਾਉਂਗਾ ਇੱਕ ਇਨਸਾਨ ਦੀ ਕੌਮ ਤੇ 2 ਵੱਖਰੀਆਂ ਅਲੱਗ ਅਜੀਬ ਜਿਹੀਆਂ ਕੌਮਾਂ ਤੇ ਉਹਨਾਂ ਆਪਸ ਵਿੱਚ ਕੀ ਕੁਛ ਹੁੰਦਾ ਆ ਉਹ ਇੱਕ ਬਿਮਾਰੀ ਹੈਗੀ ਇਟ ਮੀਨਸ ਇਹਨੂੰ ਟੈਕਨੀਕਲ ਬਣਨਾ ਪਿਆ ਲੈਂਗੁਏਜ ਦੇ ਵਿੱਚ ਕੋਈ ਲਫ਼ਜ਼ ਜ਼ਰੂਰ ਹੈਗੀ ਹੈ ਜਿਹੜੇ ਟੈਕਨੀਕਲ ਹੈ ਜਿੱਦਾਂ ਗੈਲੈਕਸੀ ਜਿਹੜੇ ਵੀ ਲਫ਼ਜ਼ ਹੋਊਗਾ ਤੇ ਸੋਲਰ ਸਿਸਟਮ ਦੇ ਪੰਜਾਬੀ ਲਫ਼ਜ਼ ਹਰ ਬੰਦੇ ਆਮ 2-3-4 ਵਾਰੀ ਕਈ ਲੋਕਾਂ ਨੂੰ ਪੜ੍ਹਨਾ ਪਊਗਾ ਤੇ ਸ਼ਾਇਦ ਸ਼ਬਦਕੋਸ਼ ਵੱਲ ਜਾਣਾ ਪਊਗਾ ਪਰ ਇਹ ਤਾਂ ਚੰਗੀ ਗੱਲ ਆ ਜੇ ਤੁਸੀਂ ਸ਼ਬਦਕੋਸ਼ ਵੱਲ ਜਾਂਦੇ ਨਹੀਂ ਤਾਂ ਤੁਹਾਡੀ ਵੋਕੈਬਲਰੀ ਵੱਧਦੀ ਨਹੀਂ ਬਿਲਕੁਲ ਠੀਕ ਹੈ ਉਹ 1-2 ਬੰਦੇ ਜਿਨ੍ਹਾਂ ਨੇ ਪੜ੍ਹਿਆ 1-2 ਟੋਕੀਆਂ ਉਹਨਾਂ ਨੇ ਮਾਰੀਆਂ ਆ ਉਹ ਕਹਿੰਦੇ ਆ ਤੂੰ ਸਾਰੇ ਡਿਫਰੈਂਟ ਲਫ਼ਜ਼ ਵਰਤੇ ਆ ਪਾਕਿਸਤਾਨੀ ਉਰਦੂ ਲਫ਼ਜ਼ ਵੀ ਵਰਤੇ ਆ ਫਲਾਣਾ ਧਮਕਾ ਮੈਂ ਕਿਹਾ ਨਹੀਂ ਤੁਸੀਂ ਸਮਝਦੇ ਨਹੀਂ ਹੈਗੇ ਉਰਦੂ ਨਹੀਂ ਹੈਗੀ ਜਿਹੜੀ ਮੈਂ ਵਰਤੇ ਆ
ਲੋਕ ਇੱਕ ਤਾਂ ਮੈਂ ਕਿਹਾ ਤੁਸੀਂ ਜੇ ਸ਼ਬਦਕੋਸ਼ ਦੇਖੋਗੇ ਨਾ, ਕੋਈ ਪੰਜਾਬੀ ਲਫ਼ਜ਼ ਹੈਗੇ ਜਿਹੜੇ ਫਾਰਸੀ ਤੋਂ ਪੰਜਾਬੀ ਚ ਆਏ ਆ, ਕੋਈ ਹੈਗੇ ਹੋਰ ਜ਼ਬਾਨਾਂ ਤੋਂ ਆਏ ਆ ਪੰਜਾਬੀ ਦੇ ਵਿੱਚ, ਇਹ ਲੈਜਿਟਮੇਟ ਪੰਜਾਬੀ। ਨਾਲੇ ਮੈਂ ਕਿਹਾ ਜੇ ਤੁਸੀਂ ਅਥੈਂਟਿਕ ਬਣਾਉਣਾ ਨਾ, ਜਿਹੜਾ ਬੰਦਾ ਲਹਿੰਦੇ ਪੰਜਾਬ ਤੋਂ ਫਿਰ ਸੋਚਦਾ ਆ, ਜਦੋਂ ਉਹਨੂੰ ਦਿਖਾਉਣਾ ਤੁਹਾਨੂੰ ਫਿਰ ਉਹਦੀ ਜ਼ਬਾਨ ਬੋਲਣੀ ਪੈਂਦੀ ਆ, ਇਹ ਥੋੜੀ ਵੋਕੈਬਲਰੀ ਵਧਾਉਂਦੀ ਆ। ਤੇ ਇਹ ਵੀ ਸਾਡੇ ਬਹੁਤ ਵੱਡੀ ਪ੍ਰੋਬਲਮ ਹੈ ਕਿ ਕੋਈ ਲਫ਼ਜ਼ ਚੜ੍ਹਦੇ ਪੰਜਾਬ ਚ ਚੱਲਦੇ ਆ ਤੇ ਕੋਈ ਚੱਲਦੇ ਲਹਿੰਦੇ ਪੰਜਾਬ, ਤੇ ਇੱਕ ਦੂਜੇ ਨੂੰ ਬਹੁਤਾ ਇੱਕ ਦੂਜੇ ਬਾਰੇ ਪਤਾ ਨਹੀਂ। ਫਿਰ ਜਿੱਦਾਂ ਫਿਰ ਜਦ ਤੋਂ ਵੱਧ ਆਪਾਂ ਇੱਕ ਦੂਜੇ ਨੂੰ ਇਹ ਲਫ਼ਜ਼ ਬਾਰੇ ਦੱਸੋਗੇ, ਹੌਲੀ ਹੌਲੀ ਕਮਿਊਨੀਕੇਸ਼ਨ ਹੋ ਸਕਦਾ ਆ। ਖੈਰ ਇਹ ਕਿਤਾਬ ਬੇਸਿਕਲੀ ਸਪੇਸ ਸੈਟ ਕੀਤੀ ਹੋਈ ਹੈ, ਸਾਇੰਸ ਫਿਕਸ਼ਨ ਕਿਤਾਬ ਆ ਤੇ ਡਿਫਰੈਂਟ ਹੈ। ਵੈਰੀ ਗੁੱਡ। ਔਰ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹਾਂਗੀ, ਬੜੇ ਮੈਂ ਸ਼ੋਅ ਕੀਤੇ, ਬੜੇ ਲੋਕਾਂ ਨਾਲ ਮਿਲ ਰਹੇ ਆ, ਬੜੇ ਗੱਲਬਾਤ ਹੋ ਰਹੀ ਹੈ। ਇੱਕ ਗੱਲ ਜ਼ਰੂਰ, ਇੰਨੀ ਤੁਹਾਡੀ ਇਹ ਗੱਲ ਹੈ, ਤੁਸੀਂ ਆਪਣਾ ਇਹ ਜਿਹੜਾ ਇਨੋਵੇਟਿਵ ਜਰਨੀ ਹੈ ਨਾ, ਇਹ ਜਿਹੜਾ ਐਕਸਪੈਰੀਮੈਂਟਲ ਕਰਕੇ ਤੁਸੀਂ ਲਿਖ ਰਹੇ ਹੋ, ਇਹ ਜਾਰੀ ਰੱਖਣਾ, ਤੇ ਆਪਣੇ ਜਿਹੜੇ ਬਜ਼ੁਰਗਾਂ ਜਾਂ ਜਿਹੜੇ ਕੋਈ ਤੁਹਾਨੂੰ ਥੋੜਾ ਬਹੁਤਾ ਟੋਕ ਕਰਦੇ ਆ ਨਾ, ਉਹਨਾਂ ਦੀ ਵੀ ਕੰਟਰੀਬਿਊਸ਼ਨ ਜੇ ਤੁਹਾਨੂੰ ਇਹ ਧੱਕਾ ਲਾ ਕੇ ਅੱਗੇ ਵਧਾਉਣ ਦੇ ਵਿੱਚ। ਕਿਉਂਕਿ ਤੁਸੀਂ ਦੇਖੋ ਕਿ ਉਹ ਅਸਲ 'ਚ ਉਹ ਜੋ ਸਮਝਦੇ ਆ ਉਹ ਵੀ ਠੀਕ ਆ, ਤੁਹਾਨੂੰ ਪਤਾ ਜਿਸ ਤਰ੍ਹਾਂ ਸਹੀ ਜਾਂ ਗਲਤ ਕੁਝ ਵੀ ਨਹੀਂ, ਕੋਈ ਵੀ ਬੰਦਾ ਜਦੋਂ ਕੋਈ ਗੱਲ ਕਰਦਾ ਉਹ ਆਪਣੇ ਹਿਸਾਬ ਨਾਲ ਠੀਕ ਹੀ ਕਰ ਰਿਹਾ ਹੁੰਦਾ, ਲੇਕਿਨ ਜੋ ਤੁਸੀਂ ਕਰ ਰਹੇ ਹੋ ਨਾ, ਇਟਸ ਅ ਗ੍ਰੇਟ ਕੰਟਰੀਬਿਊਸ਼ਨ ਫॉर ਪੰਜਾਬੀ ਲੱਗੀ, ਇਟਸ ਅ ਗ੍ਰੇਟ ਕੰਟਰੀਬਿਊਸ਼ਨ ਫॉर ਪੰਜਾਬ। ਔਰ ਜਿਸ ਤਰੀਕੇ ਨਾਲ ਤੁਸੀਂ ਤੁਹਾਡੇ ਵੱਲ ਦੇਖ ਕੇ ਜਿਹੜੇ ਆਪਣੀ ਨੌਜਵਾਨ ਪੀੜ੍ਹੀ ਹੈ ਉਹ ਕਹਿੰਦੀ ਵੀ ਹਾਂ ਜੀ, ਜਦੋਂ ਰੂਪ ਢਿੱਲੋਂ ਵੀ ਕਰ ਸਕਦਾ ਕੰਮ ਔਰ ਸਿੱਖ ਸਕਦਾ, ਤੇ ਉਹਦੇ ਵਿੱਚੋਂ ਅਗਰ 100 ਨਹੀਂ 50 ਨਹੀਂ, ਕੋਈ 20-30 ਬੰਦੇ ਵੀ, ਕੋਈ 20-30 ਆਪਣੀਆਂ ਕੁੜੀਆਂ ਵੀ ਕੰਮ ਤੁਹਾਡਾ ਸਾਇੰਸ ਫਿਕਸ਼ਨ ਪੜ੍ਹ ਕੇ ਜਾਂ ਦੂਜਾ ਪੜ੍ਹ ਕੇ ਆਪਣੇ ਮਾਂ ਬੋਲੀ ਵੱਲ ਪਰਤਦੀਆਂ, ਤੇ ਇਹੀ ਕੰਟਰੀਬਿਊਸ਼ਨ ਹੈ। ਇੱਕ ਹੀ ਬਹੁਤ ਆ, ਇੱਕ ਹੀ ਬਹੁਤ ਹੈ। ਮੈਨੂੰ ਬਹੁਤ 2 ਸਾਲ ਪਹਿਲਾਂ ਮੈਨੂੰ ਸਾਊਥ ਵਿਲੀਅਰ ਸਕੂਲ ਚ ਕਿਸੇ ਨੇ ਲੈ ਕੇ ਗਏ ਸੀ ਪੰਜਾਬੀ ਕਲਾਸਾਂ ਤੇ ਮੈਂ ਕਿਹਾ ਤੂੰ ਮੈਨੂੰ ਕਾਹਤੇ ਲੈ ਕੇ ਗਏ, ਮੈਂ ਤਾਂ ਆਮ ਬੰਦਾ, ਕੋਈ ਮਸ਼ਹੂਰ ਰਾਈਟਰ ਨੂੰ ਲੈ ਕੇ ਆਉਂ, ਕਹਿੰਦੇ ਨਹੀਂ ਮੈਂ ਜਾਣ ਕੇ ਤੈਨੂੰ ਲੈ ਕੇ ਆਂਦਾ ਕਿ ਤੂੰ ਇੱਥੇ ਬਲੈਤ ਦਾ ਆ। ਸੋ ਜਦੋਂ ਮੈਂ ਉਹਨਾਂ ਨੂੰ ਪ੍ਰੈਜ਼ੈਂਟ ਕੀਤਾ ਨਾ ਬੱਚਿਆਂ ਨੂੰ, ਮੈਂ ਜਾਣ ਕੇ ਅੰਗਰੇਜ਼ੀ ਚ ਪਹਿਲਾਂ ਗੱਲ ਕੀਤੀ, ਫਿਰ ਉਹਨਾਂ ਨੂੰ ਪਤਾ ਲੱਗੇ ਮੈਂ ਤੁਹਾਡੇ ਵਰਗਾ ਆ। ਟੀਚਰ ਮੇਰੇ ਵੱਲ ਝਾਕੀ ਗਏ ਕਿ ਇਹ ਤਾਂ ਪੰਜਾਬੀ ਬੋਲਦਾ ਨਹੀਂ, ਪਰ ਫਿਰ ਮੈਂ ਅੱਧੇ ਰਾਹ ਪੰਜਾਬੀ ਬੋਲਣ ਲੱਗ ਗਿਆ। ਉਹਨਾਂ ਨੂੰ ਸਾਰਾ ਜੋ ਆਪਾਂ ਗੱਲਬਾਤ ਕੀਤੀ ਬਾਰੇ ਸਮਝਾਇਆ। ਕਿਉਂਕਿ ਜਦੋਂ ਮੈਂ ਉਹਦੇ ਅੱਖਾਂ ਵੱਲ ਦੇਖਦਾ ਸੀ, ਮੇਰੇ ਦਿਮਾਗ 'ਚ ਜੇ ਇਹਨਾਂ 'ਚ ਇੱਕ ਵੀ ਮਿਲਤਾ ਪੀਤਮ ਬਣ ਗਈ, ਇੱਕ ਵੀ ਬਣ ਗਈ, ਮੇਰਾ ਕੰਮ ਹੋ ਗਿਆ। ਹਾਂ ਬਿਲਕੁਲ ਸਹੀ ਕਹਿੰਦੇ। ਕਿਉਂਕਿ ਉਹਨੇ ਮੇਰੇ ਤੋਂ ਜ਼ਿਆਦਾ ਬੈਟਰ ਲਿਖਣਾ ਆ, ਕਿਉਂਕਿ ਮੈਂ ਜਿੱਦਾਂ ਤੁਹਾਨੂੰ ਕਹਿ ਕੇ ਮੈਂ ਤਾਂ ਆਪਣੇ ਆਪ ਨੂੰ ਸਿਖਾਇਆ ਇਨਫੋਰਮਲੀ, ਇਹ ਫੋਰਮਲੀ ਪੰਜਾਬੀ ਪੜ੍ਹਦੇ ਆ। ਜੇ ਇਹਨਾਂ 'ਚ ਇੱਕ ਵੀ ਮੇਰੇ ਵਾਂਗੂ ਨਾ ਪੰਜਾਬੀ ਦੇ ਝੋਲੀ 'ਚ ਕੁਝ ਪਾ ਸਕੇ, ਮੇਰਾ ਕੰਮ ਬਣ ਗਿਆ, ਮੈਂ ਕਾਮਯਾਬ ਹੋ ਗਿਆ। ਮੇਰਾ ਇਹੀ ਸੀਗਾ। ਹੁਣ ਮੇਰੀ ਜਿਹੜੀ ਕਿਤਾਬਾਂ ਤੁਸੀਂ ਕਿਹਾ ਡਿਫਰੈਂਟ ਆ, ਕਿਉਂਕਿ ਮੈਂ ਦੇਖਿਆ, ਮੈਂ ਸਟੈਟਿਸਟਿਕਸ ਪੜ੍ਹੇ ਆ, ਜ਼ਿਆਦਾ ਜਿਹੜੇ ਨੋਵਲ ਆ ਨਾ ਆਦਮੀ ਨਹੀਂ ਪੜ੍ਹਦੇ ਹੈਗੇ ਸਾਰੀ ਦੁਨੀਆ ਦੇ, ਔਰਤਾਂ ਪੜ੍ਹਦੀਆਂ। ਪਰ ਜਿਹੜੇ ਆਪਣੇ ਪੰਜਾਬੀ ਬੰਦੇ ਜਿਹੜੇ ਲਿਖਦੇ ਆ, ਉਹ ਇਹ ਚੀਜ਼ ਸੋਚਦੇ ਨਹੀਂ। ਫਿਰ ਜਦੋਂ ਲਿਖਦੇ ਆ ਉਹਨਾਂ ਨੂੰ ਔਰਤਾਂ ਪਾਸਾ ਦਿੰਦੇ ਨਹੀਂ ਹੈਗੇ ਬਹੁਤਾ। ਹੁਣ ਆਪਾਂ ਰਾਤ ਵੀ ਇਹ ਗੱਲ ਕੀਤੀ ਹੈ, ਵਾਰਿਸ ਸ਼ਾਹ ਦਾ ਕੀ ਸੀਗਾ ਖਾਸੀਅਤ ਵਾਰਿਸ ਸ਼ਾਹ ਦੀ। ਉਹਨੇ ਹੀਰ ਰਾਂਝਾ ਉਹਨੂੰ ਆਖਿਆ, ਉਹਨੇ ਕਿਤਾਬ ਆਪਣੀ ਉਹਨੂੰ ਹੀਰ ਕਿਹਾ ਸੀ। ਹੀਰ ਬਹੁਤ ਜੂਰੀ ਕੈਰੈਕਟਰ, ਉਹ ਚ ਸਟਰੋਂਗ ਵੂਮਨ ਆ, ਸਟਰੋਂਗ ਪੰਜਾਬੀ ਵੂਮਨ ਆ। ਤੇ ਮੈਂ ਆਪਣੀਆਂ ਨੋਵਲਾਂ 'ਚ ਬਹੁਤ ਕੋਸ਼ਿਸ਼ ਕੀਤੀ ਹੈਗੀ ਹੈ, ਜਿਨ੍ਹਾਂ ਨੇ ਪੜ੍ਹਿਆ ਆਪ ਤੁਹਾਨੂੰ ਦੱਸ ਸਕਦੇ ਆ, ਮੈਂ ਬਹੁਤ ਕੋਸ਼ਿਸ਼ ਕੀਤੀ ਹੈਗੀ ਹੈ ਤਾਂ ਆਦਮੀ ਤੇ ਔਰਤ ਦੀ ਬਰਾਬਰੀ ਲੈਵਲ ਤੇ ਦਿਖਾਉਣ। ਕਈ ਅੰਸ਼ ਤਾਂ ਜਿਹੜਾ ਸਿੰਬਾਦ ਆ, ਇਹਦੀ ਮੇਨ ਕੈਰੈਕਟਰ ਤਾਂ ਵੂਮਨ ਆ ਇਹਦੇ ਵਿੱਚ, ਆਦਮੀ ਨਹੀਂ ਹੈਗਾ। ਨਹੀਂ ਸਹੀ। ਪਰ ਦੇਖ, ਸ਼ੁਰੂ ਤੋਂ ਕਿਸੇ ਨੂੰ ਇੱਕ ਚੀਜ਼ ਦਾ ਪਤਾ ਨਹੀਂ ਲੱਗਦਾ, ਹੌਲੀ ਹੌਲੀ ਪਤਾ ਲੱਗਦਾ। ਜਿਹੜੀਆਂ ਦੂਜੀਆਂ ਨੋਵਲਾਂ ਆ, ਜਿੱਦਾਂ ਮੇਰੀ ਊਰਾ ਲਿਖੀ ਸੀ, ਜਿਹਦੇ ਬਾਰੇ ਆਪਾਂ ਪਹਿਲਾਂ ਗੱਲ ਕੀਤੀ ਆ, ਉਹ ਔਰਤ ਦੇ ਪੱਖ ਤੋਂ ਮੈਂ ਲਿਖਿਆ ਆ ਥੋੜਾ ਜਿਹਾ। ਸੋ ਇਹ ਬਹੁਤ ਇੰਪੋਰਟੈਂਟ ਗੱਲ ਹੈ। ਹੁਣ ਜਿਹੜਾ ਗੁੰਡਾ ਨੋਵਲ ਆਪਾਂ ਰਾਤ ਦੀ ਗੱਲ ਕਰਦੇ ਸੀਗੇ, ਇਹਦੇ 3 ਹਿੱਸੇ ਆ। ਆਪਾਂ ਰਾਤ ਗੱਲ ਕੀਤੀ ਸੀਗੀ ਨਾ, ਗੁੰਡਾ ਤਾਂ ਇਹਦਾ ਨਾਮ ਰੱਖਿਆ ਗਿਆ ਕਿਉਂਕਿ ਜਿਹੜਾ ਮੇਨ ਕੈਰੈਕਟਰ ਉਹ ਫਰਸਟ ਪਰਸਨ ਦੇ ਵਿੱਚ ਜੋ ਪੰਗੇ ਕਰਦਾ ਬਾਰੇ ਗੱਲ ਕਰਦਾ ਆ। ਪਰ ਫਿਰ 3 ਭਾਗ ਆ। ਦੂਜੇ 2 ਭਾਗ ਨਾਰੀ ਦੇ ਪੁਆਇੰਟ ਆਫ ਵਿਊ ਤੋਂ ਆ। ਇੱਕ ਹੈਗੀ ਨਾਰੀ, ਉਹਦੀ ਬੱਲੀ ਆ, ਵਿਕਟਮ, ਇੱਕ ਨਹੀਂ। ਤੇ ਦਿਖਾਉਂਦਾ ਮੈਂ ਉਹਨਾਂ ਦਾ ਪਰਸਪੈਕਟਿਵ। ਮੈਂ ਬਹੁਤ ਕੋਸ਼ਿਸ਼, ਕਿਉਂਕਿ ਜਦੋਂ ਮੈਂ ਚੀਜ਼ਾਂ ਲਿਖਦਾ, ਮੈਂ ਇਹ ਨਹੀਂ ਸੋਚਦਾ ਜੋ ਹੋਇਆ
ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਸਾਡੇ ਇਤਿਹਾਸ ਬਾਰੇ, ਤਾਰੀਖ ਬਾਰੇ, ਸੁਫੀਆਨਾ ਬਾਰੇ ਅਸੀਂ ਸਾਰੇ ਜਾਣਦੇ ਹੈਗੇ ਆ, ਵਾਰਿਸ ਸ਼ਾਹ ਤੋਂ ਲੈ ਕੇ ਨਾਨਕ ਸਿੰਘ ਤੱਕ। ਪਰ ਆਪਾਂ ਅੱਜ ਕੱਲ ਦੇ ਜਿਹੜੇ ਰਾਈਟਰ ਆ ਨਾ ਉਹਨਾਂ ਨੂੰ ਵੀ ਮੌਕਾ ਦੇਣਾ ਚਾਹੀਦਾ। ਬਿਲਕੁਲ। ਤੇ ਜਿਹੜੀ ਅਗਲੀ ਪੀੜ੍ਹੀ ਆ ਉਹ ਬਹੁਤ ਕੁਝ ਬਦਲ ਰਹੀ ਆ। ਮੈਨੂੰ ਬਹੁਤਾ ਚੜ੍ਹਦਾ ਪੰਜਾਬ ਦਾ ਪਤਾ ਨਹੀਂ, ਪਰ ਮੈਂ ਇੰਨਾ ਕਹਿ ਸਕਦਾ ਉੱਤੇ ਪ੍ਰਗਟ ਸਿੰਘ ਸਰਤੋਜ ਨੇ ਬਹੁਤ ਸੋਹਣੀ ਕਿਤਾਬ ਲਿਖੀ ਹੋਈ ਆ। ਸਾਡੇ ਬਲੈਕ ਚ 1-2 ਹੈਗੇ ਆ ਪੋਪੂਲਰ ਰਾਈਟਰ, ਸ਼ਿਵਚਰਨ ਜੱਗੀ ਕੁੱਸਾ ਵੀ ਹੈਗਾ, ਹਰਜੀਤ ਅਤਵਾਲ ਹੁਣੀ ਵੀ ਹੈਗੇ ਆ, ਮਹਿੰਦਰਪਾਲ ਸਿੰਘ ਧਾਲੀਵਾਲ ਵੀ ਹੈਗੇ ਆ। ਹੁਣ ਇੱਕ ਪਾਕਿਸਤਾਨ ਚ ਵੀ ਟੋਲਾ ਹੈਗਾ ਜਿਹੜਾ ਅੱਗੇ ਲੈ ਕੇ ਜਾ ਰਿਹਾ, ਉਹਨਾਂ ਦੇ 1-2 ਦੇ ਨਾਂ ਤਾਂ ਮੈਂ ਲੈ ਹਟਿਆ ਆ। ਅਫਸਲ ਸਾਹਿਲ ਵੀ ਉਹਦੇ ਚ ਹੈਗਾ ਆ। ਹਾਂਜੀ, ਵੀ ਦੱਸਿਆ ਅਫਜ਼ਲ ਸਾਹਰ ਹੈ, ਨੈਣ ਸੁਖ ਨੇ, ਬਾਕੀ ਵੀ ਬਹੁਤ ਸਾਰੇ ਜੀ ਦੱਸਿਆ। ਆਪਣੇ ਹੋਰ ਵੀ ਬਹੁਤ ਲੋਕੀ ਕਰ ਰਿਹਾ ਕੰਮ ਨਾ। ਬਹੁਤ ਖਾਸ ਤੁਹਾਨੂੰ ਮਤਸਰ ਬਸ਼ੀਰ ਦੀ ਕੌਣ ਨੋਵਲ ਪੜ੍ਹਨੀ ਚਾਹੀਦੀ ਆ। ਉਹਨੇ ਨਵੀਂ ਰੇਖ ਵੀ ਲਿਖੀ ਹੋਈ ਆ, ਉਹ ਵੀ ਮੇਰੇ ਕੋਲ ਸੋਚਦਾ ਆ। ਮੈਂ ਇੱਕ ਚੀਜ਼ ਸਾਡੇ ਤੇ ਕਾਮਨੈਲਿਟੀ ਇਹ ਦੇਖੀ ਆ ਕਿ ਜਿਹੜੇ ਅਸੀਂ ਸੇਮ ਤਰ੍ਹਾਂ ਲਿਖਦੇ ਆ ਨਾ, ਅਸੀਂ ਜਿਹੜੇ ਲੋਕ ਨੂੰ ਮਿਡਲ ਕਲਾਸ ਕਹਿ ਸਕਦੇ ਆ, ਸਾਡਾ ਥੋੜਾ ਜਿਹਾ ਬੈਕਗ੍ਰਾਉਂਡ ਇਹ ਹੈ, ਸ਼ਾਇਦ ਤਾਂ ਅਸੀਂ ਤਾਂ ਲਿਖਦੇ ਆ। ਸਹੀ ਹੈ, ਕਿਉਂਕਿ ਜ਼ਿਆਦਾ ਪੁਰਾਣੀਆਂ ਪੰਜਾਬੀ ਕਿਤਾਬਾਂ ਪਿੰਡ ਤੋਂ ਆਈਆਂ ਆ ਤੇ ਮੇਬੀ ਉਹਨਾਂ ਦੇ ਫਿਰ ਤਾਂ ਉਹਦੇ ਹਿਸਾਬ ਦੀਆਂ ਆ। ਜਿਹੜੇ ਅਸੀਂ ਲਿਖਦੇ ਆ ਥੋੜਾ ਜਿਹਾ ਡਿਫਰੈਂਟ ਆ, ਸਾਡਾ ਐਕਸਪੀਰੀਅੰਸ ਡਿਫਰੈਂਟ ਆ। ਤੇ ਮੈਂ ਮਿਡਲ ਕਲਾਸ ਨਹੀਂ ਕਹਿਣਾ ਚਾਹੁੰਦਾ, ਮੈਂ ਸ਼ਹਿਰੀ ਕਿਤਾਬ ਨੂੰ ਕਹੂੰਗਾ। ਜਿਹੜੇ ਸ਼ਹਿਰ ਚ ਲੋਕ ਰਹਿੰਦੇ ਆ ਨਾ ਉਹਨਾਂ ਦੀ ਸੋਚ ਥੋੜੀ ਡਿਫਰੈਂਟ ਆ। ਅਰਬਨ ਜਿਸ ਤਰ੍ਹਾਂ ਤੁਸੀਂ ਵਲੈਤ ਚੋਂ, ਹੁਣ ਤੁਹਾਡੇ ਜਿਹੜੇ ਬੱਚੇ ਨੇ ਉਹ ਹੁਣ ਤੁਸੀਂ ਦੇਖੋ, ਤੁਸੀਂ ਇੱਥੇ ਦੇ ਬੋਰਨ ਹੋ ਔਰ ਫਿਰ ਹੁਣ ਤੁਹਾਡੇ ਬੱਚੇ ਅਗਲੀ ਪੀੜ੍ਹੀ ਹੈ, ਤੇ ਫਿਰ ਜ਼ਾਹਿਰ ਹੈ ਤੁਸੀਂ ਉਹਨਾਂ ਦਾ ਵੀ ਤੇ ਉਹਨਾਂ ਨੂੰ ਵੀ ਥੋੜਾ ਜਿਹਾ ਉਹ ਆਪਣੇ ਜਿਹੜੇ ਲੰਡਨ ਚ ਰਹਿੰਦੇ ਪਏ, ਜਿਹੜੇ ਬਰਮਿੰਗਮ ਚ ਹੈ, ਮੈਨਚੈਸਟਰ, ਇਹ ਬੱਚੇ ਜਿਹੜੇ ਨੇ ਇਹਨਾਂ ਨੂੰ ਵੀ ਥੋੜਾ ਜਿਹਾ ਉਹਨਾਂ ਦੇ ਮੁਤਾਬਕ ਥੋੜਾ ਜਿਹਾ ਉਸ ਹਿਸਾਬ ਸਿਰ ਵੀ, ਤਾਂ ਕਿ ਉਹ ਅੰਗਰੇਜ਼ੀ ਦਾ ਵੀ ਅਸਰ ਹੈ, ਤਾਂ ਕਿ ਉਹ ਵੀ ਆਪਣੀ ਮਾਂ ਬੋਲੀ ਨੂੰ ਇੱਕ ਖੁੱਲੇ ਦਿਲ ਨਾਲ ਐਕਸੈਪਟ ਕਰਨ, ਉਹ ਆਈਡੀਆਜ਼ ਉਹਨਾਂ ਨੂੰ ਵੀ ਕਲਿੱਕ ਕਰਨ, ਔਰ ਫਿਰ ਨਵੀਂ ਚੀਜ਼ ਜਿਹੜੀ ਹੈ ਉਹ ਵੀ ਹੁੰਦੀ ਹੈ। ਅੱਛਾ, ਇੱਕ ਗੱਲ ਤੁਸੀਂ ਹੁਣ ਇੱਕ ਨਾਰੀ ਦੀ ਗੱਲ ਕੀਤੀ, ਮੈਨੂੰ ਬੜਾ ਇੰਟਰਸਟਿੰਗ ਲੱਗਿਆ ਕਿ ਆਪਣੇ ਇਹ ਆਪਣਾ ਉਹ ਫਿਰ ਅਗੇਨ ਇਹੀ ਹੈ, ਸ਼ਾਇਦ ਤੁਸੀਂ ਇੱਥੇ ਬੌਰਨ ਔਰ ਬ੍ਰੌਟ ਅਪ ਹੋਏ ਹੋ ਤੇ ਤਾਂ ਵਾਸਤੇ ਬਹੁਤ ਸਾਰੇ ਲੋਕ ਆਪਣੇ ਲਹਿੰਦੇ ਪੰਜਾਬ, ਚੜ੍ਹਦੇ ਪੰਜਾਬ ਚ, ਤੇ ਤੁਹਾਨੂੰ ਪਤਾ ਕਿੰਨਾ ਜ਼ੁਲਮ ਹੁੰਦਾ ਆਪਣੀਆਂ ਬੁੱਢੀਆਂ ਨਾਲ। ਜੀ। ਔਰ ਤੁਸੀਂ ਦੇਖੋ ਬੜੇ ਪੜ੍ਹੇ ਲਿਖੀਆਂ ਬੁੱਢੀਆਂ ਨੇ, ਉਹ ਸਾਡੀ ਇੱਕ ਆਪਣੀ ਦੋਸਤ ਹੈ ਬਹੁਤ ਚੰਗੀ, ਆਪਣੀ ਦੀਪ ਸਈਦਾ, ਹਰ ਕੋਈ ਨਾ ਕੋਈ ਸੋਸ਼ਲ ਇਸ਼ੂ ਹੁੰਦਾ, ਉਹ ਖਲੋਤੇ ਹੁੰਦੇ ਨੇ ਸਾਡੇ, ਬਹੁਤ ਆਪਣੀ ਉਹ ਸਾਰੀ ਦੁਨੀਆ ਨੂੰ ਜਾਣਦੀ ਹੈ। ਔਰ ਹੁਣ ਵੀ ਕਦੀ ਕਿਤੇ ਕੁਛ ਹੁੰਦਾ ਤੇ ਨਾਰੀਆਂ ਦੇ ਨਾਲ ਬੜੇ ਆਪਣੇ ਦੋਵੇਂ, ਬੇਸ਼ੱਕ ਕਿਤੇ ਵੀ ਹੈ, ਉਹ ਮੇਰਾ ਜ਼ਿਕਰ ਕਰਨ ਤੇ ਵੀ ਨਹੀਂ ਦਿਲ ਕਰਦਾ, ਜੋ ਪੜ੍ਹੀਆਂ ਲਿਖੀਆਂ ਜਿਹੜੀਆਂ ਬੰਦੀਆਂ ਨੇ ਉਹ ਆਪਣੇ ਘਰਾਂ 'ਚ ਵੀ ਦੇਖੋ ਜਿਹੜੀ ਵਿਊਜ਼ ਹੁੰਦੀਆਂ ਨੇ ਔਰ ਤਨਖਾਹਾਂ ਬੰਦਿਆਂ ਨੂੰ ਦਿੰਦੀਆਂ ਨੇ, ਕੀ ਕੁਝ ਨਹੀਂ ਹੁੰਦਾ। ਤੁਸੀਂ ਇੱਕ ਨਾਰੀ ਨੂੰ ਇੱਕ ਸਟਰੋਂਗ ਕੈਰੈਕਟਰ ਦੇ ਤੌਰ ਤੇ ਕਿਉਂ ਪੇਸ਼ ਕੀਤਾ? ਕਿਉਂ ਤੁਹਾਡੇ ਜ਼ਿਹਨ 'ਚ ਕਿਸ ਤਰ੍ਹਾਂ ਆ ਗਿਆ? ਕਿ ਤੁਸੀਂ ਬਿਲੀਵ ਕਰਦੇ ਹੋ ਜਾਂ ਵਾਕਈ ਤੁਸੀਂ ਸਮਝਦੇ ਹੋ ਕਿ ਇਹਦਾ ਲੰਬਾ, ਮੈਨੂੰ ਪਤਾ ਸਾਡਾ ਵਕਤ ਘੱਟ ਕਰਕੇ ਮੈਂ ਬਹੁਤ ਹੀ ਲੰਬਾ ਜਵਾਬ ਨਹੀਂ ਦੇਣਾ, ਪਰ ਇਹਦਾ ਛੋਟਾ ਜਵਾਬ ਇਹ ਆ, ਹੁਣ ਮੈਨੂੰ ਮੈਂ ਬਹੁਤਾ ਧਰਮ ਦੀ ਵੱਲ ਜਾਣਾ ਚਾਹੁੰਦਾ ਨਹੀਂ ਹੈਗਾ, ਪਰ ਮੇਰੇ ਜਿਹੜਾ ਬੈਕਗ੍ਰਾਉਂਡ ਓਬਵੀਅਸਲੀ ਸਿੱਖੀ ਚ ਆ, ਸਿੱਖਾਂ ਘਰਾਂ ਦਾ ਬੱਚਾ ਆ ਮੈਂ, ਉਹਦੇ ਕਰਕੇ ਗੁਰੂ ਨਾਨਕ ਸਿੰਘ ਦਾ ਬਹੁਤ ਵੱਡਾ ਅਸਰ ਆ। ਉਹਨਾਂ ਨੇ ਉਸ ਵੇਲੇ 500 ਸਾਲ ਪਹਿਲਾਂ ਨਾਰੀ ਤੇ ਆਦਮੀ ਨੂੰ ਉਸੇ ਪੱਧਰ ਤੇ ਰੱਖਿਆ, ਉਸੇ ਤੇ ਉਹ ਬਰਾਬਰੀ ਥੋੜੀ ਜਿਹੀ, ਇਹ ਨਹੀਂ ਕਹਿੰਦਾ ਪ੍ਰੈਕਟਿਸ ਹੁੰਦੀ ਆ, ਪ੍ਰੈਕਟਿਸ ਜੋ ਹੁੰਦਾ ਤੁਸੀਂ ਹੁਣੀ ਗੱਲ ਕਰਕੇ ਹਟੇ ਜੋ ਹੁੰਦਾ ਆ, ਪਰ ਥਿਊਰੀ ਦੇ ਵਿੱਚ ਉਹਨੇ ਜੋ ਇਹ ਦਿੱਤੀ ਸੀਗੀ ਦੋਨਾਂ ਨੂੰ ਬਰਾਬਰੀ, ਉਹ ਉੱਥੋਂ ਥੋੜਾ ਜਿਹਾ ਫਿਰ ਮੇਰਾ ਆਉਂਦਾ ਹੈਗਾ। ਦੂਜਾ ਸਾਰਾ ਤੁਹਾਡੀ ਗੱਲ ਸਹੀ ਆ, ਪੱਛਮ ਜੰਪਲ ਕਰਕੇ ਇੱਥੇ ਬਹੁਤ ਨਾਰੀ ਦੀਆਂ ਰਾਈਟਸ ਦਾ ਤੁਹਾਨੂੰ ਪਤਾ ਹੈਗਾ ਆ, ਜ਼ੋਰ ਹੈਗਾ ਆ, ਇਹ ਚੀਜ਼ ਦਾ ਫਿਰ ਅਸਰ ਮੇਰੇ ਤੇ ਪੈਣਾ ਹੀ ਪੈਣਾ ਸੀਗਾ, ਦੋਨੋਂ ਚੀਜ਼ਾਂ ਦਾ। ਉਹਦੇ ਉੱਪਰ ਮੈਂ ਹੁਣੀ ਮੈਂਸ਼ਨ ਕੀਤਾ ਸੀਗਾ, ਜ਼ਿਆਦਾ ਲੋਕ ਜਿਹੜੇ ਐਕਚੁਅਲੀ ਨੋਵਲ ਪੜ੍ਹਦੇ ਆ, ਆਦਮੀ ਨਹੀਂ ਨਾਰੀਆਂ ਹੀ ਪੜ੍ਹਦੀਆਂ ਆ। ਸੋ ਇਹ ਜੋ ਤੁਸੀਂ 3 ਚੀਜ਼ਾਂ ਨੂੰ ਫੈਕਟ ਟੇਕਿੰਗ ਕਰਦੇ ਆ, ਨਾ ਇਹ ਵੀ ਯਾਦ ਰੱਖੋ, ਦੁਨੀਆ ਨੇ, ਰੱਬ ਨੇ ਜਦੋਂ ਲੋਕ ਬਣਾਏ ਆ, 50% ਲੋਕ ਦੁਨੀਆ 'ਚ ਨਾਰੀਆਂ ਆ, ਤੇ ਉਹਨਾਂ ਕੋਲ ਕਿਉਂ ਨਹੀਂ ਬਰਾਬਰੀ ਹੋਣੀ ਚਾਹੀਦੀ? ਨਾਲੇ ਜੇ ਮਾਂ ਨੇ ਬੱਚੇ ਨੂੰ ਜਨਮ ਨਹੀਂ ਦਿੱਤਾ, ਮੁੰਡਾ ਹੋ ਨਹੀਂ ਸਕਦਾ। ਤੇ ਇਹ ਵੀ ਸਟੂਪਿਡ ਹੈ ਜੇ ਤੁਸੀਂ ਔਰਤ ਨੂੰ ਨਹੀਂ ਦਿੰਦੇ ਹੈਗੇ। ਆਪਣੇ 'ਚ ਸਾਰੀ ਤੋਂ ਵੱਡੀ ਬਿਮਾਰੀ ਇਹ ਹੈ, ਅਸੀਂ ਔਰਤ ਨੂੰ ਇੱਕ ਕਿਸਮ ਦੀ ਗਲਤ ਚੀਜ਼ ਹੈ, ਅਸੀਂ ਜਿਹੜੀ ਸੋਚਦੇ ਹਾਂ ਔਰਤ ਤੇ ਇੱਜ਼ਤ
equally each other. ਹਾਂ ਜੇ ਤੁਸੀਂ ਇਹ ਕਰਦੇ ਆ ਨਾ, ਐਕਚੁਅਲੀ ਤੁਸੀਂ ਉਹਦੀ ਇੱਜ਼ਤ ਨਹੀਂ ਕਰਦੇ, ਔਰਤ ਦੀ ਤੁਸੀਂ ਇੱਜ਼ਤ ਉਹਦੀ ਲੱਤ ਖਿੱਚਦੇ ਆ। ਹਾਂ ਕਿਉਂਕਿ ਜਦੋਂ ਤੁਸੀਂ ਉਹਨੂੰ ਇੱਜ਼ਤ ਕਹਤਾ, what you are doing, ਆਦਮੀ ਜਾਣ ਕੇ ਉਹਨੂੰ ਤੁਸੀਂ ਗੁੱਠੇ ਦੇ ਹੇਠ ਰੱਖਦੇ ਆ। ਹਾਂ ਹੁਣ ਸਿੰਪਲ ਗੱਲ ਆਉਂਦੀ ਆ, ਜੇ ਤੁਸੀਂ ਅਮ੍ਰਿਤਾ ਪ੍ਰੀਤਮ ਦੀ ਨੌ ਪਿੰਜਰ 'ਚ ਦੇਖੋਗੇ, ਰਸ਼ੀਦਾ ਨੇ ਉਹਨੂੰ ਚੱਕਿਆ ਆ। ਕਾਹ ਤੋਂ ਚੱਕਿਆ? ਕਿਉਂਕਿ ਉਹਨੂੰ ਪਤਾ ਸੀ ਉਹ ਦੂਜੇ ਬੰਦੇ ਦੇ ਪੱਗ ਦੇ ਦਾਗ ਪਾਉਣੇ ਆ। ਇਹ ਆਦਮੀ ਤੇ ਆਦਮੀ ਦਾ ਐਟੀਟਿਊਡ ਆ। ਕੁੜੀ ਨੇ ਤਾਂ ਕੁਝ ਗਲਤ ਕੀਤਾ ਨਹੀਂ ਸੀ ਉਹਦੇ ਵਿੱਚ। ਸੋ ਐਕਚੁਅਲੀ ਇਹ ਇੱਜ਼ਤ ਨਹੀਂ ਹੈਗੀ, ਇਹ ਸਮਾਂ ਤੁਸੀਂ ਔਰਤ ਦੀ ਬੇਇੱਜ਼ਤੀ ਕਰਦੇ ਆ। ਸੋ ਇਹ ਜਿਹੜੀ ਜਿੰਨੀਆਂ ਤੁਸੀਂ ਪ੍ਰੋਬਲਮ ਦੀ ਗੱਲ ਕੀਤੀ ਹੈ ਨਾ, ਬੰਦੇ ਨੂੰ ਬੈਠ ਕੇ ਆਪਣੇ ਆਪ ਸੋਚਣਾ ਚਾਹੀਦਾ। ਮੈਂ ਐਕਚੁਅਲੀ ਕਹਿੰਦਾ ਮੇਰੀ ਮਾਂ ਆ, ਪਰ ਆਪਾਂ ਮੇਰੀ ਭੈਣ ਆ ਜਾਂ ਮੇਰੀ ਧੀ ਆ, ਪਰ ਅਸੀਂ ਐਕਚੁਅਲੀ ਉਹਨਾਂ ਕੋਲ ਬਿਹੇਵ ਕਿਵੇਂ ਕਰ ਰਹੇ ਆ। ਇਹ ਹੈਗਾ, ਮੈਂ ਕਹੂੰਗਾ ਸਾਡੇ ਸਿੱਖਾਂ ਤੇ ਮੁਸਲਮਾਨਾਂ ਨੂੰ ਇਹ ਚੀਜ਼ ਬਾਰੇ ਸੋਚਣ ਦਾ। ਹਿੰਦੂਆਂ ਨੂੰ ਸੋਚਣ ਬਾਰੇ ਹੈਗਾ ਆ, ਜਿਹੜੀ ਇਹਨਾਂ ਦੀ ਕਾਸਟ ਸਿਸਟਮ ਹੈ ਨਾ, ਉਹ 'ਚ ਕਈ ਐਗਜ਼ਾਮਪਲ ਹੈਗੇ ਆ। ਜੇ ਸਿੰਪਲ ਗੱਲ, ਉਹ ਮੱਥਾ ਟੇਕਦੇ ਹੈਗੇ ਆ ਔਰਤ ਦੇ ਬੁੱਤ ਨੂੰ, ਪਰ ਉਹਨੂੰ ਇੱਜ਼ਤ ਨਹੀਂ ਦਿੰਦੇ ਹੈਗੇ। ਇਹ ਉਹਨਾਂ ਨੂੰ ਇਹ ਚੀਜ਼ਾਂ ਦਾ ਸੋਚਣਾ ਚਾਹੀਦਾ। ਸੋਚਦੇ ਨਹੀਂ ਹੋਣੇ। ਰੇਪ ਕਿਸੇ ਦਿੱਲੀ 'ਚ ਹੋਇਆ ਸੀ ਕਈ ਸਾਲ ਪਹਿਲਾਂ, ਉਹ ਵੱਡਾ ਕਾਹ ਤੋਂ ਹੁੰਦਾ ਉੱਥੇ? ਤਾਂ ਹੁੰਦਾ ਕਿਉਂਕਿ ਉਹਨਾਂ ਦਾ ਐਟੀਟਿਊਡ ਨਾਰੀ ਵੱਲ ਚੰਗਾ ਨਹੀਂ ਹੈਗਾ। ਉੱਪਰ ਸਾਰੇ ਕਹੀ ਜਾਂਦੇ ਆ ਮੇਰੀ ਮਾਂ, ਮੇਰੀ ਧੀ, ਮੇਰੀ ਭੈਣ, ਪਰ ਇਹ ਗਲਤ। ਜਿਹੜੇ ਅਸਲੀ ਇੱਜ਼ਤ ਦਾ ਮਤਲਬ ਹੈ ਨਾ, ਉਹਨਾਂ ਨੂੰ ਗਲਤ ਮਤਲਬ ਆ। ਉਹ ਇੱਜ਼ਤ ਉਹ ਹਿਸਾਬ ਨਾਲ ਵਰਤਦੇ, ਜਿੱਦਾਂ ਮੈਂ ਰਸ਼ੀਦਾ ਦੀ ਤੁਹਾਨੂੰ ਐਗਜ਼ਾਮਪਲ ਦਿੱਤਾ ਆ। ਇਹ ਜਿਸ ਕਿਸੇ ਨੂੰ ਚੱਕ ਲਿਆ, ਇਹ ਮੇਰੀ ਪੱਗ ਦੇ ਦਾਗ ਲੱਗੇ, ਇਹ ਨਹੀਂ। ਵਾਈ ਸ਼ੁੱਡ ਬੀ ਔਰਤ ਦਾ ਇਹ ਪ੍ਰੋਬਲਮ? ਇਹ ਤੁਹਾਡੀ ਪ੍ਰੋਬਲਮ ਹੈ। ਔਰਤ ਕੋਲੇ ਉਨਾ ਹੀ, ਹੁਣ ਮੈਂ ਸ਼ਾਇਦ ਕੰਟਰੋਵਰਸ਼ਲ ਚੀਜ਼ ਕਹੂੰਗਾ, ਜੇ ਲੋਕ ਖਿੱਚਗੇ ਮੇਰੇ ਵੱਲ, ਮੈਨੂੰ ਨਹੀਂ ਲੱਗਦਾ ਬਰਕਤ ਪਹੁੰਚ ਕੋਈ ਬੰਦਾ ਜ਼ਿਆਦਾ ਧਾਰਮਿਕ ਬੰਦਾ ਹੈਗਾ। ਇਹ ਸਮਾਂ ਔਰਤ ਨੂੰ ਸਰਪ੍ਰਾਈਜ਼ ਕਰਦਾ। ਮੈਂ ਤੁਹਾਨੂੰ ਸਿੰਪਲ ਐਗਜ਼ਾਮਪਲ ਦਿੰਦਾ। ਮੈਂ ਇੱਕ ਵਾਰੀ ਸੇਨਸਬਰੀ ਦੇ ਕਿਊ 'ਚ ਖੜਾ ਸੀਗਾ, ਖਾਣਾ ਪੀਣਾ ਖਰੀਦਦਾ। ਮੇਰੇ ਸਾਹਮਣੇ ਦੋ ਤੀਵੀਆਂ ਸੀਗੀਆਂ। ਇੱਕ ਦੇ ਸਲਵਾਰ ਕਮੀਜ਼ ਪਾ ਕੇ ਚੁੰਨੀ ਪਾਈ ਹੋਈ ਸੀਗੀ, ਦੂਜੇ ਦੀ ਸਿਰਫ ਅੱਖਾਂ ਹੀ ਦਿਸਦੀਆਂ ਸੀਗੀਆਂ। ਬਲੀਵ ਇਟ ਔਰ ਨੋਟ, ਜਿਹੜੀ ਸੀਗੀ ਸਲਵਾਰ ਕਮੀਜ਼ 'ਚ, ਉਹ ਮਾਂ ਸੀਗੀ। ਜਿਹੜੀ ਸੀਗੀ ਢੱਕੀ ਹੋਈ, ਉਹਦੀ ਧੀ ਸੀਗੀ। ਤੇ ਜਦੋਂ ਆਪਸ ਵਿੱਚ ਗੱਲਾਂ ਕਰਦੀਆਂ ਸੀ, ਤੁਹਾਨੂੰ ਪਤਾ ਲੱਗਦਾ ਸੀਗਾ ਧੀ ਦੇ ਐਕਸੈਂਟ ਤੋਂ ਇੱਥੇ ਬਲੈਕ 'ਚ ਜੰਪ ਪਾ ਲਿਆ, ਪ੍ਰੋਪਰ ਇੰਗਲਿਸ਼ ਬੋਲਦੀ ਸੀਗੀ। ਤੇ ਮੈਂ ਉਹਨੂੰ ਇਹ ਸੋਚਿਆ, ਮੈਂ ਕਿਹਾ ਦੇਖ ਇੰਟਰਸਟਿੰਗ ਆ, ਜਿਹੜੀ ਕੁੜੀ ਆ ਉਹ ਜ਼ਿਆਦਾ ਐਕਸਟ੍ਰੀਮ ਆ, ਮਾਂ ਸਮਾਂ ਜ਼ਿਆਦਾ ਲਿਬਰਲ ਆ। ਕਿਉਂਕਿ ਅਨਫੋਰਚੂਨੇਟਲੀ ਸਿਆਸੀ ਗੱਲਾਂ ਨੇ ਉੱਥੇ ਉਹ ਮੈਨੂੰ ਪਤਾ ਗੱਲ ਲੈ ਕੇ ਆਈ ਹੈਗੀ ਆ। ਪਰ ਇਹ ਆਪਾਂ ਨੂੰ ਸੋਚਣਾ ਚਾਹੀਦਾ, ਉਹਨੂੰ ਲੁਕਾਉਣ ਦੀ ਕੀ ਲੋੜ ਆ? ਉਹਨੂੰ ਵੀ ਉਹਨੇ ਜੇ ਉਹ ਲੁਕਾਉਣ, ਫਿਰ ਮੈਨੂੰ ਆਦਮੀ ਮੈਨੂੰ ਵੀ ਆਪਣੀਆਂ ਅੱਖਾਂ ਹੀ ਦਿਖਾਉਣੀਆਂ ਚਾਹੀਦੀਆਂ। ਇਹ ਬਰਾਬਰੀ ਨਹੀਂ ਹੈਗੀ। ਇਹ ਜੋ ਆਪਾਂ ਔਰਤਾਂ ਨਾਲ ਕਰਦੇ ਨਾ ਘਰਾਂ 'ਚ, ਜਿਹੜੀਆਂ ਚੀਜ਼ਾਂ ਦੇ ਤੁਸੀਂ ਥੋੜਾ ਜਿਹਾ ਹਿੰਟ ਦਿੱਤਾ ਹੈਗਾ, ਇਹ ਬਹੁਤ ਗਲਤ ਆ, ਬਹੁਤ ਗਲਤ। ਤੇ ਇਹ ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ ਲਿਖਣੀਆਂ ਚਾਹੀਦੀਆਂ। ਫੌਜ਼ੀ ਰਫੀਕ ਜੇ ਕੈਨੇਡਾ 'ਚ ਬੈਠੀ, ਉਹ ਇਦਾਂ ਦੀਆਂ ਕਿਤਾਬਾਂ ਹੀ ਲਿਖਦੀ ਆ। ਉਹਦੀ ਲੇਟੈਸਟ ਕਿਤਾਬ ਕੀਰੂ ਆ, ਪੜ੍ਹਨ ਵਾਲੀ ਆ। ਕੁਲਵੰਤ ਢਿੱਲੋਂ ਦੀ ਪੋਇਟਰੀ ਹਮੇਸ਼ਾ ਲਿਖਦੀ ਆ। ਇਹ ਬਹੁਤ ਐਗਜ਼ਾਮਪਲ ਦਾ ਤੁਹਾਨੂੰ 100 ਦੇ ਸਕਦਾ ਆ, ਪਰ ਜ਼ਿਆਦਾ ਇਹ ਔਰਤ ਬਾਰੇ ਲਿਖਦੀ ਆ। ਆਦਮੀ ਨੂੰ ਸੋਚਣਾ ਥੋੜਾ ਜਿਹਾ ਚਾਹੀਦਾ ਕਿ ਮੈਂ ਔਰਤ ਨੂੰ ਕਿਵੇਂ ਟਰੀਟ ਕਰਦਾ ਆ। ਹੁਣ ਮੇਰੀ ਜਿਹੜੀ ਕਿਤਾਬ 'ਚ ਇਹੀ ਸਭ ਤੋਂ ਵੱਧ ਖਾਸੀਅਤ ਇਹੀ ਆ, ਜਦੋਂ ਮੈਂ ਫੀਮੇਲ ਕੈਰੈਕਟਰ ਲਿਖਦਾ ਨਾ, ਮੈਂ ਸੋਚਦਾ ਹੈਗਾ ਅੱਛਾ ਹੁਣ ਉਹਦੀ ਫੀਲਿੰਗਸ ਕੀ ਹੈ। ਇਹ ਜਿਹੜੀ ਮੇਰੀ ਵਾਈਫ ਹੁੰਦੀ ਆ, ਮੈਂ ਜਿੱਦਾਂ ਭਾਵੇਂ ਸੋਚਦਾ ਹੋਊਗਾ, ਉਹ ਕਿਵੇਂ ਸੋਚਦੀ ਹੋਵੇ, ਮੇਰੀ ਭੈਣ ਕਿਵੇਂ ਸੋਚਦੀ ਹੋਊਗੀ, ਮੇਰੀ ਮਾਂ ਕਿਵੇਂ ਸੋਚਦੀ ਹੋਵੇ। ਤੇ ਇਹ ਬਹੁਤ, ਫਿਰ ਜੇ ਤੁਸੀਂ ਏਦਾਂ ਸੋਚਣ ਲੱਗ ਜਾਂਦੇ, ਫਿਰ ਤੁਹਾਨੂੰ ਦਿਸਦਾ ਆਦਮੀ ਕਿੰਨੇ ਪਾਪ ਕਰਦੇ ਇਹਨਾਂ ਦੇ ਖਿਲਾਫ। ਤੇ ਆਪਾਂ ਨੂੰ ਐਟੀਟਿਊਡ ਚੇਂਜ ਕਰਨਾ ਚਾਹੀਦਾ। ਹੁਣ ਆਪਾਂ ਇੱਕ ਪਾਸੇ ਇੰਡੀਆ ਪਾਕਿਸਤਾਨ ਨੂੰ ਮਾਡਰਨ ਸ਼ਬਦ ਕਹਿੰਦੇ, ਪਹਿਲਾਂ ਨਾਲੋਂ ਮਾਡਰਨ ਮਸ਼ੀਨਾਂ ਲੈ ਕੇ, ਗੱਡੀਆਂ ਲੈ ਕੇ ਨਹੀਂ ਬੰਦੇ ਨੂੰ ਮਾਡਰਨ ਬਣਾਉਂਦਾ। ਮਾਡਰਨ ਬਣਾਉਂਦਾ ਜਦੋਂ ਸਾਡੇ ਸੋਚ ਗਾਹਾਂ ਗਈ। ਪ੍ਰੋਬਲਮ ਇਹ ਅਗੇਨ ਮੈਂ ਤੁਹਾਨੂੰ ਕਿਹਾ, ਇਹ ਸੈਡ ਗੱਲ ਹੈ, ਆਪਾਂ ਪਿੱਛੇ ਚਲੇ ਗਏ, ਅੱਗੇ ਨਹੀਂ ਗਏ। ਜਿੱਥੇ ਆਪਾਂ ਪਹਿਲਾਂ ਸਨ, ਉਦੋਂ ਅਸੀਂ ਪਿੱਛੇ ਗਏ। ਇਹਦਾ ਮਤਲਬ ਮੇਰਾ ਕਹਿਣ ਦਾ ਭਾਵ ਹੈਗਾ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਨਾਰੀ ਨੂੰ ਬਰਾਬਰੀ ਦਿੱਤੀ। 300 ਸਾਲ ਪਹਿਲਾਂ ਵਾਰਿਸ ਸ਼ਾਹ ਨੇ ਔਰਤ ਨੂੰ ਹੀਰ 'ਚ ਬਰਾਬਰੀ ਦਿੱਤੀ। ਹੁਣ ਆਪਾਂ ਕਿਉਂ ਨਹੀਂ ਕਰ ਰਹੇ ਹੈਗੇ? ਬਿਲਕੁਲ ਸਹੀ ਕਿਹਾ। ਬਹੁਤ ਵਧੀਆ ਮੈਸੇਜ ਤੁਸੀਂ, ਤੇ ਬਹੁਤ ਵਧੀਆ ਗੱਲਾਂ ਕੀਤੀਆਂ। ਮੇਰੇ ਦਿਲ 'ਚ ਤੁਹਾਡੀ ਇੰਨੀ ਇੱਜ਼ਤ ਵਧੀ ਹੈ, ਕਿਉਂਕਿ ਇੱਕ ਮਰਦ ਦੇ ਸੋਚ ਦਾ ਜਿਹੜਾ ਅੰਦਾਜ਼ਾ ਹੈ, ਅਗਰ ਦੇਖਿਆ ਜਾਏ ਤੇ ਤੁਸੀਂ ਇੱਕ ਮਰਦ ਨੂੰ ਵੀ ਰਿਪਰੈਜ਼ੈਂਟ ਕਰ ਰਹੇ ਹੋ, ਇੱਕ ਪੰਜਾਬੀ ਮਰਦ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਇੱਕ ਲੇਖਕ ਨੂੰ ਰਿਪਰੈਜ਼ੈਂਟ ਕਰ ਰਹੇ ਹੋ,
ਔਰ ਇਹ ਬੜਾ ਜ਼ਰੂਰੀ ਹੈ ਕਿ ਇਹ ਇੰਡੀਆ ਪਾਕਿਸਤਾਨ ਦੇ ਵਿੱਚ ਬੇਤਹਾਸ਼ਾ ਰੇਪ ਦੇ ਕੇਸ, ਬੇਤਹਾਸ਼ਾ ਮਤਲਬ ਇੱਕ ਜਿਹੜੇ ਬਿਹੇਵੀਅਰਸ ਨੇ, ਉਹ ਮਾਈਂਡ ਸੈਟ ਚੇਂਜ ਇਹ ਹੋਏਗਾ ਤੇ ਬਿਹਤਰੀ ਹੋਏਗੀ। ਤੇ ਰੂਪ ਢਿੱਲੋਂ ਜੀ, ਟਾਈਮ ਖਤਮ ਹੋ ਚੱਲਾ ਹੈ ਤੇ ਮੈਂ ਤੁਹਾਡਾ once again I would say I'm so thankful, I'm so thankful honestly। ਗਿਮੀ ਟੀਵੀ ਜਿਹੜਾ ਹੈ ਉਹ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਆਏ, ਤੁਸੀਂ ਇੰਨੀ ਸੋਹਣੀਆਂ ਗੱਲਾਂ ਦੀ ਸਾਡੇ ਨਾਲ ਸਾਂਝ ਕੀਤੀ। ਸਾਨੂੰ ਤੁਹਾਡੇ ਵਗਰੇ ਲੇਖਕ ਔਰ ਤੁਹਾਡੇ ਵਗਰੇ ਲੇਖਕ ਵਲਾਇਤ ਵਿੱਚ ਤੇ ਹੈ ਹੀ ਹੋ ਤੁਸੀਂ, ਪਰ ਸਾਨੂੰ ਤੁਹਾਡੇ ਵਗਰੇ ਲੇਖਕ ਇੰਡੀਆ ਪੰਜਾਬ 'ਚ ਤੇ ਪੂਰੀ ਦੁਨੀਆ 'ਚ ਆਪਣੇ ਪੰਜਾਬੀਆਂ 'ਚ ਬਹੁਤ ਜ਼ਰੂਰਤ ਹੈ। ਔਰ ਤੁਹਾਡੀ once again ਗਿਮੀ ਟੀਵੀ ਤੁਹਾਨੂੰ ਦਿਲੋਂ ਮੈਂ ਤੇ ਰਾਬਤਾ ਰਹੇਗਾ। ਤੇ ਮੈਂ ਤੁਹਾਨੂੰ ਚਾਹਾਂਗੀ ਕੋਈ ਆਖਰੀ ਗੱਲ ਜਿਹੜੀ ਤੁਸੀਂ ਕਹਿਣਾ ਚਾਹੋ ਖੁਦਾ ਹਾਫਿਜ਼ ਕਹਿਣ ਤੋਂ ਪਹਿਲੇ, ਰੱਬ ਰੱਖਾ ਕਹਿਣ ਤੋਂ ਪਹਿਲੇ। ਮੈਂ ਛੋਟੀ ਜਿਹੀ ਗੱਲ ਕਹਿਣੀ ਹੈ, ਜੇ ਤੁਸੀਂ ਲਿਖਾਰੀ ਹਨ, ਜਿੱਦਾਂ ਮੈਂ ਪਹਿਲਾਂ ਕਿਹਾ, ਹੁਣ ਪੈਸੇ ਹਟ ਜੋ ਦੇਣ ਛਾਪਣ ਵਾਲਿਆਂ ਨੂੰ, ਉਹਨਾਂ ਨੂੰ ਫੋਰਸ ਕਰੋ ਤਾਂ ਸਾਨੂੰ, ਗਰੀਬ ਰਾਈਟਰ ਵੀ ਬਹੁਤ ਚੰਗੇ ਹੁੰਦੇ ਆ, ਤੁਸੀਂ ਸਾਨੂੰ ਤੇ ਗਾ ਦਿਓ। ਜੇ ਤੁਸੀਂ ਹੈਗੇ ਪਾਠਕ, ਸਭ ਤੋਂ ਵੱਡੀ ਪੰਜਾਬੀ ਦੀ ਕਮਜ਼ੋਰੀ ਇਹ ਹੈ ਸਾਡੀ ਸਾਹਿਤ ਦੀ, ਦੈਟ ਸਾਡੇ ਲੋਕ ਪੜ੍ਹਦੇ ਨਹੀਂ। ਤੁਸੀਂ ਜੇ ਟ੍ਰੇਨ ਤੇ ਇੱਥੇ ਬਲੈਕ 'ਚ ਬੈਠੋਗੇ, ਤੁਹਾਨੂੰ ਪਤਾ, ਜਾਂ ਬੱਸ ਤੇ ਬੈਠੋਗੇ, ਸਾਰੀਆਂ ਦੀਆਂ ਮੂੰਹ ਹੁੰਦੇ ਆ ਕਿਤਾਬ ਦੇ ਵਿੱਚ। ਸਾਨੂੰ ਜੇ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਇੰਨਾ ਪਿਆਰ ਕਰਦੇ ਆ, ਆਦਤ ਬਣਾਉਣੀ ਚਾਹੀਦੀ ਕਿਤਾਬਾਂ ਖਰੀਦਣ ਤੇ ਪੜ੍ਹਨ ਦੀ ਲੋੜ ਆ। ਇਹ ਲੈ ਕੇ ਆਉਂਦੀ ਮੇਰੀ ਆਖਰੀ ਗੱਲ ਤੇ, ਜ਼ਰੂਰ ਅਗਲੇ ਸਾਲ ਤੁਸੀਂ ਆਪਣੇ ਘਰ 'ਚ ਆਦਤ ਬਣਾਓ ਪੰਜਾਬੀ ਬੋਲਣ ਦੀ, ਫਿਰ ਤੁਸੀਂ ਸੈਂਸਸ 'ਚ ਲਿਖ ਸਕਦੇ ਹੈਗੇ ਆ ਅਸੀਂ ਪੰਜਾਬੀ, ਸ਼ਾਇਦ ਨੰਬਰ 2 ਤੇ ਆਪਾਂ ਸਾਡੀ ਜ਼ੁਬਾਨ ਵਾਪਸ ਚਲ ਜੂਗੀ। ਜ਼ਰੂਰ, ਮੈਂ ਵੀ ਇਹ ਸਾਡਾ ਪੰਜਾਬੀ ਬੈਠਕ ਦਾ ਵੀ ਇਹ ਸੈਂਸਸ ਦੀ ਵਜ੍ਹਾ ਤੇ ਮੇਨ ਜਿਹੜਾ ਵਾ ਸਾਡਾ ਇਹ ਆਪਣਾ 21 ਮਾਰਚ ਤੱਕ ਜਿਹੜਾ ਵਾ ਪੰਜਾਬੀ ਬੈਠਕ ਤੇ ਹੁਣ ਚੱਲਦੀ ਰਹਿਣੀ ਹੈ। ਪਰ ਅਸੀਂ ਤੁਹਾਡੇ ਵਗਰੇ ਬਹੁਤ ਸਾਰੇ ਜਿਹੜੇ ਨੇ ਬਲਵਾਨੇ ਹੈ, ਉਹਦੀ ਵਜ੍ਹਾ ਵੀ ਇਹੀ ਹੈ ਕਿ ਅਸੀਂ ਜ਼ਰਾ ਮੋਟੀਵੇਟ ਕਰੀਏ, ਅਸੀਂ ਥੋੜਾ ਜਿਹਾ ਅਵੇਅਰਨੈਸ ਪੈਦਾ ਕਰੀਏ। ਤੇ ਬਾਕੀ ਵੀ ਆਪਾਂ ਕੰਮ ਕਰਾਂਗੇ, ਦੇਸੀ ਰੇਡੀਓ ਨਾਲ ਵੀ ਮਿਲ ਕੇ ਕੰਮ ਕਰਾਂਗੇ। ਕਾਫੀ ਪਲਾਨਸ ਨੇ, ਕੁਛ ਜਿਹੜਾ ਕੋਵਿਡ ਠੀਕ ਹੋ ਜਾਏ ਤੇ ਅਸੀਂ ਥੋੜਾ ਰੈਲੀ ਵੀ ਤੇ ਕੁਛ ਆਪਣਾ ਸਾਰੇ ਜਵਾਨ ਬੱਚਿਆਂ ਨੂੰ ਵੀ ਇਕੱਠ ਕਰਕੇ ਤੇ ਅਸੀਂ ਜ਼ਰੂਰ ਆਪਣੀ ਪੰਜਾਬੀ ਜ਼ਬਾਨ ਲਈ ਆਪਣਾ ਦੀਵਾ ਬਾਲਣਾ ਹੈ ਕਿ ਕਿਸ ਤਰ੍ਹਾਂ ਅਸੀਂ ਉਹਨੂੰ ਤੀਜੀ ਤੋਂ ਦੂਜੀ ਜਗ੍ਹਾ ਤੇ ਲੈ ਕੇ। ਥੈਂਕ ਯੂ ਸੋ ਧੰਨਵਾਦ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। ਰੱਬ ਰੱਖਾ, ਖੁਦਾ ਹਾਫਿਜ਼।